ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋੜੀ, ਨਮੋ ਕਰ ਜੋੜੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋ ਪਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰੁਣਾ ਤੇ ਵਡ ਅਗੀ, ਪਾਵਹਿ ਗਤ ਬਿਸਰਾਮ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ। ਸੰਮਤ 1661 ਭਾਦਵ ਕੀ ਸੁਧ ਏਕਮ ਜਾਨੋ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ ਮਹਾ ਉਤਸਾ ਗੁਰੂ ਕਰ ਠਾਨੋ। 1661 ਭਾਦਵ ਕੀ ਸੁਧ ਏਕਮ ਜਾਨੋ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ ਮਹਾ ਉਤਸਾਹ ਗੁਰੂ ਕਰ ਠਾਨੋ। ਸੰਗਤ ਦੇਸ਼ ਵਿਦੇਸ਼ਨ ਕੀ ਸੁਨ ਕੈ ਮਨ ਆਨੰਦ ਦੀਰਘ ਮਾਨੋ। ਦੇਖਨ ਆਵਤ ਭਾਉ ਬਧਾਵਤ ਕੋ ਲਿਖਵਾਵਨ ਕੋ ਹਿਤਵਾਨੋ।
ਸੰਮਤ 1661 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਤਿਅੰਤ ਹੀ ਵੱਡੇ ਭਾਗ ਹਨ। ਧੰਨ ਧੰਨ ਸਾਹਿਬ ਸਤਿਗੁਰੂ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਸੋ ਅਤਿਅੰਤ ਹੀ ਵੱਡੇ ਭਾਗ ਨੇ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਕੱਲ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਨਿਰੰਕਾਰ ਦੇ ਸਰੂਪ ਸ਼ਬਦ ਅਵਤਾਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਮਹਾਨ ਯੱਗ ਕੱਲ ਰੋਜ਼ ਤੋਂ ਆਰੰਭ ਹੈ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਦੂਸਰੇ ਦਿਨ ਦੇ ਸ਼ਾਮ ਦੇ ਦੀਵਾਨ ਨੇ ਉਹ ਹੁਣ ਪ੍ਰਾਰੰਭ ਨੇ, ਤੇ ਸਤਿਗੁਰੂ ਮਹਾਰਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸੰਗਤ ਇਕੱਤਰ ਹੋਏ ਨੇ। ਸੋ ਇਸੀ ਸੰਬੰਧ ਦੇ ਵਿੱਚ ਮਹਾਕਵੀ ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਪ੍ਰੇਮ ਸ਼ਰਧਾ ਦੇ ਸਹਿਤ ਕਿਵੇਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੂਪ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਤੱਕ ਬਾਬਾ ਜੀ ਨੂੰ ਹੁਕਮ ਕਰਕੇ ਤੇ ਉਪਰੰਤ ਕਿਵੇਂ ਪਹਿਲਾ ਪ੍ਰਕਾਸ਼ ਕਰਦੇ ਨੇ ਗੁਰਬਾਣੀ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਕਰਨ ਦੇ ਮਹਾਤਮ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਸ਼ੇਸ਼ਤਾ ਹੀ ਕੀ ਹੈ, ਇਹ ਪਵਿੱਤਰ ਉਪਦੇਸ਼ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੰਗਤ ਨੂੰ ਬਖਸ਼ਦੇ ਨੇ। ਉਪਰੰਤ ਜੋ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਹੈ ਉਹ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਉਸ ਦਾ ਜੋ ਰੂਪ ਰੇਖਾ ਹੈ ਉਹ ਆਪ ਬੰਨ੍ਹਦੇ ਆ। ਸੋ ਇਸ ਅਧਿਆਏ ਦੇ ਵਿੱਚ ਬੜੇ ਸੁੰਦਰ ਤਰੀਕੇ ਦੇ ਨਾਲ, ਰਸਮਈ ਤਰੀਕੇ ਦੇ ਨਾਲ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਰਾ ਪ੍ਰਸੰਗ ਵਰਣਨ ਕੀਤਾ ਹੈ। ਤੇ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਖੁਸ਼ੀਆਂ ਵਿੱਚ ਅਸੀਂ ਇਕੱਤਰ ਹੋਏ ਹਾਂ। ਸੋ ਆਓ ਮਨ ਬਿਰਤੀ ਚਿੱਤ ਨੂੰ ਇਕਾਗਰ ਕਰਕੇ ਉਸ ਪਵਿੱਤਰ ਪ੍ਰਸੰਗ ਨੂੰ ਸਰਵਨ ਕਰੀਏ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸੰਮਤ 1661 ਹੈ। ਸੋ ਸੰਮਤ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜੋ ਵਿਕਰਮੀ ਸੰਮਤ ਹੈ ਉਹਦੇ ਅਨੁਸਾਰ 1661 ਹੈ। 1661 ਦੇ ਵਿੱਚ ਇੱਕ 60 ਹੈ, 60 ਹੋ ਗਿਆ 60, 60 ਤੇ ਇੱਕ 61, 1661 ਵਿਕਰਮੀ। ਤੇ ਉਹਦੇ ਅਨੁਸਾਰ ਜੋ ਗ੍ਰੈਗੋਰੀਅਨ ਕੈਲੰਡਰ ਹੈ ਜੋ ਅੱਜ ਕੱਲ੍ਹ ਜ਼ਿਆਦਾ ਵਰਤਿਆ ਜਾਂਦਾ ਹੈ, ਜੋ ਗੋਰਿਆਂ ਦਾ ਕੈਲੰਡਰ ਹੈ ਉਹਦੇ ਅਨੁਸਾਰ 1604, ਪਰ ਜੋ ਬਿਕਰਮੀ ਸੰਮਤ ਹੈ ਉਹਦੇ ਅਨੁਸਾਰ 1661 ਦੇ ਵਿੱਚ ਭਾਦਵ ਕੀ ਸੁਧ ਏਕਮ ਜਾਨੋ। ਭਾਦਰੋਂ ਮਹੀਨਾ ਸੀ ਤੇ ਭਾਦਰੋਂ ਮਹੀਨੇ ਦੀ ਸੁਦੀ ਪੱਖ, ਸੋ ਦੋ ਪੱਖ ਹੁੰਦੇ ਨੇ, ਸੁਦੀ ਪੱਖ ਤੇ ਵਦੀ ਪੱਖ। ਜੋ ਚੰਦਰਮਾ ਦੇ ਅਨੁਸਾਰ ਕੈਲੰਡਰ ਹੈ, ਜੋ ਤਿਥੀ ਹੈ ਉਹਦੇ ਅਨੁਸਾਰ ਇੱਕ ਚਾਨਣ ਪੱਖ ਹੁੰਦਾ ਹੈ, ਇੱਕ ਦੂਸਰਾ ਪੱਖ ਹਨੇਰਾ ਦਾ ਪੱਖ। ਜਦੋਂ ਚੰਦਰਮਾ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਜਾਂਦਾ ਹੈ ਤਾਂ ਉਸ ਨੂੰ ਹਨੇਰਾ ਦਾ ਪੱਖ ਕਹਿੰਦੇ ਆ, ਕਿਉਂਕਿ ਹੌਲੀ ਹੌਲੀ ਜੋ ਚੰਦਰਮਾ ਹੈ ਉਸ ਦਾ ਜਿਹੜਾ ਰੂਪ ਹੈ ਉਹ ਘਟ ਰਿਹਾ ਹੈ। ਤੇ ਜਿਵੇਂ ਘਟ ਰਿਹਾ ਹੈ ਤੇ ਜਿਹੜਾ ਪ੍ਰਕਾਸ਼ ਹੈ ਉਹ ਘਟ ਰਿਹਾ ਹੈ, ਉਹ ਹਨੇਰਾ ਪੱਖ ਕਹਿੰਦੇ ਆ।
ਉਸ ਨੂੰ ਕਹਿੰਦੇ ਆ ਅਵਧੀ। ਤੇ ਜਦੋਂ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਜੋ ਥਿਤੀ ਹੁੰਦੇ ਨੇ ਤਾਂ ਉਸ ਨੂੰ ਕਹਿੰਦੇ ਆ ਸੁਦੀ, ਜੋ ਚਾਨਣ ਪੱਖ ਹੈ। ਸੋ ਇਹ ਚਾਨਣ ਪੱਖ ਦੇ ਵਿੱਚ ਏਕਮ ਦੀ ਥਿਤੀ ਜੋ ਪਹਿਲੀ ਥਿਤੀ ਹੈ। ਸੋ ਭਾਦਰਵ ਸੁਦੀ ਏਕਮ ਤੇ ਗ੍ਰੰਥ ਸਮਾਪਤ ਸ੍ਰੀ ਗੁਰ ਕੀਨਾ। ਇਹ ਜੋ ਮਹਾਨ ਗ੍ਰੰਥ ਹੈ, ਗ੍ਰੰਥ ਦਾ ਅਰਥ ਮਹਾਂਪੁਰਸ਼ ਕਰਦੇ ਸੀ ਜੋ ਗਿਆਨ ਦਾ ਰਥ ਹੈ, ਜੋ ਬ੍ਰਹਮ ਗਿਆਨ ਦਾ ਰਥ ਹੈ। ਸੋ ਐਸਾ ਜੋ ਗ੍ਰੰਥ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵ ਡਵਰ ਨਾ ਕੋਈ। ਉਹ ਗ੍ਰੰਥ ਪ੍ਰਤੱਖ ਸਤਿਗੁਰੂ ਅਕਾਲ ਪੁਰਖ ਸਰੂਪ ਜੋ ਗ੍ਰੰਥ ਹੈ ਉਹ ਸਮਾਪਤ ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਤਾ ਹੈ। ਮਹਾ ਉਤਸ਼ਾਹ ਗੁਰੂ ਘਰ ਠਾਨੋ। ਗੁਰੂ ਘਰ ਦੇ ਵਿੱਚ ਮਹਾਨ ਉਤਸ਼ਾਹ ਹੋਇਆ, ਖੁਸ਼ੀਆਂ ਹੋਈਆਂ ਹਨ ਉਸ ਵਕਤ। ਸੰਗਤ ਦੇਸ਼ ਵਿਦੇਸ਼ਨ ਕੀ। ਦੇਸਾਂ ਵਿਦੇਸਾਂ ਦੀ ਜੋ ਸੰਗਤ ਹੈ ਸੁਨ ਕੈ ਮਾਨੇ ਆਨੰਦ ਦੀਰਘ ਮਾਨੋ। ਜਦੋਂ ਸੁਣਿਆ ਹੈ ਕਿ ਇਹ ਜੋ ਮਹਾਨ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ, ਉਹਨਾਂ ਨੂੰ ਨਾਲ ਲਾ ਕੇ ਲਿਖਾਰੀ ਰੂਪ ਲਾ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸਰੂਪ ਲਿਖਵਾ ਰਹੇ ਹਨ। ਜਦੋਂ ਸਾਧ ਸੰਗਤ ਨੇ ਸੁਣਿਆ ਹੈ ਕਿ ਇਹ ਜੋ ਮਹਾਨ ਕਾਰਜ ਹੈ ਸੰਪੂਰਨ ਹੋਇਆ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਆਈ ਹੈ। ਦੇਖਨ ਆਵਤ ਭਾਉ ਬਦਾਵਤ। ਪ੍ਰੇਮ ਨੂੰ ਵਧਾ ਕੇ ਉਹ ਪਵਿੱਤਰ ਸਤਿਗੁਰੂ ਮਹਾਰਾਜ ਜੀ ਦੇ ਲਿਖੇ ਹੋਏ ਸਰੂਪ ਤੇ ਨਾਲ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤ ਦੇਸਾਂ ਵਿਦੇਸਾਂ ਤੋਂ ਆ ਰਹੀ ਹੈ। ਕੋ ਲਿਖਵਾਵਨ ਕੋ ਹਿਤਵਾਨੋ। ਕੋਈ ਪ੍ਰੇਮੀ ਜਿਹੜੇ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਹੈ ਕਿ ਉੱਥੇ ਜਾ ਕੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤੇ ਜੋ ਪਵਿੱਤਰ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਲਿਖਵਾਇਆ ਹੈ ਉਸ ਦੇ ਦਰਸ਼ਨ ਕਰਕੇ ਅਸੀਂ ਵੀ ਪੋਥੀ ਸਾਹਿਬ ਤੇ ਸਰੂਪ ਲਿਖਾਂਗੇ। ਆਪਣੇ ਆਪਣੇ ਅਸਥਾਨਾਂ ਤੇ ਦੇਸ਼ਾਂ ਦੇ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਉਹ ਅਸੀਂ ਸਥਾਪਨ ਕਰਾਂਗੇ ਤੇ ਆਪ ਵੀ ਅਸੀਂ ਬਾਣੀ ਪੜ੍ਹ ਸਕਾਂਗੇ। ਬਾਨੋ ਆਦਿਕ ਹੈ ਸਿੱਖ ਸੰਗਤ। ਭਾਈ ਬੰਨੋ ਜੀ ਜੋ ਇਤਿਹਾਸ ਸੂਝ ਪ੍ਰਕਾਸ਼ ਦੇ ਅਨੁਸਾਰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਜਿਲਦ ਬਣਵਾਈ ਹੈ ਤੇ ਹੋਰ ਜੋ ਸਿੱਖ ਸੰਗਤ ਹੈ ਸ਼੍ਰੀ ਗੁਰ ਬੈਠ ਦੀਵਾਨ ਲਗਾਇਓ। ਭਾਈ ਬੰਨੋ ਜੀ ਹੋਰ ਸਾਰੇ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਮਹਾਨ ਗੁਰਸਿੱਖ ਉਹ ਸਾਰੇ ਦੀਵਾਨ ਵਿੱਚ ਬੈਠੇ ਨੇ। ਸਤਿਗੁਰੂ ਮਹਾਰਾਜ ਜੀ ਤਖਤ ਤੇ ਸੁਸ਼ੋਭਿਤ ਨੇ। ਸ਼੍ਰੀ ਹਰਗੋਬਿੰਦ ਪਾਸ ਬਿਰਾਜਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲਕ ਸਰੂਪ ਦੇ ਵਿੱਚ ਨਾਲ ਸੋਭ ਰਹੇ ਹਨ, ਬੈਠੇ ਹਨ। ਚੰਦ ਮਨੋ ਪਰਿਵਾਰ ਸੁਹਾਇਓ। ਇਵੇਂ ਮਾਨੋ ਪਰਿਵਾਰ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਪਰਿਵਾਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਚੰਦਰਮਾ ਦੇ ਵਾਂਗ ਪ੍ਰਕਾਸ਼ਮਾਨ ਹੋ ਰਹੇ ਹਨ। ਸੀਖ ਲਗੇ ਸਭ ਕੋ ਤਬ ਦੇਵਨ। ਉਸ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸੰਪੂਰਨ ਹੋਏ ਨੇ ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ ਹੈ ਕਿ ਜਿੰਨੇ ਵੀ ਸਿੱਖ ਬੈਠੇ ਆ ਉਹਨਾਂ ਨੂੰ ਸਿੱਖਿਆ ਦਈਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਹਾਤਮ ਬਾਰੇ। ਇਹ ਜੋ ਗ੍ਰੰਥ, ਇਹ ਜੋ ਪਵਿੱਤਰ ਸਰੂਪ ਅਸੀਂ ਤਿਆਰ ਕੀਤਾ ਹੈ, ਮਹਾਤਮ ਕੀ ਹੈ, ਇਸ ਦਾ ਸਤਿਕਾਰ ਕੀ ਹੈ, ਉਹ ਸਤਿਗੁਰੂ ਮਹਾਰਾਜ ਜੀ ਹੁਣ ਦੱਸਣ ਲੱਗੇ ਹਨ। ਸ਼੍ਰੇਅ ਪਰਿਓ ਬਾਚਿਓ ਫਰਮਾਇਓ। ਉਹ ਬਚਨ ਜੋ ਕਲਿਆਣ ਦੇ ਨਾਲ, ਸੁਖ ਦੇ ਨਾਲ ਭਰੇ ਹੋਏ ਹਨ, ਐਸੇ ਸੁਖਦਾਇਕ ਬਚਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾ ਰਹੇ ਹਨ। ਗ੍ਰੰਥ ਜਹਾਜ ਸੋ ਭੌਜਲ ਕੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ, ਇਹ ਜੋ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਹ ਜਹਾਜ਼ ਰੂਪ ਹੈ। ਤੇ ਜੋ ਕਲਯੁਗ ਹੈ, ਇਹ ਜੋ ਸੰਸਾਰ ਸਮੁੰਦਰ ਹੈ, ਇਹ ਹੈ ਭਉ ਜਲ, ਜੋ ਭਉ ਦਾ ਜਲ ਹੈ, ਜੋ ਭੈਦਾਇਕ ਜਲ ਹੈ। ਐਸਾ ਜੋ ਭੈਦਾਇਕ ਸਮੁੰਦਰ ਹੈ ਕਲਯੁਗ ਦਾ, ਮਾਇਆ ਦਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਹਾਜ਼ ਰੂਪ ਦੇ ਉੱਤੇ ਚੜ੍ਹ ਜਾਂਦੇ ਹਨ। ਤਰ ਜਾਤ ਸੁਖੇਨ ਜਨੀ ਚਿਤ ਲਾਇਓ। ਜਿਹੜੇ ਮਨ ਲਾ ਕੇ, ਚਿੱਤ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਦੇ ਆ, ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਬਾਣੀ ਨੂੰ ਪੜ੍ਹਦੇ ਆ, ਸੁਣਦੇ ਆ, ਮੰਨਦੇ ਆ, ਨਿਧਿਆਸਨ ਕਰਦੇ ਨੇ, ਐਸੇ ਜੋ ਮਹਾਨ ਗੁਰਸਿੱਖ ਹਨ ਉਹ ਸੁਖੈਨ ਹੀ ਤਰ ਜਾਂਦੇ ਨੇ। ਜਿਵੇਂ ਇੱਕ ਭੌਜਲ ਹੁੰਦਾ ਹੈ, ਬਹੁਤ ਭੈਦਾਇਕ ਸਮੁੰਦਰ, ਓਸ਼ਨ ਹੁੰਦਾ ਆ, ਤੇ ਜਹਾਜ਼ ਤੋਂ ਬਿਨਾਂ ਉਹਦੇ ਵਿੱਚ ਡੁੱਬਣਾ ਹੀ ਡੁੱਬਣਾ, ਭਾਵੇਂ ਬਹੁਤ ਵਧੀਆ ਕੋਈ ਸਵਿਮਰ ਵੀ ਹੋਵੇ,
ਪਰ ਜਿਹੜਾ ਓਸ਼ਨ ਦੇ ਵਿਚਕਾਰ ਦੇ ਵਿੱਚ ਕੋਈ ਵੀ ਸਰਵਾਈਵ ਨਹੀਂ ਕਰ ਸਕਦਾ। ਪਰ ਜੇ ਕਿਤੇ ਜਹਾਜ਼ ਆ ਜਾਵੇ, ਜਹਾਜ਼ ਕਹਿੰਦੇ ਆ ਸ਼ਿਪ, ਤੇ ਜਹਾਜ਼ ਤੇ ਚੜ ਜਾਵੇ ਸੁਖੈਨ ਹੀ ਉਤਰ ਜਾਂਦਾ। ਉਹੀ ਜਿਹੜਾ ਭੌਜਲ ਜੋ ਮਾਰਨ ਵਾਲਾ ਹੈ, ਉਹ ਜਿਹੜਾ ਭੈਦਾਇਕ ਭੌਜਲ ਆ, ਜਹਾਜ਼ ਬੜੇ ਛੇਤੀ ਸੌਖਾ ਉਹ ਲੰਘ ਜਾਂਦਾ। ਇਵੇਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੀ ਰੂਪ ਨਾਮ ਰੂਪ ਜਹਾਜ਼ ਤੇ ਚੜ ਜਾਂਦਾ ਹੈ, ਉਹ ਸੁਖੈਨ ਹੀ ਇਸ ਭੌਜਲ ਤੋਂ ਤਰ ਜਾਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਫਰਮਾਨ ਕਰ ਰਹੇ ਨੇ ਕਿ ਗੁਰਸਿੱਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਬਾਣੀ ਨਾਲ ਜੁੜੋ। ਜਿਹੜਾ ਚਿੱਤ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੀ ਨਾਲ ਜੁੜੇਗਾ, ਸੁਖੈਨ ਹੀ ਚੜ ਜਿਹੜਾ ਭੌਜਲ ਹੈ ਉਸ ਤੋਂ ਪਾਰ ਹੋ ਜਾਵੇਗਾ। ਸ੍ਰੀ ਗੁਰ ਕੇਰ ਸਰੀਰ ਜੋ। ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਸਿੱਖਿਆ ਦਿੰਦੇ ਨੇ ਕਿ ਜੋ ਗੁਰੂ ਦਾ ਸਰੀਰ ਹੈ, ਸਭ ਥਾਨ ਸਮੈ ਸਭ ਨਾ ਦਰਸੈ ਹੈ। ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ ਉਹ ਇੱਕ ਪਾਸੇ ਇੱਕ ਸਮੇਂ ਹੀ ਦਰਸ਼ਨ ਹੋ ਸਕਦੇ ਹਨ। ਸਭ ਥਾਨ ਸਮੈ, ਸਾਰਿਆਂ ਥਾਵਾਂ ਦੇ ਵਿੱਚ, ਸਾਰੇ ਸਮਿਆਂ ਦੇ ਵਿੱਚ ਉਹ ਇੱਕ ਸਰੀਰ ਦਾ ਦਰਸ਼ਨ ਨਹੀਂ ਹੋ ਸਕਦਾ। ਗ੍ਰੰਥ ਰਿਦਾ ਗੁਰ ਕੋ ਇਹੋ ਜਾਣੋ। ਗੁਰਸਿੱਖੋ ਇਹ ਜਾਣੋ ਕਿ ਇਹ ਜਿਹੜਾ ਸਰੀਰ ਹੈ ਕੁਝ ਸਮਾਂ ਇਹ ਪ੍ਰਗਟ ਹੋਇਆ, ਹੁਣ ਤੁਹਾਨੂੰ ਦਰਸ਼ਨ ਹੋ ਰਿਹਾ, ਅੱਗੇ ਜਾ ਕੇ ਇਹ ਜਿਹੜਾ ਸਰੀਰ ਇਹ ਵੀ ਅਲੋਪ ਹੋ ਜਾਵੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੋ ਦੇਹਧਾਰੀ ਸਰੂਪ ਪ੍ਰਤੱਖ ਸਰੂਪ ਹੈ ਗੁਰੂ ਸਾਹਿਬ ਜੀ ਦਾ, ਉਹ ਹਰ ਸਮੇਂ ਨਹੀਂ ਦਰਸ਼ਨ ਹੁੰਦੇ। ਭਾਗਾ ਵਾਲੇ ਗੁਰਸਿੱਖਾਂ ਨੂੰ ਹੁਣ ਵੀ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ, ਪਰ ਹਰ ਸਮੇਂ ਹਰ ਥਾਵਾਂ ਦੇ ਵਿੱਚ ਮਹਾਰਾਜ ਦੇ ਸਰੀਰ ਦੇ ਦਰਸ਼ਨ ਨਹੀਂ ਹੋ ਸਕਦੇ। ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਜਾਣੋ ਕਿ ਇਹ ਸਾਡਾ ਹਿਰਦਾ ਹੈ, ਇਹ ਸਾਡਾ ਹਾਰਟ ਹੈ, ਇਹ ਸਾਡਾ ਹਿਰਦਾ ਹੈ। ਉੱਤਮ ਹੈ ਸਭ ਕਾਲ ਰਹਿ ਹੈ। ਸਭ ਤੋਂ ਉੱਤਮ ਸਰੂਪ ਹੈ, ਇਹ ਸ਼ਬਦ ਹੀ ਸਾਡਾ ਸਰੂਪ ਹੈ, ਸਾਡਾ ਹਿਰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਭ ਕਾਲ ਰਹਿ ਹੈ। ਸਰੀਰ ਤਾਂ ਥੋੜੇ ਸਮੇਂ ਵਾਸਤੇ ਦਰਸ਼ਨ ਹੁੰਦੇ ਨੇ, ਫਿਰ ਅਲੋਪ ਹੋ ਜਾਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਕਾਲ, ਸਾਰੇ ਸਮਿਆਂ ਦੇ ਵਿੱਚ, ਤਿੰਨ ਕਾਲਾਂ ਵਿੱਚ ਇਹ ਸਤ ਨੇ, ਸਦਾ ਰਹਿਣਗੇ। ਮੇਰੇ ਸਰੂਪ ਤੇ ਯਾਤੇ ਹੈ ਦੀਰਘ। ਸਤਿਗੁਰੂ ਮਹਾਰਾਜ ਇੰਨਾ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ। ਸਤਿਗੁਰੂ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਮੇਰੇ ਸਰੂਪ ਤੇ ਯਾਤੇ ਹੈ ਦੀਰਘ। ਦੀਰਘ ਕਹਿੰਦੇ ਆ ਮਹਾਨ, ਵੱਡਾ, ਕਿ ਮੇਰੇ ਸਰੀਰ ਨਾਲੋਂ ਵੀ, ਮੇਰੇ ਸਰੂਪ ਨਾਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੇ ਸਾਡੇ ਨਾਲੋਂ ਵੀ ਮਹਾਨ ਨੇ। ਸਾਹਿਬ ਜਾਨ ਅਦਾਇਬ ਕਹਿ ਹੈ। ਮਾਲਕ ਜਾਣ ਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂਆਂ ਦਾ ਗੁਰੂ, ਮਾਲਕ ਦਾ ਮਾਲਕ ਜਾਣ ਕੇ, ਐਸੇ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਨੂੰ ਮਾਲਕ ਜਾਣ ਕੇ ਇਹਨਾਂ ਦਾ ਅਦਾਇਬ ਭਾਵ ਸਤਿਕਾਰ ਕਰਨਾ ਆ। ਇਹ ਸਾਡੇ ਸਰੀਰ ਨਾਲੋਂ ਵੀ ਵੱਡੇ ਨੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਹਿਰਦਾ ਸਰੂਪ ਜਾਣ ਕੇ, ਹਿਰਦਾ ਸਰੂਪ ਦੱਸ ਕੇ ਸੰਗਤ ਨੂੰ ਦੱਸ ਰਹੇ ਨੇ ਕਿ ਮਾਲਕ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਰਨਾ ਹੈ। ਪੂਜੋ ਚੰਦਨ ਕੇਸਰ ਕੋ ਕਾਸ। ਜੋ ਅਸੀਂ ਪ੍ਰਤੱਖ ਸਰੂਪ ਦੇ ਵਿੱਚ, ਕਿਉਂਕਿ ਹੁਣ ਇਹ ਵਿਚਾਰ ਆ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਰੂਪ ਹੀ ਆ, ਕਿ ਪੂਜਾ ਕਿਉਂ ਕਰਨੀ ਹੈ, ਰਮਾਲਾ ਸਾਹਿਬ ਕਿਉਂ ਚੜਾਉਣਾ ਹੈ, ਆਰਤੀ ਫੁੱਲ ਕਿਉਂ ਮਹਾਰਾਜ ਜੀ ਦੇ ਵਰਸਾਉਣੇ ਨੇ, ਜਾਂ ਜੋ ਵੀ ਸਾਡੇ ਸ਼ਰਧਾ ਦੇ ਵਿੱਚ ਜੋ ਭਗਤੀ ਦੇ ਅੰਗ ਨੇ ਉਹ ਕਿਉਂ ਕਰਨੇ ਨੇ। ਤੇ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਹਿ ਰਿਹਾ ਕਿ ਜੋ ਉਪਾਸਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਰੋ, ਕਿਉਂਕਿ ਸਾਡਾ ਸਰੂਪ ਤੋਂ ਨਾਲੋਂ ਇਹ ਦੀਰਘ ਭਾਵ ਮਹਾਨ ਆ, ਇਹ ਸਾਹਿਬ ਆ, ਇਹ ਸਾਡਾ ਹਿਰਦਾ ਹੈ। ਕਿਉਂਕਿ ਹਿਰਦਾ ਹੈ, ਫਿਰ ਇਹਦੀ ਉਪਾਸਨਾ ਵੀ ਕਰੋ, ਪੂਜਾ ਵੀ ਕਰੋ। ਹੁਣ ਅੱਜ ਕੱਲ੍ਹ ਬਹੁਤ ਖੰਡਨ ਹੁੰਦਾ ਇਸ ਗੱਲ ਦਾ ਕਿ ਪੂਜਾ ਨਹੀਂ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਭਾਵਾਂ ਨੂੰ ਸਮਝਣਾ ਹੈ, ਦੋਵੇਂ ਪੱਖਾਂ ਨੂੰ ਲੈਣਾ ਹੈ। ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਬਾਣੀ ਦੇ ਭਾਵ ਅਰਥ ਨੂੰ ਵੀ ਜ਼ਰੂਰ ਜਾਣਨਾ ਹੈ, ਸੰਥਿਆ ਵੀ ਲੈਣੀ ਹੈ, ਗੁਰਬਾਣੀ ਦਾ ਪਾਠ ਵੀ ਕਰਨਾ ਹੈ, ਗੁਰਬਾਣੀ ਦੇ ਅਰਥਾਂ ਨੂੰ ਵੀ ਸਮਝਣਾ ਹੈ, ਤੇ ਉਹਨਾਂ ਦੱਸੇ ਹੋਏ ਮਾਰਗ ਤੇ ਚੱਲਣਾ ਵੀ ਹੈ। ਪਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਇਸ਼ਟ ਸਰੂਪ ਜਾਣ ਕੇ ਉਹਦੀ ਪੂਜਾ ਕਰਨੀ ਹੈ। ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹੁਕਮ ਕਰ ਰਹੇ ਨੇ ਕਿ ਜਿਵੇਂ ਤੁਸੀਂ ਸਾਡੇ ਦਰਸ਼ਨ ਕਰਨ ਨੂੰ ਆਉਂਦੇ ਹੋ ਤੇ ਤੁਸੀਂ ਉਪਾਸਨਾ ਕਰਦੇ ਆ, ਪੂਜਾ ਕਰਦੇ ਹੋ, ਇਸੇ ਪ੍ਰਕਾਰ ਚੰਦਨ, ਸੈਂਡਲਵੁੱਡ, ਕੇਸਰ, ਸੈਫਰਨ ਇਹਨਾਂ ਨੂੰ ਘਸਾ ਕੇ ਹੁਣ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰੋਜ਼ ਅੰਮ੍ਰਿਤ ਵੇਲੇ ਚੰਦਨ ਦਾ ਜਿਹੜਾ ਤੇ ਕੇਸਰ ਨੂੰ ਘਸਾ ਕੇ ਮਹਾਰਾਜ ਦੇ ਸਰੂਪਾਂ ਤੇ ਰਮਾਲੇ ਸਾਹਿਬਾਂ ਤੇ ਲਾਇਆ ਜਾਂਦਾ ਹੈ। ਧੂਪ ਤਕਾਏਗਾ, ਜੋ ਧੂਪ ਹੈ, ਜੋ ਸਮੱਗਰੀ ਹੈ, ਉਹ ਵੀ ਮਹਾਰਾਜ ਨੂੰ ਦਿਖਾਉਣਾ ਕਿ ਇੱਕ ਤਾਂ ਸੁਗੰਧੀ ਹੋਵੇ। ਇਹਨਾਂ ਚੀਜ਼ਾਂ ਵਿੱਚ ਇਕਤਾ ਹੈ ਤਾਂ ਸੁਗੰਧੀ। ਦੂਸਰਾ, ਪੁਰਾਤਨ ਗੁਰਸਿੱਖ ਇਹ ਵੀ ਜਾਣਦੇ ਸੀ ਕਿ ਜੋ ਚੰਦਨ ਹੈ,
ਧੂਪ ਹੈ, ਇਹਦੇ ਨਾਲ ਜੋ ਵਾਤਾਵਰਨ ਦੇ ਵਿੱਚ ਅਸ਼ੁੱਧੀ ਹੈ ਉਹ ਸਭ ਨਾਸ ਹੋ ਜਾਂਦੀ ਹੈ। ਜੇ ਮਹਾਰਾਜ ਦੇ ਸਰੂਪ ਦੇ ਲਾਗੇ ਅਸੀਂ ਜੋ ਚੰਦਨ ਹੈ ਉਹ ਛਿੜਕੀਏ ਜਾਂ ਰਮਾਲੇ ਸਾਹਿਬਾਂ ਦੇ ਉੱਤੇ, ਪੁਰਾਣੇ ਸਮਿਆਂ ਦੇ ਵਿੱਚ ਮਹਾਰਾਜ ਦੇ ਸਰੂਪ ਦੇ ਪਹਿਲੇ ਅੰਗਾਂ ਤੇ ਵੀ ਜੋ ਚੰਦਨ ਹੈ ਉਹਦਾ ਤਿਲਕ ਲਗਾਇਆ ਜਾਂਦਾ ਸੀ। ਕਿਉਂ ਲਗਾਇਆ ਜਾਂਦਾ ਸੀ? ਕਿ ਕੋਈ ਵੀ ਕੀੜੇ ਹੋਣ ਜਾਂ ਐਸਾ ਕੋਈ ਵਸਤੂ, ਕੋਈ ਇਨਸੈਕਟਸ ਹੋਣ, ਜੋ ਚੰਦਨ ਹੈ ਉਹ ਨੈਚੁਰਲ ਇਨਸੈਕਟਸਾਈਡ ਆ, ਕਿ ਆਪੇ ਹੀ ਜਿਹੜੇ ਕੀੜੇ ਹੈਗੇ, ਹੋਰ ਜਿਹੜੇ ਛੋਟੇ ਸਮੋਲ ਇਨਸੈਕਟਸ ਹੈਗੇ ਆ, ਉਹ ਮਹਾਰਾਜ ਦੇ ਸਰੂਪ ਤੋਂ ਦੂਰ ਰਹਿੰਦੇ ਆ। ਸੋ ਪੁਰਾਣੇ ਗੁਰਸਿੱਖ ਮਹਾਰਾਜ ਦੇ ਸਤਿਕਾਰ ਵਾਸਤੇ ਚੰਦਨ ਵੀ ਜਿਹੜਾ ਹੈ ਸਰੂਪ ਦੇ ਲਾਗੇ ਰਮਾਲਿਆਂ ਦੇ ਉੱਤੇ ਲਾਉਂਦੇ ਜ਼ਰੂਰ ਸੀਗੇ। ਸੋ ਧੂਪ ਤਕਾਉਣਾ ਵਾਤਾਵਰਨ 'ਚ ਜੋ ਅਸ਼ੁੱਧੀ ਹੁੰਦੀ ਆ ਉਹ ਸਾਰਾ ਦੂਰ ਹੁੰਦਾ ਹੈ। ਤੇ ਫੂਲ ਚੜਾ ਹੈ ਸਤਿਕਾਰ ਦੇ ਨਾਲ, ਫੁੱਲਾਂ ਦੇ ਹਾਰ ਸਤਿਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਚੜਾਉਣੇ ਹਨ। ਜੋ ਲਿਖ ਲਏ ਭਲੇ ਤਬ ਸੁਧ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਉਂਕਿ ਕਈ ਗੁਰਸਿੱਖ ਆਏ ਸੀ ਕਿ ਮਹਾਰਾਜ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕੀਤਾ ਹੈ, ਕਿ ਅਸੀਂ ਵੀ ਉਤਾਰਾ ਕਰਨਾ ਚਾਹੁੰਦੇ ਆ। ਉਤਾਰਾ ਕਰਕੇ ਆਪਣੇ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਅਸੀਂ ਮਹਾਰਾਜ ਦੇ ਪ੍ਰਕਾਸ਼ ਕਰਕੇ ਤੇ ਅਸੀਂ ਵੀ ਪਾਠ ਕਰੀਏ। ਪਰ ਮਹਾਰਾਜ ਹੁਣ ਸਿੱਖਾਂ ਨੂੰ ਹੁਕਮ ਕਰ ਰਿਹਾ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੀ ਲਿਖਾਈ ਕਰਨੀ ਹੈ, ਜੇ ਲਿਖ ਲਏ ਭਲੇ ਤਬ ਸੁਧ ਹੈ। ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੀ ਲਿਖਾਈ ਹੋਈ ਆ, ਫਿਰ ਉਹਦੀ ਸੋਧ ਕਰਨੀ ਬੜੀ ਜ਼ਰੂਰੀ ਹੈ। ਕਿ ਇੱਕ ਵਾਰੀ ਲਿਖ ਲਿਆ, ਦੁਬਾਰਾ ਦੇਖਣਾ ਨਹੀਂ, ਮਾਤਰਾ ਸਹੀ ਆ, ਅੱਖਰ ਸਹੀ ਆ, ਇਹ ਬਹੁਤ ਵੱਡੀ ਗਲਤੀ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਣਾ ਹੈ, ਫਿਰ ਸੋਧ ਹੈ, ਭਾਵ ਸ਼ੁੱਧ ਅੱਖਰ ਸ਼ੁੱਧ ਮਾਤਰਾ ਦੇ ਅਨੁਸਾਰ ਲਿਖਣਾ ਹੈ। ਅੱਖਰ ਸੋ ਲਗ ਕੀ ਚੁਕਸਾਈ। ਸਾਵਧਾਨ ਹੋ ਕੇ ਜਿੰਨੇ ਵੀ ਲਗਾ ਮਾਤਰਿਆ, ਸਿਹਾਰੀ ਵਿਹਾਰੀ ਔਂਕੜ, ਸਾਰੇ ਜਿਹੜੇ ਲਗਾ ਮਾਤਰਿਆ ਅੱਖਰ ਆ ਉਹ ਸਹੀ ਲਿਖਣੇ ਹਨ। ਪਾਠ ਸਮਸਤ ਕਰੈ ਬੁੱਧ ਸੋ। ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਦਾ ਹੈ ਤਾਂ ਫਿਰ ਸਾਰੇ ਉਸ ਸਰੂਪ ਨੂੰ ਲਿਖਾ ਕੇ ਤੇ ਫਿਰ ਉਹ ਪਵਿੱਤਰ ਸਰੂਪ ਦਾ ਪਾਠ ਕਰੇ, ਸਾਰਾ ਸਮਸਤ। ਭਾਵ ਇਹ ਹੈ ਕਿ ਇੱਕ ਵਾਰੀ ਸਹਿਜ ਪਾਠ ਕਰੇ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਲਿਖਾਈ ਸੰਪੂਰਨ ਹੋ ਜਾਵੇ, ਫਿਰ ਇਹ ਨਹੀਂ ਸਮਝ ਲੈਣਾ ਕਿ ਮਹਾਰਾਜ ਦੀ ਅਸੀਂ ਲਿਖਾਈ ਕਰ ਲਈ, ਹੁਣ ਅਸੀਂ ਪਾਠ ਕਰ ਲਈਏ। ਹੁਣ ਇੱਕ ਵਾਰੀ ਸੋਧ ਕੇ ਹੋਰ ਜੋ ਪ੍ਰਮਾਣਿਕ ਸਰੂਪ ਹੈ ਉਹਨੂੰ ਪ੍ਰਕਾਸ਼ ਕਰਕੇ ਤੇ ਇੱਕ ਇੱਕ ਅੱਖਰ ਨੂੰ ਦੇਖ ਕੇ ਕਿ ਸ਼ੁੱਧ ਲਿਖਿਆ ਆ, ਮੈਂ ਕੋਈ ਗਲਤੀ ਤਾਂ ਨਹੀਂ ਬਣਾਤੀ, ਤੇ ਜੇ ਗਲਤੀ ਹੈ ਤਾਂ ਉਹਦੀ ਸੁਧਾਰ ਕਰਨੀ। ਪੁਰਾਣੇ ਸਮਿਆਂ ਦੇ ਵਿੱਚ ਹੜਤਾਲ ਹੁੰਦਾ ਸੀ, ਉਹਨਾਂ ਨੂੰ ਵਰਤ ਲੈਂਦੇ ਸੀ, ਤੇ ਜੇ ਕੋਈ ਗਲਤੀ ਹੁੰਦੀ ਸੀ ਉਹਦੀ ਸੁਧਾਈ ਕਰ ਲੈਂਦੇ ਸੀ। ਸੋ ਪਾਠ ਸਮਸਤ ਕਰੇ ਬੁੱਧ ਸੋ, ਬੁੱਧੀ ਲਾ ਕੇ ਬੜੇ ਧਿਆਨ ਦੇ ਨਾਲ ਜੋ ਸਰੂਪ ਲਿਖਿਆ ਹੈ ਉਸ ਦਾ ਸਾਰਾ ਪਾਠ ਕਰੇ। ਇਕ ਪੂਰਬ ਕੇ ਸਮ ਲੇਹ ਬਿਨਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ, ਜਿਸ ਸਰੂਪ ਦੀ ਸੁਧਾਈ ਅਸੀਂ ਆਪ ਕੀਤੀ ਹੈ ਉਸ ਸਰੂਪ ਦੇ ਅਨੁਸਾਰ ਹੀ ਬਣਾ ਲੈ, ਕਿ ਕੋਈ ਵੀ ਲਗਾ ਮਾਤਰ ਜਾਂ ਅੱਖਰ ਵੱਧ ਘੱਟ ਨਾ ਹੋਵੇ। ਆਪ ਤੇ ਘਾਟ ਨਾ ਬਾਦ ਕਰੈ। ਆਪਣੇ ਵੱਲੋਂ ਕੋਈ ਘੱਟ ਵੱਧ ਨਾ ਕਰੇ। ਜਿਵੇਂ ਅੱਜ ਕੱਲ ਕਈ ਵਿਦਵਾਨ ਕਹਿੰਦੇ ਇੱਥੇ ਬਿੰਦੀ ਲਾ ਦਿਓ, ਕਿ ਇੱਥੇ ਤੁਸੀਂ ਇੱਥੇ ਸਿਹਾਰੀ ਕੱਟਦੀ ਆ, ਕਿ ਇੱਥੇ ਲਿਖਾਰੀ ਨੇ ਗਲਤੀ ਬਣਾਤੀ ਹੈ। ਪਰ ਸਤਿਗੁਰੂ ਮਹਾਰਾਜ ਪੂਰੇ ਕਿ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਆਪਣੇ ਵੱਲੋਂ ਕੋਈ ਆਪਣੀ ਚਤਰਾਈ ਦੇ ਨਾਲ ਘੱਟ ਵੱਧ ਨਾ ਕਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਦੇ ਵਿੱਚ। ਜੇ ਕਰੈ ਹੋਏ ਮੂਰਖ ਸੋ ਪਛਤਾਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਕੋਈ ਘੱਟ ਵੱਧ ਕਰਦੇ ਨੇ ਉਹ ਤਾਂ ਮੂਰਖ ਨੇ, ਤੇ ਅੱਗੇ ਜਾ ਕੇ ਉਹਨਾਂ ਨੂੰ ਪਛਤਾਉਣਾ ਪਵੇਗਾ। ਔਰ ਬਣਾਏ ਨਵੋ ਨਾ ਲਿਖੈ ਵਿੱਚ। ਤੇ ਇਹ ਨਾ ਕਰੇ ਕਿ ਆਪਣੀ ਕੋਈ ਕਵਿਤਾ ਲਿਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਪਾ ਦੇਣ, ਇੱਦਾਂ ਵੀ ਨਹੀਂ ਕਰਨਾ ਹੈ। ਔਰ ਬਣਾਏ ਨਵੋ, ਕੋਈ ਨਵੀਂ ਕਵਿਤਾ ਲਿਖ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੰਕਿਤ ਕਰੇ। ਕਾਵਿਓ ਰਚੈ ਸੁਰ ਚੌ ਪ੍ਰਿਥਕਾਈ। ਜੇ ਕੋਈ ਕਾਵ ਰਚਨ ਦਾ ਕੋਈ ਮਾਹਰ ਹੈਗਾ ਤਾਂ ਆਪਣੀ ਕਾਵ ਰਚ ਕੇ ਆਪਣਾ ਗ੍ਰੰਥ ਬਣਾ ਲਵੇ। ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਆ ਉਹਨਾਂ ਦੇ ਵਿੱਚ ਕੋਈ ਘੱਟ ਵੱਧ ਨਹੀਂ ਹੋ ਸਕਦਾ। 14 ਲੋਕ ਤੇ ਹੋਏ ਬਲੀ। ਪਰ ਮਹਾਰਾਜ ਹੁਣ ਭਵਿੱਖ ਦਾ ਬਚਨ ਕਰਦੇ ਆ, ਜੋ ਫਿਊਚਰ ਦੇ ਬਚਨ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਰ ਰਿਹਾ, ਕਿ ਇੱਕ ਐਕਸੈਪਸ਼ਨ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਣੀ ਦੀ ਵਾਧਾ ਹੋਏਗਾ ਜ਼ਰੂਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ 14 ਲੋਕਾਂ ਦੇ ਵਿੱਚ ਇੱਕ ਬਲੀ ਸੂਰਮਾ ਹੋਵੇਗਾ। ਬਲ ਕੋ ਜਰ ਜਾਏ ਹਿਰਦੇ ਮਹਿ ਜੋਈ। ਐਸਾ ਸੂਰਮਾ ਹੋਵੇਗਾ, ਐਸਾ ਸ਼ਕਤੀਸ਼ਾਲੀ ਹੋਵੇਗਾ ਕਿ ਉਹਦੇ ਵਿੱਚ ਸਾਰਾ ਬਲ ਹੋਵੇਗਾ, ਉਸ ਦੇ ਵਿੱਚ ਸਾਰੀ ਸ਼ਕਤੀ ਹੋਵੇਗੀ। ਪਰ ਮਹਾਨ ਸ਼ਕਤੀ ਹੋਣ ਦੇ ਬਾਵਜੂਦ ਉਹ ਜਿਹੜਾ ਸ਼ਕਤੀ ਹੈ, ਜੋ ਅਜਰ ਵਸਤੂ ਆ ਉਹਨੂੰ ਜਰ ਲਵੇਗਾ, ਭਾਵ ਨੂੰ ਗੁਪਤ ਰੱਖੇਗਾ।
ਸੋ ਕਿਸ ਬਾਰੇ ਮਹਾਰਾਜ ਜੀ ਫਰਮਾਨ ਕਰ ਰਹੇ ਆ, ਕਿਹਨਾਂ ਬਾਰੇ ਭਵਿੱਖਤ ਬਚਨ ਕਰ ਰਿਹਾ? ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੈਸੇ ਮਹਾਨ ਸ਼ਕਤੀਆਂ ਵਾਲੇ ਹੋਣਗੇ, ਪਰ ਉਹ ਸ਼ਕਤੀਆਂ ਕਿਸੇ ਨੂੰ ਦਿਖਾਉਣਗੇ ਨਹੀਂ। ਸੋ ਉਪਕਾਰ ਕੇ ਕਾਰਨ ਕੋ, ਉਹ ਦੀਨ ਦਿਆਲ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਰ ਉਪਕਾਰ ਕਿ ਆਪਣੇ ਹਿੱਤ ਤਿਆਗ, ਆਪਣੇ ਹਿੱਤਾਂ ਨੂੰ ਤਿਆਗ ਕੇ ਦੂਸਰਾ ਦਾ ਪਰ ਉਪਕਾਰ ਕਰਨਾ, ਦੂਸਰਾ ਦਾ ਉਪਕਾਰ ਕਰਨਾ। ਭਾਵ ਜੋ ਕਸ਼ਮੀਰੀ ਪੰਡਿਤ ਹਨ ਜਿਨ੍ਹਾਂ ਤੇ ਅਤਿਆਚਾਰ ਹੋ ਰਿਹਾ ਹੈ, ਉਹਨਾਂ ਤੇ ਉਪਕਾਰ ਕਰਨ ਵਾਸਤੇ ਸਿਰ ਦੇ ਹੋਏ ਸੰਮੁਖ ਤੀਰ ਤਰੋਈ। ਧੀਰਜ ਤਾਰ ਕੇ ਸਤਿਗੁਰੂ ਮਹਾਰਾਜ ਸਨਮੁਖ ਹੋ ਕੇ ਪਿੱਛੇ ਨਹੀਂ ਹਟਣਗੇ, ਆਪਣਾ ਸੀਸ ਦਾ ਬਲਿਦਾਨ ਦੇਣਗੇ। ਆਪਣੀ ਬਾਣੀ ਚੜਾਵਹਿ ਸੋ ਇੱਕ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਭਵਿੱਖਤ ਬਚਨ ਕਰ ਰਿਹਾ ਕਿ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਣੀ ਆਪਣੀ ਚੜਾਵੇ। ਸਿਰਫ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਜੋ ਬਾਣੀ ਹੈ, ਪਵਿੱਤਰ ਬਾਣੀ, ਉਹਨਾਂ ਦੀ ਬਾਣੀ ਇਸ ਪਵਿੱਤਰ ਸਰੂਪ ਵਿੱਚ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਕਿਤ ਕਰਨਗੇ। ਹੋਏ ਸੋ ਨਹਿ ਦੂਸਰ ਕੋਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਤੋਂ ਇਲਾਵਾ ਹੋਰ ਕੋਈ ਬਾਣੀ ਇਸ ਸਰੂਪ ਵਿੱਚ ਅੰਕਿਤ ਨਹੀਂ ਹੋਵੇਗਾ। ਪੂਜੈ ਜੋ ਇਛ ਤਾਰਸ ਪੂਜੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹੁਣ ਇੱਕ ਹੁੰਦਾ ਹੈ ਸਕਾਮ ਭਗਤੀ ਜਾਂ ਸਕਾਮ ਭਾਵ ਇੱਛਾ ਸਹਿਤਾ ਕੇ ਭਗਤੀ ਕਰਨੀ, ਮਹਾਰਾਜ ਦੀ ਸੇਵਾ ਕਰਨੀ। ਇੱਕ ਹੈ ਨਿਸ਼ਕਾਮ ਭਾਵਨਾ ਦੇ ਨਾਲ। ਪਹਿਲਾਂ ਮਹਾਰਾਜ ਦੱਸਣਗੇ ਜਿਹੜੇ ਸਕਾਮ ਭਗਤੀ ਹੈ ਕਿ ਜਿਹੜਾ ਕੋਈ ਇੱਛਾ ਧਾਰ ਕੇ ਕੋਈ ਸੇਵਾ ਕਰਦਾ, ਕਿ ਜੇ ਕਿਸੇ ਦੀ ਕੋਈ ਵੀ ਇੱਛਾ ਹੋਵੇ, ਜੇ ਇੱਛਾ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰੇ, ਸ਼੍ਰੇ ਲਹਿ ਜਮ ਪੀਰ ਨਾ ਹੋਈ। ਜੋ ਵੀ ਇੱਛਾ ਧਾਰ ਕੇ ਉਹ ਮਹਾਰਾਜ ਦੀ ਪੂਜਾ ਕਰਦਾ ਹੈ, ਉਹਦੇ ਸਾਰੇ ਜਿਹੜੇ ਇੱਛਾ ਹੈ ਪੂਰਨ ਹੋ ਜਾਂਦੇ ਆ। ਸਿਰਫ ਉਹਨਾਂ ਦੇ ਇੱਛਾ ਨਹੀਂ ਪੂਜਾ ਪੂਰੇ ਹੁੰਦੇ, ਕਲਿਆਣ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਸ਼੍ਰੇ ਲਹਿ ਸਾਰੇ ਸੁੱਖ ਜਿਹੜੇ ਹੈਗੇ ਉਹਨੂੰ ਪ੍ਰਾਪਤ ਹੋ ਜਾਂਦੇ ਆ, ਤੇ ਜਮਾ ਦੇ ਜਿਹੜੀ ਮਾਰ ਹੈ, ਜਮਾ ਦੀ ਜਿਹੜੀ ਦੁੱਖ ਹੈ ਉਹਨੂੰ ਪ੍ਰਾਪਤ ਨਹੀਂ ਹੁੰਦੀ ਹੈ। ਵੇਦ ਪੁਰਾਨ ਮਹਾਨ ਮਹਾਤਮ। ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਮਹਾਤਮ ਦੱਸਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜੋ ਧੁਰ ਕੀ ਬਾਣੀ ਹੈ, ਉਹਦੇ ਵਿੱਚ ਸਿਰਫ ਤੇ ਸਿਰਫ ਵਾਹਿਗੁਰੂ ਦਾ, ਅਕਾਲ ਪੁਰਖ ਦਾ ਨਾਮ ਦਾ ਜਸ ਹੈ। ਤੇ ਉਹ ਨਾਮ, ਉਹ ਵਾਹਿਗੁਰੂ, ਉਹ ਬ੍ਰਹਮ, ਜੋ ਵੇਦ, 4 ਵੇਦ, 18 ਪੁਰਾਣ, ਉਹ ਸਾਰੇ ਇੱਕ ਬ੍ਰਹਮ ਦੇ ਬਾਰੇ ਹੀ ਕਹਿ ਰਹੇ ਨੇ ਕਿ ਜੋ ਬ੍ਰਹਮ ਹੈ ਉਹ ਬੇਅੰਤ ਹੈ, ਕਿ ਜੋ ਬ੍ਰਹਮ ਹੈ ਉਹ ਕੁਟਸਥ ਹੈ, ਜੋ ਬ੍ਰਹਮ ਹੈ ਕਿ ਮਹਾਵਾਕ ਦੱਸਦੇ ਨੇ, 4 ਮਹਾਵਾਕ। ਸਾਰੇ ਵੇਦ ਜਿਹੜੇ ਹੈਗੇ ਆ, ਪੁਰਾਣ ਹੈਗੇ ਆ, ਉਹ ਸਭ ਬ੍ਰਹਮ ਦਾ ਹੀ ਜਸ ਕਰ ਰਹੇ ਆ। ਤੇ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ। ਵੇਦਾਂ ਦੇ ਵਿੱਚ ਵੀ ਜੋ ਉੱਤਮ ਹੈ ਉਹ ਬ੍ਰਹਮ ਗਿਆਨ ਹੈ। ਸੋ ਜਿਹੜਾ ਵੇਦ ਪੁਰਾਣ ਜੋ ਉਹ ਜਸ ਕਰਦੇ ਆ, ਕਿਸ ਦੀ ਜਸ ਕਰਦੇ ਆ? ਵਾਹਿਗੁਰੂ ਦੀ। ਤੇ ਇਸ ਮਹਾਨ ਗ੍ਰੰਥ ਦੇ ਵਿੱਚ ਵਾਹਿਗੁਰੂ ਦੇ ਜਸ ਤੋਂ ਬਗੈਰ ਹੋਰ ਕੋਈ ਵਸਤੂ ਨਹੀਂ ਹੈ। ਜਾਹੇ ਬਖਾਨ ਕਰੈ ਸਮੁਦਾਇ। ਜੋ ਸਾਰੇ ਗ੍ਰੰਥ ਸ੍ਰੀ ਅਕਾਲ ਪੁਰਖ ਦੀ ਉਪਮਾ ਕਰਦੇ ਨੇ, ਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਵੈਮ ਅਕਾਲ ਪੁਰਖ ਤੋਂ ਉਚਾਰਨ ਹੋਈ, ਪ੍ਰਗਟ ਹੋਈ ਬਾਣੀ ਹੈ। ਧੁਰ ਕੀ ਬਾਣੀ ਆਈ, ਤਿਸ ਸਗਲੀ ਚਿੰਤ ਮਿਟਾਈ। ਸੋ ਉਹ ਵਾਹਿਗੁਰੂ ਜੋ ਵੇਦ ਪੁਰਾਣ ਸਾਰੇ ਮਹਾਨ ਕਹਿ ਰਹੇ ਆ, ਅਕਾਲ ਪੁਰਖ ਨੂੰ ਮਹਾਨ ਕਹਿ ਰਹੇ ਆ, ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ, ਇਹ ਅਕਾਲ ਪੁਰਖ ਦੀ ਉਚਾਰੀ ਹੋਈ, ਆਪ ਪ੍ਰਗਟ ਕੀਤੀ ਹੋਈ ਧੁਰ ਕੀ ਬਾਣੀ ਹੈ। ਅੰਤ ਨਾ ਪਾਵਤ ਸ਼ੇਸ਼ ਨਾ ਸ਼ਾਰਦ। ਸ਼ੇਸ਼ ਨਾਗ ਹੈ, ਸ਼ੇਸ਼ ਨਾਗ ਤੇਰੋ ਮਰਮ ਨਾ ਪਾਇਆ। ਜੋ ਸ਼ੇਸ਼ ਨਾਗ ਹੈ ਹਜ਼ਾਰਾਂ ਹਜ਼ਾਰਾਂ ਨਾਮ ਰੋਜ਼ ਲੈਂਦਾ ਹੈ, ਫਿਰ ਵੀ ਵਾਹਿਗੁਰੂ ਦਾ ਅੰਤ ਨਾ ਪਾਉਂਦਾ। ਜੋ ਸ਼ਾਰਦ ਸ਼ਾਰਦਾ ਹੈ ਭਾਵ ਸਰਸਵਤੀ ਹੈ, ਜੋ ਵਿਦਿਆ ਦੀ ਦਾਤੀ ਹੈ, ਜਿਸ ਦੇ ਕੋਲ ਇੰਨਾ ਗਿਆਨ ਹੈ ਉਹ ਵਾਹਿਗੁਰੂ ਦੀ ਅੰਤ ਨਹੀਂ ਪਾ ਸਕਦੀ। ਨੇਤ ਹੀ ਨੇਤ ਅਸ਼ੇਸ਼ ਬਤਾਏ। ਨਾ ਇਤੀ ਨਾ ਇਤੀ, ਨੇਤ ਨੇਤ ਬਨ ਤ੍ਰਿਨ ਕਹਿਤ, ਅਸ਼ੇਸ਼ ਭਾਵ ਬੇਅੰਤ। ਸਾਰੇ ਕਹਿ ਰਿਹਾ ਵਾਹਿਗੁਰੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਸੋ ਜੋ ਸ਼ੇਸ਼, ਸ਼ੇਸ਼ਨਾਗ, ਸਰਸਵਤੀ, ਨੇਤ ਨੇਤ ਕਹਿੰਦੇ ਆ, ਵਾਹਿਗੁਰੂ ਨੂੰ ਬੇਅੰਤ ਕਹਿੰਦੇ ਹਨ। ਜੋ ਸਰਬੋਤਮ ਜੋ ਸਰਬਾਇਸ਼। ਸੋ ਜੋ ਸਰਬੋਤਮ ਉਹ ਵਾਹਿਗੁਰੂ, ਜਿਸ ਨੂੰ ਸ਼ੇਸ਼ਨਾਗ ਤੇ ਸਰਸਵਤੀ ਤੇ ਵੇਦ ਤੇ ਪੁਰਾਣ ਸਾਰੇ ਨੇਤ ਨੇਤ ਕਹਿੰਦੇ ਆ, ਸਾਰੇ ਬੇਅੰਤ ਕਹਿੰਦੇ ਨੇ। ਉਹ ਵਾਹਿਗੁਰੂ ਜੋ ਸਰਬੋਤਮ ਭਾਵ ਸਰਬ ਉੱਤਮ, ਸਾਰਿਆਂ ਤੋਂ ਉੱਤਮ, ਤੇ ਜੋ ਸਰਬਾਸ਼ਰੀ ਆ,
ਭਾਵ ਜੋ ਸਾਰਿਆਂ ਦਾ ਆਸਰਾ ਸਰੂਪ ਹੈ। ਤਾਹੀ ਕੇ ਨਾਮ ਇਸੀ ਮਹਿੰਗਾਏ। ਉਸ ਅਕਾਲ ਪੁਰਖ ਦੇ ਨਾਮ ਤੋਂ ਬਗੈਰ, ਭਾਵ ਉਸ ਅਕਾਲ ਪੁਰਖ ਦੇ ਨਾਮ ਹੀ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗਾਇਨ ਕੀਤੇ ਆ। ਇਹ ਨਾਮ ਦਾ ਹੀ ਸਰੂਪ, ਨਾਮ ਦਾ ਹੀ ਸਮੁੰਦਰ ਹੈ ਉਸ ਅਕਾਲ ਪੁਰਖ ਦਾ। ਨਾਮ ਸੋ ਨਾਮੀ ਕੋ ਭੇਦ ਨਹੀਂ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਿੱਖਾਂ ਨੂੰ ਕਹਿੰਦੇ ਆ ਕਿ ਨਾਮ ਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ। ਨਾਮ ਜਿਸ ਦਾ ਨਾਮੀ ਹੈ, ਨਾਮੀ ਜਿਸ ਦਾ ਨਾਮ। ਸੋ ਜੋ ਨਾਮੀ ਹੈ ਭਾਵ ਵਾਹਿਗੁਰੂ ਤੇ ਵਾਹਿਗੁਰੂ ਦਾ ਨਾਮ, ਉਹਦੇ ਵਿੱਚ ਕੋਈ ਭੇਦ ਨਹੀਂ ਹੈ। ਨਾਮ ਤੇ ਨਾਮੀ ਇੱਕੋ ਹੀ ਸਰੂਪ ਹੈ। ਜੋ ਵਾਹਿਗੁਰੂ ਦਾ ਨਾਮ ਹੈ ਉਹ ਨਾਮੀ ਦਾ ਹੀ ਸਰੂਪ ਬਣ ਜਾਂਦਾ ਹੈ। ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਉਹ ਨਾਮੀ ਭਾਵ ਵਾਹਿਗੁਰੂ ਦਾ ਹੀ ਸਰੂਪ ਬਣ ਜਾਂਦਾ ਹੈ। ਇਸ ਕਰਕੇ ਨਾਮ ਤੇ ਨਾਮੀ ਦਾ ਕੋਈ ਫਰਕ ਨਹੀਂ ਹੈ। ਇਹ ਮੂਰਤ ਸ਼੍ਰੀ ਕਰਤਾਰ ਸੁਹਾਏ। ਜੇ ਨਾਮ ਤੇ ਨਾਮੀ ਦਾ ਕੋਈ ਫਰਕ ਨਹੀਂ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਹੀ ਨਾਮ ਦਾ ਪ੍ਰਕਾਸ਼, ਨਾਮ ਸਰੂਪ ਆ। ਫਿਰ ਵਾਹਿਗੁਰੂ ਦਾ ਸਰੂਪ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇਹ ਮੂਰਤ ਸ੍ਰੀ ਕਰਤਾਰ ਸੁਹਾਏ, ਸ੍ਰੀ ਕਰਤਾਰ ਅਕਾਲ ਪੁਰਖ ਦੇ ਸੋਭਨੀਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਜੇਤਕ ਗ੍ਰੰਥ ਅਦਾਇਬ ਰਾਖੈ। ਸੋ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾਤਮ ਦੱਸ ਕੇ ਕਿ ਜਿਹੜੇ ਵੇਦ ਪੁਰਾਣ ਹੋਰ ਸਾਰੇ ਗ੍ਰੰਥ ਜਿਸ ਦੀ ਮਹਿਮਾ ਕਰਦੇ ਆ, ਉਹ ਵਾਹਿਗੁਰੂ ਦਾ ਹੀ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਆ। ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਾਰੇ ਹੁਣ ਮਹਾਰਾਜ ਨੇ ਸਿੱਖਾਂ ਨੂੰ ਉਪਦੇਸ਼ ਦੇਣਾ ਹੈ। ਜੇ ਤਿਕ ਗ੍ਰੰਥ ਅਦਾਇਬ ਰੱਖ ਹੈ, ਇਹ ਗੁਰ ਸਿੱਖੋ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੋਗੇ ਤੇ ਤਕ ਹੀ ਫਲ ਪਾਵਹਿ ਗੋ। ਉਨਾ ਹੀ ਫਲ ਪਾਵੇਗਾ। ਜਿੰਨਾ ਤੁਸੀਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੋਗੇ ਉਨਾ ਹੀ ਤੁਹਾਨੂੰ ਫਲ ਪ੍ਰਾਪਤ ਹੋਵੇਗਾ। ਧੂਪ ਤੁਖਾਏ ਕਸਾਏ ਕੈ ਚੰਦਨ। ਧੂਪ ਨੂੰ ਤਕਾਉਣਾ ਹੈ, ਚੰਦਨ ਨੂੰ ਕਸਾ ਕੇ ਮਹਾਰਾਜ ਦੇ ਰਮਾਲੇ ਸਾਹਿਬਾਂ ਤੇ ਛਿੜਕਣਾ ਹੈ। ਤੇ ਹਾਂਜੀ, ਕੇਸਰ ਕੋ ਅਰ ਚਾਵਹਿ ਗੋ। ਕੇਸਰ ਹੈ, ਇਹ ਸਾਰੇ ਜਿਹੜੇ ਸੁਗੰਧੀ ਵਾਲੀਆਂ ਵਸਤੂਆਂ ਮਹਾਰਾਜ ਦੇ ਸਰੂਪ ਜਾਂ ਰਮਾਲੇ ਸਾਹਿਬਾਂ ਦੇ ਉੱਤੇ ਸਤਿਕਾਰ ਦੇ ਨਾਲ ਰਮਾਲੇ ਸਾਹਿਬਾਂ ਦੇ ਉੱਤੇ ਪਾਉਣਾ ਕਿ ਸੁਗੰਧੀ ਆਵੇ ਤੇ ਮਹਾਰਾਜ ਦਾ ਸਤਿਕਾਰ ਹੋਵੇ। ਭਾਵਨੀ ਧਾਰ ਕੇ ਚਾਹੇ ਉਮਾਹਤ। ਤੇ ਫਿਰ ਮਹਾਰਾਜ ਜੀ ਕਹਿੰਦੇ ਕਿ ਭਾਵਨੀ ਧਾਰ ਕੇ, ਭਾਵ ਸ਼ਰਧਾ ਨੂੰ ਧਾਰ ਕੇ ਤੇ ਹਿਰਦੇ ਦੇ ਵਿੱਚ ਚਾਹਨਾ ਕਰਕੇ ਉਮਾਹਤ ਨਾਲ, ਉਤਸ਼ਾਹ ਦੇ ਨਾਲ ਦਇਓਸ ਪ੍ਰਤੀ ਦਰਸਾਵਹਿ ਗੋ। ਮਹਾਰਾਜ ਜੀ ਕਹਿੰਦੇ ਰੋਜ਼ ਦਿਓਸ ਪ੍ਰਤੀ, ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੋ। ਪਰ ਉਹ ਦਰਸ਼ਨ ਕਿਵੇਂ ਕਰਨੇ? ਉਮਾ ਦੇ ਨਾਲ। ਉਮਾ ਦਾ ਭਾਵ ਹੈ ਉਤਸ਼ਾਹ ਦੇ ਨਾਲ, ਜਿਵੇਂ ਅਸੀਂ ਇੰਗਲਿਸ਼ ਵਿੱਚ ਐਕਸਾਈਟਮੈਂਟ ਕਹਿੰਦੇ ਆ ਕਿ ਅਸੀਂ ਮਹਾਰਾਜ ਦੇ ਦਰਸ਼ਨ ਕਰਨੇ ਆ। ਇਹ ਨਹੀਂ ਹੈ ਕਿ ਇੱਕ ਚੋਰ ਬਣ ਗਿਆ ਕਿ ਉੱਥੇ ਜਾਣਾ ਪੈਣਾ ਗੁਰੂ ਘਰ, ਮਹਾਰਾਜ ਦੇ ਦਰਸ਼ਨ ਕਰਨੇ ਪੈਣੇ। ਨਹੀਂ, ਗੁਰਸਿੱਖ ਦੇ ਹਿਰਦੇ ਵਿੱਚ ਚਾਹਨਾ ਹੋਵੇ ਕਿ ਕਦੋਂ ਮੈਂ ਜਾ ਕੇ ਆਪਣੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਾਂ। ਇਹ ਉਮਾ ਹੋਵੇ ਹਿਰਦੇ ਦੇ ਵਿੱਚ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਸ਼ਰਧਾ ਧਾਰ ਕੇ ਹਿਰਦੇ ਦੇ ਵਿੱਚ ਚਾਹਨਾ ਦੇ ਨਾਲ, ਉਤਸ਼ਾਹ ਦੇ ਨਾਲ ਰੋਜ਼ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੋ। ਪਾਠ ਕਰੈ ਇਕ ਸੁਨੈ ਮਨ ਏਕ ਹਵੈ। ਮਹਾਰਾਜ ਜੀ ਕਹਿੰਦੇ ਪਾਠ ਕਰੈ ਕਿ ਸੁਨੈ ਮਨ ਏਕ ਹੋਇਆ। ਭਾਵੇਂ ਤੁਸੀਂ ਪਾਠ ਕਰੋ, ਜੇ ਸ਼ੁੱਧ ਪਾਠ ਆਪ ਜੀ ਨੇ ਸਿੱਖਿਆ ਹੈ ਫਿਰ ਆਪ ਬਾਣੀ ਪੜ੍ਹੋ, ਜੇ ਹਜੇ ਸੰਥਿਆ ਨਹੀਂ ਲਈ ਫਿਰ ਸੁਣੋ, ਕੋਈ ਐਕਸਕਿਊਜ਼ ਨਹੀਂ ਹੈ। ਮਹਾਰਾਜ ਜੀ ਕਹਿੰਦੇ ਜਾਂ ਕਰੋ ਜਾਂ ਸੁਣੋ, ਪਰ ਸ਼ਰਤ ਇਹ ਹੈ ਮਨ ਏਕ ਹੈ ਕਿ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਨੂੰ ਪੜ੍ਹੋ ਜਾਂ ਸੁਣੋ। ਹੀ ਉਪਦੇਸ਼ ਬਸਾਵਹਿ ਗੋ। ਪਵਿੱਤਰ ਗੁਰਬਾਣੀ ਦਾ ਜੋ ਪਾਠ ਹੈ, ਜੋ ਮਹਾਰਾਜ ਦੇ ਭਾਵਾਂ ਨੇ, ਉਹ ਹਿਰਦੇ ਵਿੱਚ ਵਸਾਉਣਾ ਕਰੋ। ਜੋ ਉਪਦੇਸ਼ ਹੈ ਮਹਾਰਾਜ ਜੀ ਦਾ ਭਾਵ ਸਰਵਨ ਕਰਨਾ ਹੈ। ਹੁਣ ਮਹਾਰਾਜ ਦੇ ਹਜ਼ੂਰੀ ਵਿੱਚ ਜਾ ਕੇ ਅਸੀਂ ਪਵਿੱਤਰ ਗੁਰਬਾਣੀ ਜਾਂ ਕਥਾ ਕੀਰਤਨ ਅਸੀਂ ਸਰਵਨ ਕਰਦੇ ਹਾਂ। ਇਹ ਪਹਿਲੀ ਸਟੇਜ ਆ। ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਸੁਣਨਾ, ਸੁਣਿਆ ਦੇ ਪੌੜੀਆਂ, ਫਿਰ ਮੰਨਿਆ, ਤੇ ਫਿਰ ਪੰਜ ਪ੍ਰਵਾਨ ਦੇ ਵਿੱਚ ਜੋ ਨਿਧਿਆਸਨ ਹੈ, ਭਾਵ ਸੁਣਨਾ ਉਹਦਾ ਬਹੁਤ ਮਹਾਤਮ ਆ, ਪਰ ਜੇ ਸੁਣ ਕੇ ਅਸੀਂ ਮੰਨੀਏ ਉਹਦਾ ਹੋਰ ਮਹਾਤਮ ਹੈ। ਤੇ ਜੇ ਅਸੀਂ ਪੂਰਾ ਧਿਆਨ ਨਾਲ ਕੇ ਭਾਵ ਪੂਰਾ ਸ਼ਰਧਾ ਦੇ ਨਾਲ ਮਹਾਰਾਜ ਦੇ ਬਚਨਾਂ ਨੂੰ ਮੰਨ ਵੀ ਲਈਏ, ਪਰ ਜੇ ਕਰੀਏ ਨਾ ਜੋ ਮਹਾਰਾਜ ਸਾਨੂੰ ਕਹਿੰਦੇ ਆ, ਫਿਰ ਵੀ ਘਾਟਾ ਹੈ। ਜੇ ਅਸੀਂ ਸੁਣ ਕੇ ਮੰਨ ਕੇ ਫਿਰ ਮਹਾਰਾਜ ਦੇ ਦਸਵੇਂ ਮਾਰਗ ਤੇ ਜਾਈਏ ਵੀ, ਤੇ ਫਿਰ ਸੰਪੂਰਨ ਮਹਾਤਮ ਹੈ। ਉਹ ਨਿਧਿਆਸਨ ਕਹਿੰਦੇ।
ਸੋ ਮਹਾਰਾਜ ਜੀ ਕਹਿੰਦੇ ਆ ਕਿ ਇੱਕ ਮਨ ਇੱਕ ਚਿੱਤ ਹੋ ਕੇ ਜੋ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਬਾਣੀ ਵਿੱਚ ਉਪਦੇਸ਼ ਬਖਸ਼ਦੇ ਨੇ ਉਹ ਹਿਰਦੇ ਵਿੱਚ ਵਸਾਉਣਾ ਕਰੋ। ਦੇਖਤ ਹੀ ਕਰ ਜੋਰ ਦਉ। ਮਹਾਰਾਜ ਸਿੱਖਾਂ ਨੂੰ ਹੁਕਮ ਕਰ ਰਿਹਾ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੋ, ਅਚਨਚੇਤ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਆ ਰਹੇ ਹੋ, ਉਸੇ ਸਮੇਂ ਖੜੇ ਹੋ ਕੇ ਦੋਵੇਂ ਹੱਥ ਜੋੜਨੇ ਹਨ। ਮਨ ਨਮਰੇ ਹਵੈ ਸੀਸ ਨਿਵਾਵਹਿ ਗੋ। ਮਨ ਦੇ ਵਿੱਚ ਨਿਮਰਤਾ ਲਿਆ ਕੇ ਕਿ ਆਪ ਅਕਾਲ ਪੁਰਖ ਦੇ ਸਰੂਪ ਆ ਰਿਹਾ, ਆਪਣਾ ਸੀਸ ਨੂੰ ਨਿਵਾਉਣਾ ਹੈ। ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂਦੇ ਹੋਣ ਆਪਣਾ ਸੀਸ ਨੂੰ ਜਿਹੜਾ ਹੈ ਉੱਤੇ ਨਹੀਂ ਰੱਖਣਾ, ਇਸ ਨਿਵਾ ਕੇ ਰੱਖਣਾ ਹੈ। ਔਰਨ ਕੋ ਉਪਦੇਸ਼ ਕਰੈ। ਜਿਨ੍ਹਾਂ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਤੇ ਗੁਰਬਾਣੀ ਦੇ ਅਰਥ ਜਿਹੜੇ ਹਨ ਉਹਨਾਂ ਦੀ ਸੋਝੀ ਬਖਸ਼ੀ ਹੈ, ਜਾਂ ਸੰਪਰਦਾਵਾਂ ਦੇ ਵਿੱਚ ਉਹ ਵਿਦਿਆ ਬਖਸ਼ੀ ਹੈ, ਫਿਰ ਮਹਾਰਾਜ ਜੀ ਉਹਨਾਂ ਨੂੰ ਹੁਕਮ ਕਰਦੇ ਆ ਕਿ ਜੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਬੁੱਧੀ ਬਖਸ਼ੀ ਹੈ, ਆਪ ਕਿਰਪਾ ਕੀਤੀ ਹੈ ਕਿ ਜੋ ਗੁਰਬਾਣੀ ਦੇ ਅਰਥ ਆ ਉਹਨਾਂ ਦੇ ਅਰਥ ਦੇ ਕੁਝ ਸੋਝੀ ਨੇ, ਫਿਰ ਉਹ ਦੂਸਰਿਆਂ ਨੂੰ ਕਥਾ ਰੂਪ ਦੇ ਵਿੱਚ ਉਪਦੇਸ਼ ਦੇਵੋ। ਲਿਖ ਆਪ ਇਸੇ ਕੋ ਲਿਖਾਵਹਿ ਗੋ। ਜੇ ਮਹਾਰਾਜ ਨੇ ਕਿਰਪਾ ਕੀਤੀ ਹੈ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜੇ ਲਿਖਣ ਦੀ ਮਹਾਰਾਜ ਨੇ ਕਿਰਪਾ ਕੀਤੀ ਹੈ, ਫਿਰ ਗੁਰਬਾਣੀ ਦੇ ਪੋਥੀਆਂ ਗੁਰਬਾਣੀ ਦੇ ਸਰੂਪਾਂ ਨੂੰ ਲਿਖੋ। ਤੇ ਜੇ ਤੁਸੀਂ ਲਿਖ ਨਹੀਂ ਸਕਦੇ, ਜਿਹੜਾ ਲਿਖ ਸਕਦਾ ਆ ਉਹਦੇ ਪਾਸੋਂ ਲਿਖਵਾਓ, ਤਾਂ ਕਿ ਵੱਧ ਤੋਂ ਵੱਧ ਜੋ ਗੁਰਸਿੱਖ ਨੇ ਗੁਰਬਾਣੀ ਦਾ ਪਾਠ ਸਰੂਪ ਤੋਂ ਪੋਥੀਆਂ ਤੋਂ ਕਰ ਸਕਣ। ਪ੍ਰੇਮ ਕਰੈ ਘਰ ਮੈਂ ਸਥਾਪੈ ਹੈ। ਪ੍ਰੇਮ ਦੇ ਨਾਲ ਜਦੋਂ ਕੋਈ ਕਾਰਜ ਹੋਵੇ ਜਾਂ ਕੋਈ ਸਿੱਖ ਦੇ ਮਨ ਸ਼ਰਧਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਿੱਤਰ ਸਰੂਪ ਸਾਡੇ ਘਰ ਦੇ ਵਿੱਚ ਆਉਣ, ਤਾਂ ਫਿਰ ਪ੍ਰੇਮ ਦੇ ਨਾਲ ਮਹਾਰਾਜ ਦੇ ਸਰੂਪ ਦੀ ਸਥਾਪਨਾ ਕਰਨ ਆਪਣੇ ਘਰ ਦੇ ਵਿੱਚ ਸਤਿਕਾਰ ਦੇ ਨਾਲ। ਪਾਠ ਸੁਣੇ ਹਰ ਖਾਵਹਿ ਗੋ। ਪ੍ਰਸੰਨ ਹੋ ਕੇ ਫਿਰ ਸਾਰਾ ਪਾਠ ਸੁਣਨਾ ਹੈ। ਭਾਵ ਪ੍ਰੇਮ ਦੇ ਨਾਲ ਜੇ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ, ਵੱਧ ਤੋਂ ਵੱਧ ਸਮਾਂ ਜੋ ਪਰਿਵਾਰ ਹੈ ਉਹ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਿੱਤਰ ਉਪਦੇਸ਼ ਸੁਣਨ। ਸੋ ਜੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਪਾਠ ਰਖਾਉਣਾ ਹੈ ਜਾਂ ਕਰਨਾ ਹੈ, ਫਿਰ ਸਾਰਾ ਜੋ ਪਰਿਵਾਰ ਹੈ ਸੰਗਤ ਹੈ ਉਹ ਬੈਠ ਕੇ ਪ੍ਰੇਮ ਦੇ ਨਾਲ ਉਤਸ਼ਾਹ ਦੇ ਨਾਲ ਪ੍ਰਸੰਨ ਹੋ ਕੇ ਪਾਠ ਨੂੰ ਸਰਵਨ ਕਰਨ। ਸੋ ਜਗ ਬੰਧਨ ਛੇਦਨ ਕੈ। ਜਿਹੜਾ ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਿੱਤਰ ਬਾਣੀ ਨੂੰ ਸੁਣੇਗਾ, ਪਾਠ ਆਪ ਕਰੇਗਾ ਜਾਂ ਸ਼ਰਧਾ ਦੇ ਨਾਲ ਕਰਾਵੇਗਾ, ਸਾਰੇ ਜਗਤ ਦੇ ਬੰਧਨ ਜਿਹੜੇ ਹੈਗੇ ਨਾ ਉਹ ਕੱਟ ਜਾਣਗੇ। ਨਰ ਅੰਤ ਗਤੀ ਸ਼ੁਭ ਪਾਵਹਿ ਗੋ। ਅੰਤ ਨੂੰ ਜਿਹੜਾ ਮਨੁੱਖਿਆਂ ਨੂੰ ਚੰਗੀ ਗਤੀ ਭਾਵ ਮੁਕਤੀ ਪ੍ਰਾਪਤ ਹੋਵੇਗਾ। ਕਾਰਜ ਹੋਏ ਸੰਪੂਰਨ ਬਾਂਛਤ। ਮਹਾਰਾਜ ਜੀ ਕਹਿੰਦੇ ਜੇ ਕੋਈ ਵੀ ਕਾਰਜ ਹੋਵੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਾ ਹੈ, ਹੋਰ ਕਿਸੇ ਪਾਸੇ ਨਹੀਂ ਜਾਣਾ। ਹੋਰ ਕਿਸੇ ਵੀ ਹੋਰ ਧਰਮ ਦੇ ਵਿੱਚ ਹੁਣ ਤੁਹਾਡਾ ਜੋ ਧਰਮ ਹੈ ਉਹਦੇ ਅਨੁਸਾਰ ਕਾਰਜ ਕਰਨਾ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਓ, ਸ਼ਰਧਾ ਧਾਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ। ਕੋਈ ਵੀ ਕਾਰਜ ਹੋਵੇ ਤੇ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਕਿ ਇਹ ਕਾਰਜ ਸੰਪੂਰਨ ਹੋਵੇ, ਪਾਠ ਕਰੈ ਇੱਕ ਕਰਾਵਹਿ ਗੋ। ਜਾਂ ਤਾਂ ਆਪ ਪਾਠ ਸ਼ਰਧਾ ਨਾਲ ਕਰੇ, ਜੇ ਪਾਠ ਕਰਨਾ ਨਹੀਂ ਆਉਂਦਾ ਤਾਂ ਫਿਰ ਜਿਹੜੇ ਸ਼ੁੱਧ ਪਾਠੀ ਸਿੰਘ ਹਨ ਉਹਨਾਂ ਪਾਸੋਂ ਪਾਠ ਕਰਾਵੇ। ਭੋਗ ਪਰੇ ਕਰਵਾਏ ਤਿਹਾਵਲ। ਜੋ ਤਿਹਾਵਲ ਹੈ ਤਿੰਨਾਂ ਦਾ ਮੇਲ ਭਾਵ ਜੋ ਕੜਾਹ ਪ੍ਰਸ਼ਾਦ ਹੈ, ਜਦੋਂ ਭੋਗ ਪਵੇ ਉਦੋਂ ਕਰਾਵੇ, ਭਾਵ ਆਦ ਮੱਧ ਤੇ ਭੋਗ ਸਮੇਂ ਜੋ ਕੜਾਹ ਪ੍ਰਸ਼ਾਦੀ ਦੇਗ ਹੈ ਉਹ ਮਹਾਰਾਜ ਦੇ ਹਜ਼ੂਰੀ ਵਿੱਚ ਪਾਠ ਸਮੇਂ ਕਰਾਵੇ। ਆਪ ਖੜੋ ਹੋਏ ਜਾਵਹਿ ਗੋ। ਤੇ ਅਰਦਾਸ ਦੇ ਵਿੱਚ ਆਪ ਨਿਮਰਤਾ ਦੇ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁਖ ਹੋ ਕੇ ਖੜੇ ਹੋ ਕੇ ਅਰਦਾਸ ਕਰਨ। ਹਾਥ ਕੋ ਜੋਰ ਕਰੈ ਅਰਦਾਸ। ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਕਿ ਮਹਾਰਾਜ ਸਾਡੇ ਮਨ ਦੇ ਵਿੱਚ ਇਹ ਇੱਛਾ ਹੈ, ਸਤਿਗੁਰੂ ਪਾਤਸ਼ਾਹ ਜੀ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਆਪ ਜੀ ਕਿਰਪਾ ਕਰੋ ਸਾਡੇ ਜੋ ਮਨੋਰਥਾਂ ਨੂੰ ਪੂਰਨ ਕਰੋ। ਜਾਂ ਮਹਾਰਾਜ ਇੱਕ ਸਾਡਾ ਕੋਈ ਕਾਰਜ ਅਟਕਿਆ ਹੈ, ਮਹਾਰਾਜ ਆਪ ਜੀ ਕਿਰਪਾ ਕਰੋ ਵਿਘਨਾਂ ਦਾ ਨਾਸ਼ ਕਰੋ। ਜੋ ਵੀ ਮਨ ਦੇ ਵਿੱਚ ਇੱਛਾ ਹੈ ਮਨੋਰਥ ਕੋ ਮਨ ਲਿਆਵਹਿ ਗੋ। ਉਹ ਅਰਦਾਸ ਦੇ ਵਿੱਚ ਉਹ ਜਿਹੜਾ ਮਨੋਰਥ ਹੈ ਆਪਣੇ ਮਨ ਦੇ ਵਿੱਚ ਐਨ ਸ਼ਰਧਾ ਦੇ ਨਾਲ ਮਹਾਰਾਜ ਦੇ ਸਾਹਮਣੇ ਅਰਦਾਸ ਕਰਨੀ ਹੈ, ਪਾਠ ਕਰਕੇ ਜਾਂ ਕਰਾ ਕੇ। ਕਹਿਓ ਨਾ ਕਹਿਓ ਤੇ ਪੂਰਨ ਹਵੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਕਿਉਂ ਨਾ ਕਹੋ, ਕਿ ਕਹੋ ਦੱਸੋ ਸਾਨੂੰ ਕਿ ਉਹ ਜਿਹੜਾ ਕਾਰਜ ਹੈ ਕਿਉਂ ਨਹੀਂ ਪੂਰਨ ਹੋਵੇਗਾ। ਜੇ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਾਣੀ ਆਪ ਪੜ੍ਹੋ ਜਾਂ ਸੁਣੋ, ਤਾਂ ਫਿਰ ਉਹ ਕਾਰਜ ਪੂਰਨ ਹੋਵੇਗਾ। ਜੇ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੀ ਆਪ ਪੜ੍ਹੋ ਜਾਂ ਸੁਣੋ, ਤਾਂ ਫਿਰ ਉਹ ਕਾਰਜ ਪੂਰਨ ਹੋਵੇਗਾ। ਜੇ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਾਣੀ ਆਪ ਪੜ੍ਹੋ ਜਾਂ ਸੁਣੋ,
ਤੇ ਫਿਰ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਮਰਿਆਦਾ ਦੇ ਅਨੁਸਾਰ ਪ੍ਰੇਮ ਦੇ ਨਾਲ ਮਹਾਰਾਜ ਦੇ ਸਨਮੁਖ ਹੋ ਕੇ ਦੋਵੇਂ ਹੱਥ ਜੋੜ ਕੇ ਨਿਮਰਤਾ ਚਾ ਕੇ ਮਹਾਰਾਜ ਨੂੰ ਅਰਦਾਸ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਕਿਉਂ ਉਹ ਜਿਹੜਾ ਕਾਰਜ ਆ ਕਿਉਂ ਨਹੀਂ ਪੂਰਨ ਹੋਵੇਗਾ? ਭਾਵ ਜ਼ਰੂਰ ਉਹ ਜਿਹੜਾ ਕਾਰਜ ਆ ਉਹ ਪੂਰਨ ਹੋਵੇਗਾ, ਮਹਾਰਾਜ ਜੀ ਕਿਰਪਾ ਕਰਨਗੇ। ਜਿਤ ਚਾਹਤ ਸੋ ਨਰ ਪਾਵਹਿ ਗੋ, ਜੋ ਵੀ ਮਨੁੱਖ ਚਾਹੁੰਦਾ ਹੈ ਉਹ ਪ੍ਰਾਪਤ ਕਰ ਲਵੇਗਾ। ਸਿੱਖ ਸਰੀਰ ਤਜੈ ਇਸ ਪੀਛੈ, ਮਹਾਰਾਜ ਜੀ ਜੋ ਅੰਤਮ ਸੰਸਕਾਰ ਦਾ ਜਿਹੜਾ ਮਰਿਆਦਾ ਉਹ ਵੀ ਸਿੱਖਾਂ ਨੂੰ ਦੱਸਦੇ ਆ ਕਿ ਜਿਹੜਾ ਵੀ ਸਿੱਖ ਸਰੀਰ ਨੂੰ ਜੇ ਛੱਡ ਜਾਵੇ ਤਾਂ ਜਦੋਂ ਛੱਡੇ ਉਸ ਤੋਂ ਬਾਅਦ ਗ੍ਰੰਥ ਕੋ ਪਾਠ ਕਰਾਵਹਿ ਗੋ, ਜ਼ਰੂਰ ਫਿਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆ ਉਹ ਕਰਾਵੇ। ਹੋਰ ਕੋਈ ਮਰਿਆਦਾ ਕਰਨ ਦੀ ਲੋੜ ਨਹੀਂ ਹੈ, ਕੋਈ ਗਰੁੜ ਪੁਰਾਣ ਜਾਂ ਹੋਰ ਕੋਈ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੈ। ਜੇ ਸਿੱਖ ਸਰੀਰ ਨੂੰ ਤਜੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਵੇ ਤਾਂ ਉਹਦਾ ਕਲਿਆਣ ਹੋ ਜਾਵੇਗਾ। ਕੋਸ਼ਿਸ਼ ਕੋ ਅਰਪੈ ਤਬ ਪਾਠਕ, ਤੇ ਫਿਰ ਜੋ ਪਾਠੀ ਸਿੰਘ ਉਹਨਾਂ ਦਾ ਵੀ ਸਤਿਕਾਰ ਕਰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਆ ਕਿ ਜਿਹੜੇ ਪਾਠਕ ਜਿਹੜੇ ਪਾਠੀ ਸਿੰਘ ਆ ਉਹਨਾਂ ਨੂੰ ਪੋਸ਼ਿਸ਼ ਭਾਵ ਪੋਸ਼ਾਕ ਸਰੂਪੇ ਜਿਹੜੇ ਹੈਗੇ ਉਹ ਅਰਪਣ ਕਰਨੇ ਹਨ। ਭੋਜਨ ਚਾਰ ਖੁਲਾਵਹਿ ਗੋ, ਤੇ ਫਿਰ ਜਿਹੜਾ ਸੁੰਦਰ ਲੰਗਰ ਹੈ ਸਾਰੇ ਸੰਗਤ ਨੂੰ ਛਕਾਉਣਾ ਹੈ। ਔਰ ਜਥਾ ਸ਼ਕਤੀ ਤੇ ਸੇਵਹਿ, ਤੇ ਫਿਰ ਜਿੰਨੀ ਵੀ ਤਾਕਤ ਹੈ ਉਹਦੇ ਅਨੁਸਾਰ ਪਾਠੀ ਸਿੰਘਾਂ ਦੀ ਸੰਗਤ ਦੀ ਸੇਵਾ ਕਰੇ। ਲਗਾਏ ਕਰਾਹੋ ਬ੍ਰਤ ਤਾਵੈ ਗੋ, ਤੇ ਫਿਰ ਕੜਾਹ ਪ੍ਰਸ਼ਾਦ ਲਿਆ ਕੇ ਉਹ ਭੋਗ ਲਗਾ ਕੇ ਮਹਾਰਾਜ ਨੂੰ ਅਰਦਾਸ ਕਰਕੇ ਕਿ ਹੇ ਸਤਿਗੁਰੂ ਸਾਹਿਬ ਜੀ ਮਹਾਰਾਜ, ਜੋ ਆਪ ਜੀ ਦਾ ਸਿੱਖ ਹੈ ਜੋ ਆਪ ਜੀ ਦਾ ਸਿੱਖ ਹੈ ਆਪਣੇ ਜੀਵਨ ਦੇ ਵਿੱਚ ਵਿਚਰਦੇ ਅਨੇਕ ਪ੍ਰਕਾਰ ਦੇ ਸੂਖਮ ਗਲਤੀਆਂ ਵੱਡੇ ਗਲਤੀਆਂ ਹੋ ਗਈਆਂ ਸਤਿਗੁਰੂ ਸਾਹਿਬ ਜੀ, ਆਪ ਜੀ ਬਖਸ਼ਣਹਾਰ ਹੋ ਮਹਾਰਾਜ। ਇਸ ਪ੍ਰਕਾਰ ਅਰਦਾਸ ਕਰਾ ਕੇ ਕੜਾਹ ਪ੍ਰਸ਼ਾਦਾ ਦੇ ਕਰਾ ਕੇ ਤੇ ਫਿਰ ਸੰਗਤ ਵਿੱਚ ਵਰਤਾਉਣਾ ਕਰੇ। ਸੋ ਸਿੱਖ ਹੋਏ ਸੁਖੇਨ ਮਹਾ, ਮਹਾਰਾਜ ਜੀ ਕਹਿੰਦੇ ਕਿ ਉਹ ਜਿਹੜਾ ਸਿੱਖ ਭਾਵ ਜੇ ਸਿੱਖ ਨੇ ਚੜ੍ਹਾਈ ਕੀਤਾ ਨਾ ਉਹ ਫਿਰ ਬਹੁਤ ਸੌਖਾ ਹੋ ਜਾਂਦਾ। ਜਿਹੜਾ ਉਹਦਾ ਜਮਾ ਦਾ ਮਾਰਗ ਬੜਾ ਕਠਨ ਹੁੰਦਾ ਆ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਇਹ ਜਿਹੜਾ ਨਾਮ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਆ, ਜਿਹੜਾ ਗੁਰਸਿੱਖ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਉਹ ਸਿੱਖ ਦੇ ਪਰਥਾਏ ਕਰਾਉਂਦਾ ਹੈ ਤਾਂ ਫਿਰ ਅੱਗੇ ਜਾ ਕੇ ਉਹ ਸਿੱਖ ਦਾ ਜਿਹੜਾ ਰਸਤਾ ਹੈਗਾ ਨਾ ਬਹੁਤ ਸੌਖਾ ਹੋ ਜਾਂਦਾ ਮਾਰਗ। ਪਰਲੋਕ ਵਿਖੈ ਹਰ ਖਾਵਹਿ ਗੋ, ਉਹ ਫਿਰ ਪਰਲੋਕ ਦੇ ਵਿੱਚ ਬੜਾ ਖੁਸ਼ ਹੁੰਦਾ ਹੈ। ਉਹਦਾ ਰਸਤਾ ਜਿਹੜਾ ਹੈ ਕਲੀਅਰ ਹੋ ਜਾਂਦਾ ਹੈ, ਕਲਿਆਣ ਹੋ ਜਾਂਦਾ, ਮੁਕਤੀ ਹੋ ਜਾਂਦੀ ਉਸ ਦੀ। ਔਰ ਕਹਾਂ ਲਗ ਜੇ ਜਗ ਕਾਰਜ, ਮਹਾਰਾਜ ਜੀ ਕਹਿੰਦੇ ਕੋਈ ਵੀ ਜਿਹੜਾ ਜਗਤ ਦਾ ਜਿਹੜਾ ਕਾਰਜ ਹੈ ਪਾਠ ਕਰੇ ਸਿਧ ਹੋਵੈਂਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਸ਼ਰਧਾ ਪ੍ਰੇਮ ਦਾ ਨਾ ਕਰੋ ਜ਼ਰੂਰ ਸਿੱਧ ਹੋਵੇਗਾ। ਭਾਵ ਜੋ ਵੀ ਕਾਰਜ ਹੈ ਕੋਈ ਵੀ ਕਾਰਜ ਹੋਵੇ ਜਗਤ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਨਾਲ ਲੱਗੋ, ਬਾਣੀ ਪੜੋ ਤੇ ਸਿੱਧ ਹੋ ਜਾ ਭਾਵ ਪੂਰਾ ਹੋ ਜਾਵੇਗਾ। ਸੰਤ ਮਹੰਤ ਚਹੈ ਯਹ ਯੋ, ਤੇ ਫਿਰ ਮਹਾਰਾਜ ਜੀ ਕਹਿੰਦੇ ਕਿ ਜਿਵੇਂ ਪਹਿਲਾਂ ਦੱਸਿਆ ਸੀ ਕਿ ਇੱਕ ਸਕਾਮ ਭਾਵ ਕਾਮਨਾ ਦੇ ਸਹਿਤ ਅਸੀਂ ਬਾਣੀ ਪੜ੍ਹਦੇ ਕਿ ਮਹਾਰਾਜ ਸਾਨੂੰ ਇਹ ਕਾਰਜ ਹੈ ਜਾਂ ਸਾਡੀ ਇਹ ਇੱਛਾ ਹੈ ਇਹਨੂੰ ਪੂਰਨ ਕਰੋ। ਦੂਸਰਾ ਨਿਸ਼ਕਾਮ ਭਗਤੀ। ਹੁਣ ਜਿਹੜੇ ਸੰਤ ਮਹੰਤ ਭਾਵ ਜਿਹੜੇ ਮਹਾਂਪੁਰਸ਼ ਆ, ਜਿਹੜੇ ਗੁਰਸਿੱਖ ਆ, ਜਿਨ੍ਹਾਂ ਨੂੰ ਕੋਈ ਕਾਮਨਾ ਨਹੀਂ ਹੈ, ਜਿਨ੍ਹਾਂ ਨੂੰ ਕੋਈ ਇੱਛਾ ਨਹੀਂ ਹੈ, ਕੋਈ ਕਾਰਜ ਨਹੀਂ ਹੈ। ਪਠ ਪ੍ਰੇਮ ਕਰੇ ਪ੍ਰਭ ਜੋ ਵਹਿਗੇ, ਜੇ ਉਹਨਾਂ ਨੂੰ ਇਹ ਇੱਛਾ ਨਹੀਂ ਹੈ ਕੋਈ, ਜੇ ਉਹਨਾਂ ਨੂੰ ਇਹ ਨਹੀਂ ਹੈ ਕਿ ਮਹਾਰਾਜ ਸਾਡਾ ਆਹ ਕਾਰਜ ਇਹ ਪੂਰਾ ਕਰ ਦਿਓ ਜਾਂ ਸਾਨੂੰ ਆਹ ਬਖਸ਼ ਦਿਓ, ਜੇ ਉਹ ਪ੍ਰੇਮ ਦੇ ਨਾਲ ਬਾਣੀ ਪੜ੍ਹਨਗੇ ਪ੍ਰਭ ਜੋ ਹੈਗੇ ਉਹਨਾਂ ਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਜਾਣਗੇ। ਉਹ ਜਿਨ੍ਹਾਂ ਨੂੰ ਕੋਈ ਵਸਤੂ ਚਾਹੀਦੀ ਆ ਮਹਾਰਾਜ ਵਸਤੂ ਬਖਸ਼ ਦਿੰਦੇ ਆ, ਜਿਨ੍ਹਾਂ ਦਾ ਕੋਈ ਕਾਰਜ ਅਟਕਿਆ ਆ ਉਹਨਾਂ ਦਾ ਕਾਰਜ ਨੂੰ ਸੰਪੂਰਨ ਕਰ ਦਿੰਦੇ ਆ, ਤੇ ਜਿਹਨੂੰ ਕੋਈ ਚਾਹਨਾ ਨਹੀਂ ਆ ਤਾਂ ਫਿਰ ਮਹਾਰਾਜ ਉਹਨਾਂ ਨੂੰ ਦਰਸ਼ਨ ਬਖਸ਼ ਦਿੰਦੇ ਆ, ਮਹਾਰਾਜ ਉਹਨਾਂ ਨੂੰ ਮੁਕਤ ਕਰਾ ਦਿੰਦੇ ਆ। ਭਾਵ ਜਿਹੜੇ ਸੰਤ ਮਹੰਤ ਭਾਵ ਜਿਹੜੇ ਸੰਤ ਮਹਾਂਪੁਰਸ਼ਾਂ ਦੇ ਵਿੱਚ ਕੋਈ ਇੱਛਾ ਨਹੀਂ ਹੈ ਉਹ ਬਾਣੀ ਪੜ੍ਹਦੇ ਆ, ਉਹ ਫਿਰ ਮੁਕਤ ਹੋ ਜਾਂਦੇ ਨੇ, ਵਾਹਿਗੁਰੂ ਨਾਲ ਇਕਮਿਕ ਹੋ ਜਾਂਦੇ ਹਨ। ਦਇਓ ਨਿਸਾ ਸਿਮਰੈ ਸਤਨਾਮ, ਦਿਨ ਰਾਤ ਸਤਨਾਮ ਭਾਵ ਵਾਹਿਗੁਰੂ ਗੁਰ ਮੰਤਰ ਦਾ ਜੋ ਸਿਮਰਨ ਕਰਦਾ ਹੈ। ਇੱਕ ਗ੍ਰੰਥ ਪਠੈ ਅਗ ਖੋਵਹਿਗੇ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਦਾ ਹੈ, ਜਿਹੜਾ ਦਿਨ ਰਾਤ ਸਿਮਰਨ ਕਰਦਾ ਹੈ ਤੇ ਬਾਣੀ ਪੜ੍ਹਦਾ ਹੈ। ਮਹਾਰਾਜ ਜੀ ਕਹਿੰਦੇ ਅਗ ਖੋਵਹਿਗੇ। ਇਹ ਜੋ ਬਾਣੀ ਹੈ, ਇਹ ਜੋ ਗੁਰਮੰਤਰ ਹੈ, ਇਹਦੇ ਵਿੱਚ ਕੀ ਸ਼ਕਤੀ ਹੈ ਕਿ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕਰੋਤ। ਅਗ ਖੋਵਹਿਗੇ ਸਾਰੇ ਪਾਪ ਜਨਮਾਂ ਜਨਮਾਂ ਦੇ ਜਿਹੜੇ ਪਾਪ ਹੈ ਉਹ
ਸਿਮਰਨ ਕਰਕੇ ਬਾਣੀ ਪੜ੍ਹ ਕੇ ਸਾਰੇ ਕੱਟੇ ਜਾਣਗੇ, ਸਾਰੇ ਨਾਸ ਹੋ ਜਾਂਦੇ ਹਨ। ਅੰਤ ਸਮੈ ਜਮ ਕੋ ਨਾ ਪਿਖੈ। ਜੋ ਸਿਮਰਨ ਕਰਦਾ ਹੈ ਤੇ ਗੁਰਬਾਣੀ ਪੜ੍ਹਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਅੰਤ ਸਮੇਂ ਉਹਨੂੰ ਜਮ ਨਹੀਂ ਦਿਸਣਗੇ। ਮਿਲ ਆਏ ਹਮੈ ਸੋ ਅਲੋਵਹਿਗੇ। ਸਿੱਧੇ ਸਾਡੇ ਕੋਲ ਆਵੇਗਾ, ਸਾਡੇ ਨਾਲ ਆ ਕੇ ਕਿਵੇਂ ਖੁਸ਼ੀ ਹੋ ਜਾਵਾਂਗੇ, ਸਾਡੇ ਦਰਸ਼ਨ ਹੋਣਗੇ। ਦੋਹਰਾ ਬੈਠੇ ਸ੍ਰੀ ਗੁਰੂ ਰਾਮ ਸਰ। ਇਸ ਪ੍ਰਕਾਰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾਤਮ ਦੱਸ ਕੇ ਤੇ ਅੱਗੇ ਹੁਣ ਜਿਹੜਾ ਪ੍ਰਸੰਗ ਹੈ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੋਇਆ, ਉਹ ਆਰੰਭ ਹੋ ਰਿਹਾ ਹੈ। ਸੋ ਗੁਰੂ ਮਹਾਰਾਜ ਜੀ ਰਾਮਸਰ ਬੈਠੇ ਹਨ ਸੋਭਨੀਕ ਹੋ ਕੇ। ਬੰਨੋ ਆਨਿਓ ਗ੍ਰੰਥ। ਭਾਈ ਬੰਨੋ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਲਦ ਬਣਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਾਮਸਰ ਸਾਹਿਬ ਲਿਆਏ ਹਨ। ਤਹਾ ਮਹਾਤਮ ਇਹ ਕਹਿਓ। ਉੱਥੇ ਰਾਮਸਰ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਇਹ ਸਿੱਖਿਆ ਮਹਾਤਮ ਬਖਸ਼ੀ ਹੈ। ਦੇਨ ਸੀਖ ਨਿਜ ਪੰਥ। ਆਪਣੇ ਪੰਥ ਨੂੰ ਸਿੱਖਿਆ ਦੇਣ ਵਾਸਤੇ ਕਿ ਹੇ ਗੁਰਸਿੱਖੋ, ਇਵੇਂ ਆਪਣੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਰਨਾ ਹੈ। ਇਹ ਸਿੱਖਿਆ ਦਿੱਤੀ ਆਪਣੇ ਪੰਥ ਨੂੰ। ਚੌਪਈ ਤਿਆਰ ਪਇਓ ਜਬ ਜਿਲਤ ਬੰਧਾਈ। ਜਦੋਂ ਮਹਾਰਾਜ ਜੀ ਦਾ ਜਿਲਦ ਬੰਨਿਆ ਗਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸਰੂਪ ਹੈ ਉਹ ਸੰਪੂਰਨ ਹੋ ਗਿਆ ਹੈ। ਬੁੱਢੇ ਸੋ ਗੁਰ ਗਿਰਾ ਲਾਈ। ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਬਚਨ ਕਹੇ ਹਨ। ਕਹਿਓ ਗ੍ਰੰਥ ਸਾਹਿਬ ਕਿਸ ਥਾਨਾ। ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਮਹਾਰਾਜ ਦੀ ਸੇਵਾ ਵਿੱਚ ਰਹੇ ਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕਹਿ ਰਹੇ ਕਿ ਬਾਬਾ ਬੁੱਢਾ ਸਾਹਿਬ ਜੀ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਹੜੇ ਥਾਂ ਤੇ ਨਿਤ ਸ਼ੋਭੈ ਜਹ ਮਹਿਦ ਮਹਾਨਾ। ਕਿਹੜਾ ਸ਼੍ਰੋਮਣੀ, ਕਿਹੜਾ ਸੁੰਦਰ ਸਥਾਨ ਹੈ ਜਿੱਥੇ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਭਨੀਕ ਹੋ ਕੇ ਅਸੀਂ ਪ੍ਰਕਾਸ਼ ਕਰੀਏ। ਭਾਵ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੁੱਛਦੇ ਹਨ ਕਿ ਬਾਬਾ ਜੀ ਦੱਸੋ ਕਿਹੜੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ। ਹਾਥ ਜੋੜ ਤਿਨ ਤਬਹਿ ਬਖਾਨੋ। ਨਿਮਰਤਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ। ਸ਼੍ਰੀ ਗੁਰ ਤੁਮ ਤੇ ਕੌਣ ਸਿਆਨੋ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਨਾਲੋਂ ਸਿਆਣਾ ਕੌਣ ਹੈ। ਆਪ ਜੀ ਤਾਂ ਆਪ ਜੀ ਦਾ ਮਹਾਰਾਜ ਸਾਰਾ ਕੁਝ ਜਾਣਦੇ ਹੋ, ਫਿਰ ਵੀ ਸਤਿਗੁਰੂ ਜੀ ਤਉ ਸੁਨਹੁ ਅਰ ਸੁਦਾ ਮਝਾਰਾ। ਮਹਾਰਾਜ ਆਪ ਜੀ ਨੇ ਮੈਨੂੰ ਹੁਕਮ ਕੀਤਾ ਹੈ, ਸੋ ਆਪ ਜੀ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਮਹਾਰਾਜ ਜੀ ਤਉ ਸੁਨਹੁ ਸਰ ਸੁਦਾ ਮੁਜਾਰਾ। ਜੋ ਸੁਦਾ ਸਰ ਭਾਵ ਸੁਦਾ ਦਾ ਭਾਵ ਹੈ ਅੰਮ੍ਰਿਤ, ਜੋ ਅੰਮ੍ਰਿਤ ਸਰ ਦੇ ਵਿਚਕਾਰ ਭਾਵ ਜੋ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰ ਮੰਦਰ ਸੁੰਦਰ ਦਰਬਾਰਾ। ਜੋ ਸੁੰਦਰ ਦਰਬਾਰ ਭਾਵ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿਚਕਾਰ ਹੈ। ਸਦਾ ਸਥਾਪਨ ਗ੍ਰੰਥ ਸੁਲਾਇਕ। ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਦਾ ਸਥਾਪਨਾ ਕਿ ਤਿੰਨਾਂ ਕਾਲ ਭਾਵ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨ ਵਾਸਤੇ ਇਹੀ ਲਾਇਕ ਸਥਾਨ ਹੈ, ਸਭ ਤੋਂ ਵਧੀਆ ਸਥਾਨ ਹੈ। ਸ਼ੋਭੈ ਗੋ ਇਸ ਤਹਾਂ ਸੁਭਾਇਕ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੁਤੇ ਸਿੱਧੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਸੋਭਨੀਕ ਹੋਣਗੇ। ਸਹਿਜਾ ਸ਼ੇਸ਼ ਸਮੁੰਦਰ ਮਝਾਰੇ। ਇਹ ਕਹਿੰਦੇ ਨੇ ਕਿਵੇਂ ਜਿਵੇਂ ਸ਼ੀਰ ਸਮੁੰਦਰ ਦੇ ਵਿੱਚ ਜਿਹੜਾ ਸ਼ੇਸ਼ਨਾਗ ਜੋ ਹੈ, ਜੋ ਵਿਸ਼ਨੂੰ ਹੈ, ਵਿਸ਼ਨੂੰ ਦਾ ਜੋ ਆਸਨ ਉਹ ਸ਼ੇਸ਼ਨਾਗ ਦਾ ਆਸਨ ਹੈ ਤੇ ਸ਼ੀਰ ਸਮੁੰਦਰ ਦੇ ਵਿਚਕਾਰ ਜਿਹੜਾ ਸ਼ੇਸ਼ਨਾਗ ਉਹਦਾ ਆਸਨ ਲੱਗਦਾ ਹੈ। ਜਥਾ ਸ਼ੇਖ ਸਾਈਂ ਛਬ ਧਾਰੇ। ਜੋ ਮਹਾਵਿਸ਼ਨੂੰ ਹੈ ਉਹ ਸ਼ੇਸ਼ਨਾਗ ਦੇ ਉੱਤੇ ਬੈਠ ਕੇ ਸੋਭਨੀਕ ਹੁੰਦਾ ਹੈ। ਇਵੇਂ ਇੱਕ ਕੰਪੈਰੀਸਨ ਦੇ ਕੇ ਜਿਵੇਂ ਉੱਥੇ ਸੋਭਨੀਕ ਹੁੰਦੇ ਉਦੋਂ ਨਾਲੋਂ ਵਧੇਕ ਜੋ ਸੋਭਨੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰਿਮੰਦਰ ਸਾਹਿਬ ਜੋ ਸਰੋਵਰ ਦੇ ਵਿਚਕਾਰ ਹੋਣਗੇ, ਇਵੇਂ ਸੋਭਾ ਪਾਉਣਗੇ। ਮਨੋ ਬੀਚ ਬੈਕੁੰਠ ਸੋ ਮੰਦਿਰ। ਮਹਾਰਾਜ ਜਿਵੇਂ ਬੈਕੁੰਠ ਦੇ ਵਿੱਚ ਮੰਦਿਰ ਭਾਵ ਵਿਸ਼ਨੂੰ ਦਾ ਮੰਦਿਰ ਹੈ। ਵਿਸ਼ਨ ਵਿਰਾਜ ਹੈ ਛਬ ਸੋ ਅੰਦਰ। ਭਾਵ ਜੋ ਵਿਸ਼ਨੂੰ ਦੀ ਪੁਰੀ ਹੈ ਉਹਦੇ ਵਿੱਚ ਬੜੇ ਸੁੰਦਰ ਮਹਿਲ ਦੇ ਵਿੱਚ ਜਿਹੜਾ ਵਿਸ਼ਨੂੰ ਹੈ ਉਹ ਬਿਰਾਜਦਾ ਹੈ। ਇਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਵ ਇਹ ਕਾਵ ਦੇ ਜਿਹੜੇ ਕੰਪੈਰੀਸਨ ਹੁੰਦੇ ਆ, ਇਵੇਂ ਕਵੀ ਜੀ ਦੱਸਦੇ ਆ ਕਿ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ ਕਿ ਉਹਨਾਂ ਨਾਲੋਂ ਵਧੇਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਮਹਿਲਾ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬਿਰਾਜ ਕੇ ਸੋਭਨੀਕ ਹੋਣਗੇ। ਸੁਨਤ ਪ੍ਰਸ਼ਨ ਗੁਰੂ ਬਹੁ ਪਏ। ਜਦੋਂ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੰਪੂਰਨ ਹੋਇਆ ਹੈ, ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰੋ।
ਮਹਾਰਾਜ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਹਨ। ਜਥਾ ਜੋਗ ਇਨ ਵਰਣਨ ਮਹਾਰਾਜ ਕਏ ਜੀ ਬਹੁਤ ਖੁਸ਼ ਹੋਏ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੂੰ ਸਹੀ ਕਹਿੰਦਾ ਹੈ। ਬਨਿਓ ਸੁਦਾ ਸਰ ਵਿੱਚ ਹਰ ਮੰਦਰ ਸੁਦਾ ਸਰ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਬਣਿਆ ਹੈ। ਇਹ ਸਮ ਨਹੀਂ ਤ੍ਰਿਲੋਕੀ ਅੰਦਰ ਇਹਨਾਂ ਲੋਕਾਂ ਦੇ ਵਿੱਚ ਹਰਮੰਦਰ ਸਾਹਿਬ ਦੇ ਬਰਾਬਰ ਕੋਈ ਸਥਾਨ ਨਹੀਂ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ ਬਦੋਹ ਪੁਰਖ ਵਿਦਾਤੇ ਤਾ ਤੂੰ ਸੋਹਿਆ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਸਹੀ ਹੈ ਬਾਬਾ ਬੁੱਢਾ ਸਾਹਿਬ ਜੀ ਕਿ ਜੋ ਸ੍ਰੀ ਹਰਮੰਦਰ ਸਾਹਿਬ ਹੈ ਇਸ ਦੇ ਬਰਾਬਰ ਕੋਈ ਸਥਾਨ ਨਹੀਂ ਹੈ ਤਿੰਨਾਂ ਲੋਕਾਂ ਦੇ ਵਿੱਚ। ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ ਇਸੇ ਪ੍ਰਕਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰਚਿਆ ਹੈ ਸਰਬੋਤਮ ਹਰ ਨਾਮਨ ਖਚਿਓ ਵਾਹਿਗੁਰੂ ਦੇ ਸਰਬੋਤਮ ਨਾਮਾਂ ਦੇ ਨਾਲ ਜੜਿਆ ਹੋਇਆ ਹੈ। ਉਚਿਤ ਮੇਲ ਦੋਨੋਂ ਕੋ ਬਨੇ ਦੋਨਾਂ ਦਾ ਬੜਾ ਉਚਿਤ ਮੇਲ ਹੈ। ਨਿਸਬਾਸੁਰ ਹਰ ਕੀਰਤਨ ਭਨੈ ਦਿਨ ਰਾਤ ਉੱਥੇ ਵਾਹਿਗੁਰੂ ਦਾ ਜੋ ਕੀਰਤਨ ਹੈ ਉਹ ਚੱਲੇਗਾ। ਭਾਵ ਹਰ ਵਕਤ ਦਿਨ ਰਾਤ ਉਸ ਦਰਬਾਰ ਸਾਹਿਬ ਦੇ ਵਿੱਚ ਵਾਹਿਗੁਰੂ ਦਾ ਕੀਰਤਨ ਚੱਲੇਗਾ। ਸੁਨ ਗੁਰਦਾਸ ਸੁਬਾਕ ਹਮਾਰੇ ਉਸ ਸਮੇਂ ਫਿਰ ਸਤਿਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਉਸ ਸਮੇਂ ਸੁਣ ਗੁਰਦਾਸ ਸੁਬਾਕ ਹਮਾਰੇ ਕਿ ਭਾਈ ਗੁਰਦਾਸ ਸਾਡੇ ਬਚਨਾਂ ਨੂੰ ਸੁਣਨਾ ਕਰ। ਸ੍ਰੀ ਗੁਰੂ ਰਾਮਦਾਸ ਦਰਬਾਰੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਭਾਵ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦਿਨ ਪ੍ਰਤ ਵਧੈ ਸਮਾਜ ਬਡੇਰੇ ਦਿਨ ਪ੍ਰਤ ਰੋਜ਼ ਜੋ ਸਮਾਜ ਭਾਵ ਸੰਗਤ ਹੈ ਉਹ ਵੱਧਦੀ ਜਾਵੇਗੀ। ਦੁਖ ਦਾਰਿਦ ਕੋ ਆਏ ਨਾ ਨੇੜੇ ਜੋ ਵੀ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਦਾ ਹੈ ਉਹਦੇ ਨੇੜੇ ਕੋਈ ਦੁੱਖ ਜਾਂ ਦਰਿਦਰੀ ਉਹ ਗਰੀਬੀ ਨੇੜੇ ਹੀ ਨਹੀਂ ਆਵੇਗਾ। ਹਰ ਮੰਦਰ ਹਰ ਰੂਪ ਬਿਲੰਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜਾ ਹਰਮੰਦਰ ਸਾਹਿਬ ਹੈ ਸ੍ਰੀ ਦਰਬਾਰ ਸਾਹਿਬ ਹੈ ਵਾਹਿਗੁਰੂ ਦਾ ਹੀ ਸਰੂਪ ਜਾਣਨਾ। ਸੇਵਹਿ ਸੇਵਕ ਬ੍ਰਿੰਦ ਮੁਕੰਦਾ ਜਿਹੜਾ ਵੀ ਸੇਵਾ ਕਰਦਾ ਹੈ ਸ੍ਰੀ ਦਰਬਾਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਹ ਮੁਕਤ ਹੋ ਜਾਵੇਗਾ। ਲక్ష్ਮੀ ਨਿਸਬਾਸੁਰ ਇਸ ਸੇਵਾ ਹੈ ਇੱਥੇ ਤੱਕ ਕਿ ਜੋ ਲక్ష్ਮੀ ਹੈ ਜੋ ਮਾਇਆ ਹੈ ਉਹ ਵੀ ਦਿਨ ਰਾਤ ਇਸ ਦਰਬਾਰ ਸਾਹਿਬ ਭਾਵ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਕਰਦੀ ਹੈ ਮਾਇਆ। ਸ਼ਰਧਾ ਤਰਹਿ ਦਾਸ ਫਲ ਲੇਵਹਿ ਸ਼ਰਧਾ ਧਾਰ ਕੇ ਦਰਬਾਰ ਸਾਹਿਬ ਜੀ ਦੀ ਸੇਵਾ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਉਹਨੂੰ ਸਾਰੇ ਫਲ ਪ੍ਰਾਪਤ ਹੋ ਜਾਂਦਾ ਹੈ। ਆਜ ਬਾਸ ਇਸ ਬਲ ਹੀ ਕੀਜੈ ਹੈ ਉਸ ਸਮੇਂ ਮਹਾਰਾਜ ਜੀ ਕਹਿੰਦੇ ਕਿ ਹੇ ਗੁਰਸਿੱਖੋ ਹੁਣ ਰਾਤ ਦਾ ਸਮਾਂ ਹੈ ਕਿ ਹੁਣ ਦਾ ਜਿਹੜਾ ਸਮਾਂ ਇੱਥੇ ਹੀ ਭਾਵ ਇਸ ਥਲ ਦਾ ਭਾਵ ਇਸ ਥਾਂ ਤੇ ਅਸੀਂ ਹੁਣ ਵਾਸਾ ਕਰੀਏ। ਹੋਤ ਪ੍ਰਾਤ ਕੋ ਤਹਿ ਗਮ ਨੀਜੈ ਮਹਾਰਾਜ ਜੀ ਕਹਿੰਦੇ ਹੁਣ ਬਹੁਤ ਸਮਾਂ ਹੋ ਗਿਆ ਰਾਤ ਹੋ ਗਿਆ ਇੱਥੇ ਅਸੀਂ ਬਿਰਾਜਦੇ ਆ ਤੇ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਹੈ ਉਹ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੁਸ਼ੋਭਿਤ ਕਰਾਂਗੇ। ਸੋ ਹੋਤ ਪ੍ਰਾਤ ਜਦੋਂ ਸਵੇਰ ਹੋਵੇਗਾ ਫਿਰ ਅਸੀਂ ਦਰਬਾਰ ਸਾਹਿਬ ਵੱਲ ਜਾਵਾਂਗੇ। ਸਭਨਾ ਹਾਰ ਕਰਿਓ ਸ਼ੁਭ ਖਾਨਾ ਉਸ ਸਮੇਂ ਫਿਰ ਸਾਰਿਆਂ ਨੇ ਲੰਗਰ ਛਕਿਆ ਹੈ। ਭੂਮ ਸੈਨ ਕੀਨ ਸਤਿ ਸਥਾਨਾ ਸਾਰਿਆਂ ਨੇ ਧਰਤੀ ਦੇ ਉੱਤੇ ਆਪਣੇ ਆਸਨ ਲਾ ਕੇ ਆਰਾਮ ਕੀਤਾ ਹੈ। ਗ੍ਰੰਥ ਸਾਹਿਬ ਆਦਰ ਕੇ ਹੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰ ਵਾਸਤੇ ਭੂਤਲ ਸੈਨੇ ਗੁਰੂ ਸਮੇਤ ਇਹ ਸਾਖੀ ਬਹੁਤਿਆਂ ਨੂੰ ਪਤਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਠਾ ਸਾਹਿਬ ਪਹਿਲੀ ਵਾਰ ਲੈ ਕੇ ਗਏ ਸੀ ਤਾਂ ਉਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਭੁੰਜੇ ਆਸਣ ਲਾ ਕੇ ਆਰਾਮ ਕੀਤਾ। ਇਹ ਸਾਰਿਆਂ ਨੂੰ ਪਤਾ ਹੈ ਪਰ ਬਹੁਤਿਆਂ ਨੂੰ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਵੀ ਮਹਾਰਾਜ ਜੀ ਜਦੋਂ ਰਾਮਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਉਹ ਰਾਤ ਮਹਾਰਾਜ ਸਾਰੇ ਸੰਗਤ ਦੇ ਨਾਲ ਭੂਮ ਭਾਵ ਧਰਤੀ ਤੇ ਮਹਾਰਾਜ ਜੀ ਸੋਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉੱਚੇ ਆਸਣ ਤੇ ਰੱਖਿਆ। ਸੋ ਉਸ ਸਮੇਂ ਵੀ ਸਾਰੇ ਸੰਗਤ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਧਰਤੀ ਦੇ ਉੱਤੇ ਬਿਰਾਜਮਾਨ ਹੋਏ ਹਨ। ਹਿਰਦੈ ਵਿਚਾਰਨ ਸ੍ਰੀ ਗੁਰ ਕਰੈ ਉਸ ਸਮੇਂ ਜਦੋਂ ਮਹਾਰਾਜ ਜੀ ਆਪਣੇ ਆਸਣ ਦੇ ਉੱਤੇ ਲੇਟ ਗਏ ਨੇ ਫਿਰ ਮਹਾਰਾਜ ਜੀ ਹਿਰਦੇ ਵਿੱਚ ਵਿਚਾਰ ਕਰ ਰਹੇ ਹਨ ਟਹਿਲ ਗ੍ਰੰਥ ਕੀ ਕੌਣ ਸੁਧਰੈ ਕਿ ਕੌਣ ਹੈਗਾ ਜੋ ਹਰ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਵਿੱਚ ਤਤਪਰ ਰਹੇਗਾ। ਬੇਦੀ ਤੇਹਣ ਭੱਲੇ ਬੰਸ ਜਿਹੜੇ ਬੰਸ ਹੈਗੇ ਆ ਭਾਵੇਂ ਬੇਦੀ ਗੁਰੂ ਨਾਨਕ ਸਾਹਿਬ ਜੀ ਦੇ ਜੋ ਬੰਸ ਆ ਰਹੇ ਨੇ ਜਾਂ ਤੇਹਣ
ਭਾਵ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬੰਸ ਜਾਂ ਭੱਲੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਬੰਸ। ਸੋਢੀ ਜੇ ਕੁਲ ਕੇ ਅਵਤੰਸ਼। ਤੇ ਜਿਹੜੇ ਸ਼੍ਰੋਮਣੀ ਦੇ ਜਿਹੜੇ ਸੋਢੀ ਭਾਵ ਸੋਢੀ ਕੁਲ ਜੋ ਮਹਾਰਾਜ ਵੀ ਸੋਢੀ ਕੁਲ ਵਿੱਚੋਂ ਹੋਏ ਨੇ ਕਿ ਜਿਹੜੇ ਸੋਢੀ ਕੁਲ ਦੇ ਜਿਹੜੇ ਅਵਤੰਸ਼ ਹੈਗੇ ਨੇ। ਨਿਜ ਕਲ ਕੋ ਇਨ ਕੋ ਹੰਕਾਰਾ। ਮਹਾਰਾਜ ਜੀ ਹਿਰਦੇ ਵਿੱਚ ਵਿਚਾਰ ਕਰਦੇ ਆ ਕਿ ਇਹਨਾਂ ਨੂੰ ਭਾਵ ਕਈਆਂ ਨੂੰ ਹੰਕਾਰ ਹੋ ਗਿਆ ਕੁਲ ਦਾ ਕਿ ਇਹਨਾਂ ਨੇ ਸੇਵਾ ਨਹੀਂ ਕਰਨੀ ਹੈ। ਕਰ ਨਾ ਸਕਹਿਗੇ ਸੇਵ ਉਦਾਰਾ। ਖੁੱਲ ਕੇ ਉਹਨਾਂ ਕੋਲ ਸੇਵਾ ਨਹੀਂ ਕਰ ਹੋਣੀ ਕਿਉਂਕਿ ਜਿਨ੍ਹਾਂ ਦੀ ਆਪ ਸੇਵਾ ਹੁੰਦੀ ਹੈ ਉਹਨਾਂ ਕੋਲ ਸੇਵਾ ਕਰਨੀ ਔਖੀ ਹੋ ਜਾਂਦੀ ਹੈ। ਤੇ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਇਹਨਾਂ ਕੋਲ ਸੇਵਾ ਨਹੀਂ ਕਰ ਹੋਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ। ਇਹ ਸੇਵਕ ਕੀ ਵਸਤ ਸਦੀਵਾ। ਇਹਦੇ ਵਿੱਚ ਸੇਵਕ ਜਿਹੜਾ ਸੇਵਕ ਹੈ ਭਾਵ ਜਿਸ ਨੇ ਨਿਮਰਤਾ ਧਾਰ ਕੇ ਜਿਹਦੇ ਵਿੱਚ ਸੇਵਾ ਦਾ ਗੁਣ ਹੈ ਸੇਵਕ ਹੈ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਹੈ ਇਹ ਸੇਵਕ ਦੀ ਵਸਤੂ ਹੈ। ਭਾਵ ਜਿਹੜਾ ਸੇਵਕ ਨਿਮਰਤਾ ਵਾਲਾ ਹੈ ਉਹਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਮਿਲਦੀ ਹੈ। ਨਿਰਹੰਕਾਰ ਜਿਨਹੁ ਮਨ ਨੀਵਾ। ਜਿਹਨੇ ਆਪਣੇ ਮਨ ਨੂੰ ਨੀਵਾ ਕਰਕੇ ਸਾਰੇ ਹੰਕਾਰ ਨੂੰ ਕੱਢਿਆ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਮਿਲਣੀ ਚਾਹੀਦੀ ਹੈ। ਸੇਵਾ ਵਿਖੈ ਨਿਪੁੰਨ ਜੋ ਹੋਏ। ਫਿਰ ਦੂਸਰੀ ਗੱਲ ਸੇਵਾ ਦੇ ਵਿੱਚ ਨਿਪੁੰਨ ਵੀ ਹੋਵੇ ਭਾਵ ਸਾਰੀ ਮਰਿਆਦਾ ਨੂੰ ਜਾਣਦਾ ਹੋਵੇ। ਕਰੀਏ ਹੈ ਇਹਾ ਸਥਾਪਨ ਸੋਏ। ਉਹਨਾਂ ਨੂੰ ਅਸੀਂ ਸਥਾਪਨਾ ਕਰੀਏ ਗ੍ਰੰਥੀ ਸਾਹਿਬ ਭਾਵ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗ੍ਰੰਥੀ ਸਾਹਿਬ ਕਿਹਨਾਂ ਨੂੰ ਸਥਾਪਨ ਕਰੀਏ ਮਹਾਰਾਜ ਜੀ ਵਿਚਾਰ ਕਰ ਰਿਹਾ ਕਿ ਅਸੀਂ ਉਹਨਾਂ ਨੂੰ ਸਥਾਪਨ ਕਰੀਏ ਜਿਨ੍ਹਾਂ ਦੇ ਮਨ 'ਚ ਨਿਮਰਤਾ ਹੈ ਜਿਹਦੇ ਵਿੱਚ ਕੋਈ ਹੰਕਾਰ ਨਹੀਂ ਹੈ। ਸੋ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਆ ਕਿ ਉਹਨਾਂ ਨੂੰ ਅਸੀਂ ਸਥਾਪਨ ਕਰਾਂਗੇ। ਸ਼੍ਰੀ ਨਾਨਕ ਕੋ ਦਰਸ਼ਨ ਕੀਨਾ। ਮਹਾਨ ਆਤਮਾ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਆਸ ਬੁੱਢਾ ਵਿੱਚ ਸੇਵ ਪ੍ਰਵੀਨਾ। ਇਹ ਜਿਹੜਾ ਸੇਵਾ ਵਿੱਚ ਬੜਾ ਸਿਆਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਜਿਨ੍ਹਾਂ ਨੇ ਦਰਸ਼ਨ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਸੇਵਾ ਵਿੱਚ ਰਹੇ ਐਸੇ ਜੋ ਬਾਬਾ ਬੁੱਢਾ ਸਾਹਿਬ ਜੀ ਹਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਚਾਰ ਕਰ ਰਹੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਤੇ ਜਿਨ੍ਹਾਂ ਦੀ ਸੇਵਾ ਦੇ ਵਿੱਚ ਵੀ ਬਹੁਤ ਜ਼ਿਆਦਾ ਉਹ ਪ੍ਰਵੀਨ ਆ ਸੇਵਾ ਵਿੱਚ ਸਿਆਣੇ ਨੇ ਉਹਨਾਂ ਨੂੰ ਅਸੀਂ ਆ ਸੇਵਾ ਬਖਸ਼ੀਏ। ਏਮ ਵਿਚਾਰ ਕਰ ਨਿੰਦਰਾ ਪਾਈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰ ਕਰਕੇ ਫਿਰ ਆਰਾਮ ਕੀਤਾ ਹੈ। ਜਾਗੇ ਜਾਮਨ ਜਾਮ ਰਹਾਈ। ਪਹਿਰ ਰਾਤ ਰਹਿੰਦੀ ਜਦੋਂ ਅੰਮ੍ਰਿਤ ਵੇਲਾ ਆ ਗਿਆ ਤਾਂ ਮਹਾਰਾਜ ਸਾਹਿਬ ਜੀ ਸਾਵਧਾਨ ਹੋ ਗਏ ਹਨ। ਬੁੱਢਾ ਫੁੱਲ ਗੁਰਦਾਸ ਸੁਜਾਗੇ। ਜਦੋਂ ਮਹਾਰਾਜ ਜੀ ਆਸਨ ਤੋਂ ਉੱਠ ਗਏ ਨੇ ਉਸੇ ਵਕਤ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਵੀ ਉੱਠ ਗਏ ਹਨ। ਸ਼੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਪ੍ਰੇਮ ਦੇ ਵਿੱਚ ਰੱਤੇ ਹੋਏ ਹਨ। ਸੌਚ ਰਾਮ ਸਰ ਕੀ ਇਸ਼ਨਾਨਾ। ਤੇ ਫਿਰ ਸਾਰਿਆਂ ਨੇ ਜੋ ਸੋਚ ਕਿਰਿਆ ਹੈ ਤੇ ਇਸ਼ਨਾਨ ਹੈ ਉਹ ਰਾਮਸਰ ਸਰੋਵਰ ਵਿਖੇ ਕੀਤੀ ਹੈ। ਬਦਰੀ ਤਰ ਬੈਠੇ ਕਰ ਧਿਆਨਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਦਰੀ ਭਾਵ ਦਰਖਤ ਦੇ ਥੱਲੇ ਬੈਠ ਕੇ ਮਹਾਰਾਜ ਆਪਣੇ ਨਿਜ ਸਰੂਪ ਦੇ ਵਿੱਚ ਲੀਨ ਹੋ ਗਏ ਸਮਾਧੀ ਵਿੱਚ ਚਲੇ ਗਏ। ਦਵੈ ਘਟ ਕਾ ਲਖ ਅੰਮ੍ਰਿਤ ਕਾਲਾ। ਜਦੋਂ 2 ਘੜੀਆਂ ਰਾਤ ਰਹਿੰਦੀਆਂ ਹਨ ਸ੍ਰੀ ਅਰਜਨ ਬਚ ਕਹਿਓ ਰਸਾਲਾ। ਉਸ ਸਮੇਂ ਰਸਦਾਇਕ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਹੇ ਹਨ। ਬੁੱਢਾ ਨਿਜ ਸਿਰ ਪਰ ਤਰ ਗ੍ਰੰਥ। ਇਹ ਬਾਬਾ ਬੁੱਢਾ ਸਾਹਿਬ ਜੀ ਆਪਣੇ ਸੀਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਨੂੰ ਰੱਖਣਾ ਕਰੋ। ਆਗੇ ਚਲੋ ਸੁਧਾਸਰ ਪੰਥ। ਸੁਧਾਸਰ ਭਾਵ ਅੰਮ੍ਰਿਤਸਰ ਸਰੋਵਰ ਵੱਲ ਜਿਹੜਾ ਮਾਰਗ ਹੈ ਉਹਦੇ ਉੱਤੇ ਅੱਗੇ ਚਲੋ। ਬਾਕਲ ਭਇਓ ਅਗਾਰੈ। ਮਾਨ ਬਾਕ ਲੈ ਭਇਓ ਅਗਾਰੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਿੱਤਰ ਬਚਨਾਂ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸੀਸ ਤੇ ਸੁਸ਼ੋਭਿਤ ਕੀਤਾ ਤੇ ਫਿਰ ਅੱਗੇ ਚੱਲੇ ਹਨ। ਚਮਰ ਗੁਰੂ ਅਰਜਨ ਕਰ ਧਾਰੇ। ਜੋ ਆਪ ਚਵਰ ਤਖਤ ਦੇ ਮਾਲਕ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਚੌਰ ਸਾਹਿਬ ਫੜ ਕੇ ਤੇ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਚੌਰ ਸਾਹਿਬ ਕਰ ਰਹੇ ਹਨ। ਸੰਖ ਅਨਕ ਲਗ ਦੰਦਬ ਬਾਜੇ। ਉਹ ਸਮੇਂ ਜਿਹੜੇ ਸੰਖ ਹੈਗੇ ਉਹ ਵੱਜ ਰਹੇ ਨੇ ਤੇ ਛੋਟੇ ਜਿਹੜੇ ਨਗਾਰੇ ਹੈ ਉਹ ਵੀ ਵੱਜ ਰਹੇ ਹਨ। ਜੈ ਜੈਕਾਰ ਉੱਚ ਸੁਰ ਗਾਜੇ। ਜੋ ਸੰਗਤ ਹੈ ਉੱਚੀ ਸੁਰ ਦੇ ਵਿੱਚ ਜੈ ਜੈਕਾਰ ਦੀ ਧੁਨੀਆਂ ਲਾ ਰਹੇ ਹਨ। ਜਿਵੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਨਗਰ ਕੀਰਤਨ ਜਾ ਰਿਹਾ ਹੈ ਤੇ ਸੰਗਤ ਜੈਕਾਰੇ ਗਜਾਉਂਦੇ ਨੇ
ਤੇ ਸੰਗਤ ਉਸ ਸਮੇਂ ਕੀਰਤਨ ਕਰਦੇ। ਇਵੇਂ ਸੰਗਤ ਜੋ ਹੈ ਜੈ ਜੈਕਾਰ ਦੀ ਧੁਨੀਆਂ ਲਾ ਰਹੇ ਉੱਚੀ ਸੁਰ ਦੇ ਵਿੱਚ। ਸੁੰਦਰ ਸ੍ਰੀ ਹਰਿ ਗੋਬਿੰਦ ਚੰਦ। ਬਾਬਾ ਬੁੱਢਾ ਸਾਹਿਬ ਜੀ ਨੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਹੈ। ਗੁਰੂ ਅਰਜਨ ਦੇਵ ਜੀ ਨੇ ਹੱਥ ਵਿੱਚ ਚੌਰ ਸਾਹਿਬ ਫੜਿਆ ਹੈ ਤੇ ਨਾਲ ਜੋ ਸੁੰਦਰ ਸਰੂਪ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੰਦਰਮਾ ਦੇ ਵਾਂਗ ਪ੍ਰਕਾਸ਼ਮਾਨ ਹੋ ਰਹੇ ਹਨ। ਸੰਗ ਚਲਤ ਹੋਏ ਸ਼ੋਭ ਬਿਲੰਦ। ਬਾਲ ਸਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਪਣੇ ਪਿਤਾ ਜੀ ਦੇ ਨਾਲ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸ਼ੋਭਾ ਪਾ ਰਹੇ ਹਨ, ਉਹ ਵੀ ਨਾਲ ਜਾ ਰਹੇ ਹਨ। ਹਰ ਮੰਦਰ ਮਹਿ ਜਾਏ ਪਹੁੰਚੇ। ਜਦੋਂ ਇਸ ਪ੍ਰਕਾਰ ਮਾਰਗ ਤੇ ਚੱਲਦੇ ਚੱਲਦੇ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ। ਰਾਗੀ ਰਾਗ ਕਰਤ ਸੁਰ ਉੱਚੇ। ਉਸ ਸਮੇਂ ਜਿਹੜੇ ਰਾਗੀ ਹਨ ਉਹ ਕੀਰਤਨ ਕਰ ਰਹੇ ਹਨ ਆਸਾ ਦੀ ਵਾਰ ਦਾ। ਮੰਜੀ ਸਹਿਤ ਗ੍ਰੰਥ ਤਹਿ ਥਾਪ। ਉਸ ਸਮੇਂ ਫਿਰ ਦਰਬਾਰ ਸਾਹਿਬ ਦੇ ਵਿਚਕਾਰਲੇ ਅਸਥਾਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਮੰਜੀ ਸਾਹਿਬ ਦੇ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਹੈ। ਬੈਠੇ ਨਿਕਟ ਗੁਰੂ ਤਬ ਆਪ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੋਈ ਆਪਣੇ ਵਾਸਤੇ ਕੋਈ ਵੱਖਰਾ ਤਖਤ ਤੇ ਨਹੀਂ ਬੈਠੇ। ਉਹ ਮਹਾਰਾਜ ਜੀ ਦੇ ਪਾਸ ਭਾਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਖਤਾਂ ਤੇ ਸ਼ੋਭਿਤ ਕਰਕੇ, ਮੰਜੀ ਸਾਹਿਬ ਤੇ ਸ਼ੋਭਿਤ ਕਰਕੇ ਤੇ ਆਪ ਮਹਾਰਾਜ ਜੀ ਨਿਕਟ ਭਾਵ ਨੇੜੇ ਬੈਠ ਗਏ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ। ਵਾਰ ਭੋਗ ਕੋ ਸੁਨ ਮਨ ਲਾਈ। ਆਸਾ ਦੀ ਵਾਰ ਦਾ ਜੋ ਕੀਰਤਨ ਹੈ ਉਹਦਾ ਭੋਗ ਸੁਣ ਕੇ ਸ੍ਰੀ ਅਰਜਨ ਪੁਨ ਗਿਰਾ ਅਲਾਈ। ਉਸ ਸਮੇਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕਹੇ ਹਨ। ਬੁੱਢਾ ਸਾਹਿਬ ਖੋਲੋ ਗ੍ਰੰਥ। ਇਹ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਲਿਓ ਆਵਾਜ਼ ਸੁਨਹਿ ਸਭ ਪੰਥ। ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਵਾਜ਼ਾਂ ਲਵੋ ਭਾਵ ਜੋ ਅਕਾਲ ਪੁਰਖ ਦਾ ਆਵਾਜ਼ ਹੈ। ਸੋ ਆਵਾਜ਼ ਪੁਰਾਣੇ ਗੁਰਸਿੱਖ ਹੁਕਮਨਾਮਾ ਸਾਹਿਬ ਨੂੰ ਆਵਾਜ਼ ਵੀ ਕਹਿੰਦੇ ਸੀ, ਆਵਾਜ਼ਾਂ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਸ਼ਰਧਾ ਧਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰੋ ਤੇ ਫਿਰ ਹੁਕਮਨਾਮਾ ਸਾਹਿਬ ਲਓ ਕਿ ਸਾਰਾ ਜਿਹੜਾ ਸਿੱਖ ਪੰਥ ਹੈ, ਸਾਰੀ ਜੋ ਕਾਇਨਾਤ ਹੈ ਉਹ ਸੁਣੇ। ਸੁਨ ਗੁਰ ਬਚਨ ਰੁਚਿਰ ਮਨ ਲਾਇਕ। ਮਨ ਨੂੰ ਭਾਉਣ ਵਾਲੇ ਜਿਹੜੇ ਸੁੰਦਰ ਬਚਨ ਗੁਰੂ ਸਾਹਿਬ ਜੀ ਦੇ ਸੁਣ ਕੇ ਸਤ ਬਾਕ ਮੁਖ ਜਲਜ ਅਲਾਇਕ। ਆਪਣੇ ਮੁਖਾਰ ਬਿੰਦ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਤ ਬਚਨ ਕਿਹਾ। ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਉਸ ਸਮੇਂ ਸਤਿਕਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ। ਲੈ ਆਵਾਜ਼ ਬੁੱਢਾ ਮੁਖ ਬੋਲਾ। ਬਾਬਾ ਬੁੱਢਾ ਸਾਹਿਬ ਨੇ ਉਸ ਵੇਲੇ ਜੋ ਪਹਿਲਾ ਹੁਕਮਨਾਮਾ ਸਾਹਿਬ ਆਇਆ ਹੈ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਉਚਾਰਨ ਕੀਤਾ। ਸੂਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਭਾਦਰੋਂ ਸੁਦੀਪ ਏਕਮ ਵਾਲੇ ਦਿਨ ਤੇ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਤਾਂ ਇਹ ਹੁਕਮਨਾਮਾ ਸਾਹਿਬ ਆਇਆ ਸੀ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਤੇ ਇਹ ਸ਼ਬਦ ਕਦੋਂ ਉਚਾਰਨ ਕੀਤਾ ਸੀ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਸੀ ਤਾਂ ਉਸ ਸਮੇਂ ਜਿਹੜੇ ਗੁਰਸਿੱਖ, ਜਿੱਥੇ ਹੁਣ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਨ ਹੈ ਤੇ ਉਸ ਸਥਾਨ ਤੇ ਗੁਰਸਿੱਖ ਸੇਵਾ ਕਰ ਰਹੇ, ਪਟਾਈ ਕਰ ਰਹੇ ਨੇ ਤੇ ਇੱਕ ਐਸਾ ਸਖਤ ਬੜਾ ਪੱਥਰ ਵਾਂਗ ਸਥਾਨ ਆ ਗਿਆ, ਜ਼ਮੀਨ ਆ ਗਈ ਤੇ ਗੁਰਸਿੱਖ ਜਿਹੜੇ ਹੈਗੇ ਆ ਬੜਾ ਕੋਸ਼ਿਸ਼ ਕਰਦੇ ਆ ਪਰ ਉਹ ਜਿਹੜੀ ਜ਼ਮੀਨ ਹੈ ਉਹ ਪੁੱਟੀ ਨਹੀਂ ਜਾਂਦੀ ਹੈ। ਤੇ ਬੜੇ ਕੋਸ਼ਿਸ਼ਾਂ ਤੋਂ ਬਾਅਦ ਮਹਾਰਾਜ ਜੀ ਕੋਲ ਆਉਂਦੇ ਆ ਤੇ ਮਹਾਰਾਜ ਨੂੰ ਬੇਨਤੀ ਕਰਦੇ ਆ ਤੇ ਮਹਾਰਾਜ ਜੀ ਕਹਿੰਦੇ ਕਿ ਅਗਲੇ ਸਵੇਰ ਫਿਰ ਅਸੀਂ ਸੇਵਾ ਦੁਬਾਰਾ ਆਰੰਭ ਕਰਾਂਗੇ, ਹੁਣ ਆਰਾਮ ਕਰੋ। ਅਗਲੇ ਸਵੇਰ ਜਦੋਂ ਗੁਰਸਿੱਖ ਉੱਠਦੇ ਆ ਕੀ ਦੇਖਦੇ ਆ ਕਿ ਇੱਕ ਪ੍ਰਕਾਸ਼ਵਾਨ ਜਿਹੜਾ ਸਰੂਪ ਹੈ ਉਹ ਮੋਢੀ ਹੋ ਕੇ ਸੇਵਾ ਕਰ ਰਿਹਾ ਆ ਤੇ ਉਹਦੇ ਆਲੇ ਦੁਆਲੇ ਬੜੇ ਪ੍ਰਕਾਸ਼ਵਾਨ ਜਿਹੜੇ ਹੋਰ ਭਗਤ ਸਰੂਪ ਆ ਉਹ ਸਾਰੇ ਖੜੇ ਹੋ ਕੇ ਸੇਵਾ ਕਰ ਰਹੇ ਤੇ ਬੜੀ ਤੇਜ਼ੀ ਦੇ ਨਾਲ ਉਹ ਜਿਹੜਾ ਸਖਤ ਜ਼ਮੀਨ ਆ ਉਹਦੀ ਪਟਾਈ ਕਰ ਰਹੇ। ਤੇ ਉਹ ਸਮੇਂ ਜਦੋਂ ਮਹਾਰਾਜ ਨੂੰ ਦੱਸਿਆ ਤੇ ਮਹਾਰਾਜ ਉਸ ਅਸਥਾਨ ਤੇ ਗਏ ਜਿੱਥੇ ਹੁਣ ਦਰਸ਼ਨੀ ਦਿਉੜੀ ਹੈ। ਤੇ ਉਸ ਨੂੰ ਦਰਸ਼ਨੀ ਦਿਉੜੀ ਕਿਉਂ ਕਹਿੰਦੇ ਨੇ ਕਿਉਂਕਿ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਖੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ ਸੀ ਕਿ ਉਹ ਸਮੇਂ ਵਾਹਿਗੁਰੂ ਅਕਾਲ ਪੁਰਖ ਨੇ ਜੋ ਨਿਰਗੁਣ ਸਰੂਪ ਹੈ ਉਸ ਸਮੇਂ ਇੱਕ ਸਰੂਪ ਧਾਰ ਕੇ ਮਹਾਰਾਜ ਅਕਾਲ ਪੁਰਖ ਨੇ ਆਪ ਉਹ ਜਿਹੜੀ ਸੇਵਾ ਹੈ ਉਹ ਸੰਪੂਰਨ ਕਰਵਾਈ ਸੀ। ਜਿਹੜੀ ਜ਼ਮੀਨ ਸੀ ਉਹ ਪੁੱਟੀ ਨਹੀਂ ਸੀ ਜਾਂਦੀ ਤੇ ਉਸ ਸਮੇਂ ਵਾਹਿਗੁਰੂ ਨੇ ਆਪ ਆ ਕੇ ਉਸ ਜਿਹੜੀ ਜ਼ਮੀਨ ਹੈ ਉਹਦੀ ਪਟਾਈ ਕੀਤੀ ਹੈ।
ਤੇ ਜੋ 33 ਕਰੋੜ ਦੇਵਤੇ ਆ ਉਹਨਾਂ ਨੇ ਵੀ ਸਰੂਪ ਧਾਰ ਕੇ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ। ਤੇ ਜਿਹੜੇ ਭਗਤ ਹੈਗੇ ਨੇ ਜਾਂ ਸੱਚਖੰਡ ਦੇ ਵਿੱਚ ਜਾਂ ਜਿਹੜੇ ਸ਼ਲੋਕ ਸਮੀਪ ਸਰੂਪ ਸਿਉਜ ਮੁਕਤੀਆਂ ਵਾਲੇ ਭਗਤ ਹੈਗੇ ਨੇ, ਉਹ ਇਕੱਠੇ ਹੋ ਕੇ ਉਹਨਾਂ ਨੇ ਸਰੂਪ ਧਾਰ ਕੇ ਉਹਨਾਂ ਨੇ ਆ ਕੇ ਦਰਬਾਰ ਸਾਹਿਬ ਦੀ ਸੇਵਾ ਕੀਤੀ। ਤੇ ਜਦੋਂ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਰੂਪ ਧਾਰ ਕੇ ਤੇ ਉਹ ਜ਼ਮੀਨ ਦੀ ਪਟਾਈ ਕੀਤੀ ਉਸ ਵਕਤ, ਫਿਰ ਉੱਥੇ ਦਸ਼ਨੀ ਦਿਓੜੀ ਵਾਲੇ ਸਥਾਨ ਤੇ ਖੜ ਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਉਹ ਸਥਾਨ ਨੂੰ ਅੱਜ ਤੱਕ ਹਰ ਕੀ ਪੌੜੀ ਕਹਿੰਦੇ ਆ, ਜਿੱਥੇ ਹਰੀ ਅਕਾਲ ਪੁਰਖ ਨੇ ਆਪ ਜਿਹੜਾ ਉਹ ਜ਼ਮੀਨ ਹੈ ਜਿਹੜੀ ਪਟਾਈ ਨਹੀਂ ਸੀ ਜਾਂਦੀ, ਵਾਹਿਗੁਰੂ ਨੇ ਆਪ ਉਸ ਦੀ ਪਟਾਈ ਕੀਤੀ। ਫਿਰ ਉੱਥੇ ਫਿਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਜੋ ਨੀਂਹ ਪੱਥਰ ਹੈ ਦਰਬਾਰ ਸਾਹਿਬ ਦਾ ਉਹ ਫਿਰ ਰੱਖਿਆ ਸੀ। ਸੋ ਉਹ ਜਿਹੜਾ ਸ਼ਬਦ ਪਹਿਲਾ ਹੁਕਮਨਾਮਾ ਸਾਹਿਬ ਆਇਆ, ਦੁਬਾਰਾ ਪੜੋ ਜੀ। ਸੂਈ ਮਹਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ। ਸੰਤਾਂ ਕੇ ਕਾਰਜ ਮਹਾਪੁਰਸ਼ਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਪੁਰਸ਼ਾਂ ਨੇ ਇੱਥੇ ਸੰਤਾਂ ਦਾ ਅਰਥ ਕੀਤਾ ਹੈ ਜੋ ਸ਼ਾਂਤ ਚਿੱਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ। ਉਹਨਾਂ ਦਾ ਕਾਰਜ ਭਾਵ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਪਟਾਈ ਹੈ ਕਿ ਆਪ ਅਕਾਲ ਪੁਰਖ ਜੋ ਹੈ ਸੰਤਾ ਕੇ ਕਾਰਜ ਗੁਰੂ ਰਾਮਦਾਸ ਜੀ ਮਹਾਰਾਜ ਭਾਵ ਸ਼ਾਂਤ ਆਤਮਾ ਸ਼ਾਂਤ ਚਿੱਤ ਗੁਰੂ ਰਾਮਦਾਸ ਜੀ ਮਹਾਰਾਜ ਦੇ ਕਾਰਜ ਨੂੰ ਸੰਪੂਰਨ ਕਰਨ ਵਾਸਤੇ ਆਪ ਵਾਹਿਗੁਰੂ ਇੱਥੇ ਆ ਕੇ ਖੜਾ ਹੋਇਆ ਹੈ। ਹਰ ਕੰਮ ਕਰਾਵਣ ਆਇਆ ਰਾਮ। ਵਾਹਿਗੁਰੂ ਆਪ ਹੀ ਜਿਹੜਾ ਕੰਮ ਹੈ ਕਰਾਉਣ ਵਾਸਤੇ ਆਇਆ ਹੈ। ਧਰਤ ਸੁਹਾਵੀ ਤਾਲ ਸੁਹਾਵਾ। ਉਹ ਜਿਹੜੀ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਉਹ ਵੀ ਸੋਭਨੀਕ ਹੈ, ਜਿਹੜਾ ਤਾਲ ਸਰੋਵਰ ਹੈ ਉਹ ਵੀ ਸੋਭਨੀਕ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹਦੇ ਵਿੱਚ ਜਿਹੜਾ ਅੰਮ੍ਰਿਤ ਜਲ ਉਹ ਫੈਲ ਰਿਹਾ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਜਲ ਫੈਲ ਰਿਹਾ ਹੈ, ਪੂਰਨ ਸਾਜ ਕਰਾਇਆ। ਜਿੰਨਾ ਵੀ ਸਾਜ਼ੋ ਸਮਾਨ ਭਾਵ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪ ਮਿਹਰ ਕਰਕੇ ਉਸ ਦੀ ਪਟਾਈ ਕੀਤੀ ਹੈ। ਆਪ ਉਹ ਸਥਾਨ ਬਣਾਇਆ ਜਿੱਥੇ ਮਹਾਰਾਜ ਨੇ ਨੀਂਹ ਰੱਖਣਾ ਹੈ। ਸਗਲ ਮਨੋਰਥ ਪੂਰੇ। ਜਿੰਨੇ ਵੀ ਮਨੋਰਥ ਸੀ ਉਹ ਸਾਰੇ ਪੂਰੇ ਹੋ ਗਏ ਹਨ। ਜੈ ਜੈਕਾਰ ਭਇਆ ਜਗ ਅੰਤਰ। ਵਾਹਿਗੁਰੂ ਦੇ ਆਉਣ ਦੇ ਨਾਲ ਜੈ ਜੈਕਾਰ ਸਾਰੇ ਜਗਤ ਦੇ ਵਿੱਚ ਹੋ ਗਿਆ ਹੈ। ਲਾਥੇ ਸਗਲ ਵਿਸੂਰੇ। ਜਿੰਨੇ ਵੀ ਝੋਰੇ ਸੀ ਉਹ ਸਾਰੇ ਲੱਥ ਗਏ ਹਨ। ਪੂਰਨ ਪੁਰਖ ਅਚਤ ਅਵਿਨਾਸੀ। ਜੋ ਪੂਰਨ ਹੈ, ਪੂਰਨ ਪੁਰਖ ਅਚੁੱਤ, ਜੋ ਚੁੱਤ ਹੈ, ਜੋ ਅਗਿੜ ਹੈ ਤੇ ਅਬਿਨਾਸੀ, ਜੋ ਨਾਸ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ। ਜਸ ਵੇਦ ਪੁਰਾਣੀ ਗਾਇਆ। ਉਹ ਵਾਹਿਗੁਰੂ ਜੋ ਵੇਦ ਪੁਰਾਣ ਵੀ ਉਸ ਦਾ ਜਸ ਗਾ ਰਹੇ ਹਨ। ਆਪਣਾ ਬਿਰਦ ਰਖਿਆ ਪਰਮੇਸ਼ਰ। ਆਪਣਾ ਜਿਹੜਾ ਬਿਰਦ ਧਰਮ ਵਾਹਿਗੁਰੂ ਨੇ ਆਪ ਰੱਖਿਆ ਹੈ। ਨਾਨਕ ਨਾਮ ਤੇ ਆਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਨਾਮ ਧਿਆਉਣਾ ਕੀਤਾ ਹੈ। ਸੋ ਇਸ ਪ੍ਰਕਾਰ ਇਹ ਬਾਹਰ ਦੇ ਅਰਥ ਆ ਤੇ ਜਿਹੜੇ ਫਿਰ ਅੰਤਰੀਵ ਅਰਥ ਉਹ ਮਹਾਪੁਰਸ਼ ਕਰਦੇ ਸੀ, ਪਰ ਸਮੇਂ ਦੇ ਘਾਟ ਕਰਕੇ ਉਹ ਅਸੀਂ ਨਹੀਂ ਕਰਦੇ। ਉਹ ਆਪ ਜੀ ਸਰਵਨ ਕਰ ਸਕਦੇ ਹਾਂ ਮਹਾਪੁਰਸ਼ਾਂ ਦੀ ਕਥਾ ਦੇ ਵਿੱਚ ਜੋ ਬਾਹਰ ਦੇ ਅਰਥ ਇਸ ਪ੍ਰਕਾਰ ਹਨ। ਸੋ ਇਹ ਪਹਿਲੀ ਪੌੜੀ ਹੈ ਤੇ ਇਹ 4 ਪੌੜੀਆਂ ਵਾਲਾ ਸ਼ੰਤ ਹੈ। ਉਹ ਸਾਰਾ ਜਿਹੜਾ ਸ਼ੰਤ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਸਮੇਂ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਉਚਾਰਨ ਕੀਤਾ ਸੀ। ਚੌਪਈ ਸੁਨ ਸਭੂ ਤਬ ਸੀਸ ਨਵਾਇਓ। ਹੁਕਮਨਾਮਾ ਸੁਣ ਕੇ ਸਾਰਿਆਂ ਨੇ ਫਿਰ ਆਪਣਾ ਸੀਸ ਨਿਵਾਇਆ। ਦੀਨ ਬੰਦ ਪ੍ਰਭ 3 ਲੱਖ ਪਾਇਓ। ਇਹ ਜਾਣਨਾ ਕੀਤਾ ਹੈ ਕਿ ਵਾਹਿਗੁਰੂ ਦੀਨ ਬੰਧੂ ਹੈ ਭਾਵ ਗਰੀਬਾਂ ਦੇ ਸਹਾਇਕ ਹਨ। ਸ੍ਰੀ ਗੁਰ ਕਰਤੇ ਚਮਰ ਫਿਰੰਤਾ। ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥ ਦੇ ਵਿੱਚ ਚੌਰ ਸਾਹਿਬ ਲੈ ਕੇ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਕੀਤਾ ਹੈ। ਬੁੱਢਾ ਜਪ ਜੀ ਪਾਠ ਕਰੰਤਾ। ਉਸ ਸਮੇਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਤੇ ਇਹ ਜੋ ਮਰਿਆਦਾ ਹੈ ਜੋ ਮਹਾਪੁਰਸ਼ਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੀ ਗੁਰਬਾਣੀ ਪਾਠ ਦਰਪਨ ਵਿੱਚ ਵੀ ਲਿਖਿਆ ਹੈ ਕਿ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਤੇ ਉਸ ਤੋਂ ਉਪਰੰਤ ਜ਼ਰੂਰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਜੇ ਸਮਾਂ ਦਾ ਘਾਟ ਹੈ ਤਾਂ ਘੱਟ ਤੋਂ ਘੱਟ 5 ਪੌੜੀਆਂ ਤੇ ਸ਼ਲੋਕ ਪੜ੍ਹ ਲੈਣਾ ਚਾਹੀਦਾ ਹੈ। ਪਰ ਇਹ ਮਰਿਆਦਾ ਕਿੱਥੋਂ ਆਈ ਹੈ? ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਤੋਰੀ ਹੈ।
ਤੇ ਉਸ ਸਮੇਂ ਹੁਕਮਨਾਮਾ ਸਾਹਿਬ ਲੈ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ। ਸੰਗਤ ਧੰਨ ਧੰਨ ਸੁਣ ਕਹੈ, ਸੁਣ ਕੇ ਸਾਰੀ ਸੰਗਤ ਧੰਨ 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 ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਇਸ ਪ੍ਰਕਾਰ ਧੰਨ ਧੰਨ ਕਹਿ ਰਹੀ ਹੈ ਸਾਰੀ ਸੰਗਤ। ਅਧਿਕ ਆਨੰਦ ਪ੍ਰੇਮ ਤੇ ਲਹੈ, ਇਸ ਪ੍ਰਕਾਰ ਬਹੁਤ ਜ਼ਿਆਦਾ ਪ੍ਰੇਮ ਦੇ ਵਿੱਚ ਆ ਕੇ ਉਹ ਆਨੰਦ ਲੈ ਰਹੇ ਹਨ ਬਾਣੀ ਦੀ, ਜੋ ਪਵਿੱਤਰ ਗੁਰਬਾਣੀ ਦਾ ਉਚਾਰਨ ਹੋ ਰਿਹਾ ਉਹਨੂੰ ਸੁਣ ਕੇ ਬੜੇ ਆਨੰਦ ਵਿੱਚ ਹੋ ਰਹੀ ਹੈ ਸੰਗਤ। ਜਪਜੀ ਭੋਗ ਪਾਏ ਜੈਕਾਰਾ, ਜਦੋਂ ਜਪਜੀ ਸਾਹਿਬ ਜੀ ਦਾ ਭੋਗ ਪਿਆ ਉਸ ਸਮੇਂ ਜਕਾਰਾ ਹੋਇਆ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦਾ ਜਕਾਰਾ ਜਿਹੜਾ ਹੈਗਾ ਉਸ ਸਮੇਂ ਹੋਇਆ। ਸੀਸ ਨਿਵਾਵਤ ਸਭਨ ਉਚਾਰਾ, ਸੀਸ ਨੂੰ ਨਿਵਾ ਕੇ ਸਾਰਿਆਂ ਨੇ ਉਹ ਜਕਾਰਾ ਦਾ ਜਿਹੜਾ ਉਚਾਰਨ ਕੀਤਾ, ਸਾਰਿਆਂ ਨੇ ਇਕੱਠੇ ਹੋ ਕੇ ਜਕਾਰੇ ਦਾ ਉਚਾਰਨ ਕੀਤਾ ਹੈ। ਆਤਿ ਆਨੰਦ ਸ੍ਰੀ ਅਰਜਨ ਨਾਥ, ਮਾਲਕ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬੜੇ ਆਨੰਦ ਦੇ ਸਰੂਪ ਵਿੱਚ ਹਨ। ਭਈ ਕਰਤਾਰਥ ਮਾਨਸ ਨਾਥ, ਕ੍ਰਿਤ ਕ੍ਰਿਤ ਮੰਨ ਕੇ ਉਹ ਸਾਰਾ ਸਫਲ ਮੰਨਿਆ ਹੈ ਕਿ ਜੋ ਕਾਰਜ ਆਰੰਭ ਕੀਤਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਉਹ ਸਾਰਾ ਸੰਪੂਰਨ ਹੋ ਗਿਆ ਹੈ। ਆਦਿਕ ਪ੍ਰੇਮ ਤੇ ਗਦ ਅਗਾਰੀ, ਆਦਿਕ ਪ੍ਰੇਮ ਤੇ ਗਦ ਗਦ ਹੋਏ। ਸੋ ਆਦਿਕ ਪ੍ਰੇਮ ਤੇ ਬੜੇ ਪ੍ਰੇਮ ਵਿੱਚ ਆ ਕੇ ਸਾਰੀ ਸੰਗਤ ਜੋ ਹੈ ਉਹ ਗੁਣ ਗਾ ਰਹੇ ਨੇ, ਤੇ ਇੱਥੇ ਤੱਕ ਪ੍ਰੇਮ ਦੇ ਜਾ ਕੇ ਗਲੇ ਰੁਕ ਗਏ ਨੇ। ਬੜੇ ਪ੍ਰੇਮ ਵਿੱਚ ਆ ਗਈ ਹੈ ਸਾਰੀ ਸੰਗਤ। ਗੁਣ ਗਾਨ ਸ਼੍ਰੀ ਪਰਮੇਸ਼ਰ ਜੋਏ, ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਕੇ ਸਾਰੇ ਗਦ ਗਦ ਹੋ ਰਹੇ ਨੇ, ਗਲੇ ਰੁਕ ਰਹੇ ਨੇ। ਬੜੇ ਵਿਰਾਗ ਦੀ ਅਵਸਥਾ ਚਾਰੀ ਹੈ ਸੰਗਤ। ਹਰ ਮੰਦਰ ਤੇ ਨਿਕਸ ਅਗਾਰੀ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਕੀਰਤ ਬਹੁ ਭਾਂਤ ਉਚਾਰੀ, ਵਾਹਿਗੁਰੂ ਦੀ ਕੀਰਤੀ ਜੋ ਹੈ ਸਾਰੀ ਸੰਗਤ ਨੇ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਸੇਜਾ ਸ਼ੇਸ਼ ਬਿਕੁੰਠ ਮਹਾਨਾ, ਇਹ ਹੁਣ ਮਹਾਰਾਜ ਤੇ ਸੰਗਤ ਕੀ ਬਚਨ ਕਰ ਰਹੇ ਨੇ ਕਿ ਦੁਨੀਆ ਦੇ ਵਿੱਚ ਲੋਕ ਕਹਿੰਦੇ ਆ ਕਿ ਆਹ ਸਥਾਨ ਮਹਾਨ ਹੈ, ਜੇ ਇਹ ਅਸਥਾਨ ਮਹਾਨ ਹੈ। ਕੋਈ ਕਹਿੰਦਾ ਹੈ ਕਿ ਜਿਹੜਾ ਸ਼ੇਸ਼ਨਾਗ ਹੈ ਉਹਦੀ ਜਿਹੜੀ ਸੇਜਾ ਆਸਣ ਹੈ ਉਹ ਮਹਾਨ ਹੈ। ਕੋਈ ਕਹਿੰਦਾ ਵਿਸ਼ਨੂੰ ਦਾ ਜਿਹੜਾ ਬਕੁੰਠ ਹੈ ਉਹ ਮਹਾਨ ਹੈ। ਬ੍ਰਹਮ ਲੋਕ ਸ਼ਿਵ ਲੋਕ ਸਥਾਨਾ, ਕੋਈ ਕਹਿੰਦਾ ਕਿ ਜਿਹੜਾ ਬ੍ਰਹਮਾ ਦਾ ਲੋਕ ਹੈ ਉਹ ਬਹੁਤ ਮਹਾਨ ਹੈ। ਕੋਈ ਕਹਿੰਦਾ ਕਿ ਜਿਹੜਾ ਸ਼ਿਵ ਦਾ ਲੋਕ ਭਾਵ ਕੈਲਾਸ਼ ਪਰਬਤ ਹੈ ਉਹ ਬੜਾ ਮਹਾਨ ਹੈ। ਸ਼ਵੇਤ ਦੀਪ ਤਜ ਲੋਕਾ ਲੋਕਾ, ਕੋਈ ਕਹਿੰਦਾ ਜਿਹੜਾ ਸ਼ਵੇਤ ਦੀਪ ਆ ਇਹ ਬਹੁਤ ਮਹਾਨ ਆ, ਤੇ ਕੋਈ ਕਹਿੰਦਾ ਜਿਹੜਾ ਲੋਕਾ ਲੋਕ ਪਰਬਤ ਆ ਇਹ ਬਹੁਤ ਮਹਾਨ ਹੈ। ਪੁਰੀ ਅਯੁੱਧਿਆ ਆਦ ਅਸ਼ੋਕਾ, ਜਿਹੜਾ ਅਸ਼ੋਕ ਸ਼ੋਕ ਤੋਂ ਰਹਿਤ ਜਿਹੜਾ ਅਯੁੱਧਿਆ ਜਿੱਥੇ ਰਾਮ ਜੀ ਰਹਿੰਦੇ ਸੀ, ਕੋਈ ਕਹਿੰਦਾ ਇਹ ਬੜਾ ਮਹਾਨ ਸਥਾਨ ਹੈ। ਪੁੰਨ ਦਵਾਰਿਕਾ ਆਦਿਕ ਥਾਨ, ਕੋਈ ਕਹਿੰਦਾ ਜਿਹੜਾ ਦਵਾਰਕਾ ਹੈ ਇਹ ਬੜਾ ਮਹਾਨ ਸਥਾਨ ਹੈ। ਸਭ ਕੋ ਤਜ ਕਰ ਸ੍ਰੀ ਭਗਵਾਨ, ਪਰ ਸੰਗਤ ਕਹਿੰਦੀ ਆ ਕਿ ਮਹਾਰਾਜ ਜੀ ਐਵੇਂ ਲੱਗਦਾ ਕਿ ਸਾਰੇ ਸਥਾਨਾਂ ਨੂੰ ਛੱਡ ਕੇ ਅਕਾਲ ਪੁਰਖ ਇੱਥੇ ਆ ਕੇ ਹੀ ਵਸ ਗਏ ਆ। ਇੱਥੇ ਪ੍ਰਤੱਖ ਸਰੂਪ ਵਿੱਚ ਅਕਾਲ ਪੁਰਖ ਵਸ ਗਏ ਹਨ। ਸ੍ਰੀ ਗੁਰੂ ਰਾਮਦਾਸ ਦਰਬਾਰਾ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਿੱਤਰ ਦਰਬਾਰ ਦੇ ਵਿੱਚ ਆਨ ਬਸੇ ਇਸ ਥਾਨ ਉਦਾਰਾ, ਕਿ ਵਾਹਿਗੁਰੂ ਆਪ ਪ੍ਰਤੱਖ ਸਰੂਪ ਹੋ ਕੇ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਹੋ ਕੇ ਤੇ ਪ੍ਰਕਾਸ਼ਮਾਨ ਹੋ ਗਏ ਆ। ਤੇ ਇਸ ਪ੍ਰਕਾਰ ਕਲੀ ਕਾਲ ਮਹਿ ਇਸੀ ਸਮਾਨ, ਜਿਵੇਂ ਪਿੱਛੇ ਦੱਸਿਆ ਨਾ, ਕੋਈ ਕਹਿੰਦਾ ਬ੍ਰਹਮ ਲੋਕ ਵਧੀਆ, ਕੋਈ ਕਹਿੰਦਾ ਵਿਸ਼ਨੂੰ ਦਾ ਲੋਕ ਵਧੀਆ, ਕੋਈ ਕਹਿੰਦਾ ਕਿ ਸ਼ਿਵ ਜੀ ਦਾ ਲੋਕ ਵਧੀਆ। ਪਰ ਗੁਰਸਿੱਖ ਤੇ ਉਸ ਸਮੇਂ ਉਚਾਰਨ ਕਰਦੇ ਆ ਤੇ ਮਹਾਰਾਜ ਜੀ ਤੇ ਕੀ ਉਸ ਸਮੇਂ ਕਹਿੰਦੇ ਕਲੀ ਕਾਲ ਮਹਿ ਇਸੀ ਸਮਾਨ, ਕਿ ਕਲ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਮਾਨ ਨਾਹੇ ਨਾਨ ਸਥਾਨ ਮਹਾਨ, ਕਿ ਕੋਈ ਵੀ ਜਿਹੜੀ ਅਸਥਾਨ ਹੈ ਨਾ ਇਸ ਦੇ ਬਰਾਬਰ ਨਹੀਂ ਹੈ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ, ਨਾ ਹੀ ਤਾਂ ਆਨ ਸਥਾਨ ਮਹਾਨ ਹੈ। ਸਭ ਤੋਂ ਮਹਾਨ ਸਥਾਨ ਹੈ ਸ੍ਰੀ ਦਰਬਾਰ ਸਾਹਿਬ। ਤੀਨ ਲੋਕ ਪਤ ਜਹਾਂ ਬਿਰਾਜੇ, ਜਿੱਥੇ ਤਿੰਨਾਂ ਲੋਕਾਂ ਦੇ ਪਤੀ ਮਾਲਕ ਭਾਵ ਵਾਹਿਗੁਰੂ ਆਪ ਸਰੂਪ ਧਾਰ ਕੇ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਆਪ ਵਾਹਿਗੁਰੂ ਨੇ ਇੱਥੇ ਬਿਰਾਜਮਾਨ ਹੋ ਗਿਆ ਦਰਬਾਰ ਸਾਹਿਬ ਦੇ ਵਿੱਚ। ਭੋਗਵਤੀ ਸੁਰਪੁਰ ਪਿਖ ਲਾਜੇ, ਜਿਹੜੇ ਨਾਗਾ ਦੀਆਂ ਜਿਹੜੀਆਂ ਪਤਾਲਾਂ ਦੇ ਵਿੱਚ ਜਿਹੜੇ ਪੂਰੀਆਂ ਆ, ਕੋਈ ਕਹਿੰਦੇ ਉਹ ਬਹੁਤ ਸੁੰਦਰ ਆ ਕਿ ਉਹਦੇ ਕੋਈ ਸਮਾਨ ਹੀ ਨਹੀਂ ਕਰ ਸਕਦਾ। ਤੇ ਮਹਾਰਾਜ ਜੀ ਕਹਿੰਦੇ ਕਿ ਜਿਹੜੇ ਭੋਗਵਤੀ ਆ ਤੇ ਸੁਰਪੁਰ ਆ ਉਹ ਵੀ ਸ਼ਰਮਸ਼ਾਰ ਹੁੰਦੇ ਆ ਦਰਬਾਰ ਸਾਹਿਬ ਦੀ ਸ਼ੋਭਾ ਦੇਖ ਕੇ, ਕਿ ਇਹਦੀ ਸ਼ੋਭਾ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ, ਕਿ ਇਸ ਤੋਂ ਮਹਾਨ ਕੋਈ ਅਸਥਾਨ ਹੀ ਨਹੀਂ ਹੈ।
ਕਲੀ ਕਾਲ ਮੈਂ ਇਸੀ ਸਮਾਨ ਨਾਹੀ ਤਾਂ ਆਨ ਸਥਾਨ ਮਹਾਨ। ਇਹ ਸਭ ਤੋਂ ਮਹਾਨ ਸਥਾਨ ਹੈ। ਸਭ ਸਥਾਨ ਕੀ ਸ਼੍ਰੀ ਚਲ ਆਈ। ਜੋ ਲక్ష్ਮੀ ਹੈ, ਜੋ ਮਾਇਆ ਹੈ, ਉਹ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਹਿੰਦੀ ਹੈ ਸਾਰੀ। ਆਨ ਵਸੀ ਸ੍ਰੀ ਗੁਰ ਸ਼ਰਨਾਈ। ਜਿੰਨੀ ਵੀ ਦੁਨੀਆ ਦੀ ਮਾਇਆ ਹੈ ਨਾ, ਸਾਰੇ ਆ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ ਢਹਿ ਗਈ ਹੈ। ਧੰਨ ਧੰਨ ਸ੍ਰੀ ਗੁਰ ਦਰਬਾਰਾ। ਸਾਰੀ ਸੰਗਤ ਕਹਿੰਦੀ ਹੈ ਕਿ ਧੰਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਦਰਬਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰਬਾਰ। ਪਈਤ ਜਾਂ ਪਦਾਰਥ ਚਾਰਾ। ਇਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਿੱਤਰ ਦਰਬਾਰ। ਧੰਨ ਹੈ ਜਿੱਥੇ ਸਾਰੇ ਚਾਰ ਪਦਾਰਥ ਮਿਲ ਜਾਂਦੇ ਹਨ। ਧਰਮ, ਅਰਥ, ਕਾਮ, ਮੋਖ ਸਾਰੇ ਪ੍ਰਾਪਤ ਹੋ ਜਾਂਦੇ ਹਨ। ਏ ਮੋਤ ਸਾਹਤ ਦਿਵਸ ਬਿਤਾਇਓ। ਇਹ ਸਾਰੀ ਸੰਗਤ ਨੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਕੇ ਬੜੇ ਉਤਸ਼ਾਹ ਦੇ ਨਾਲ ਸਾਰਾ ਦਿਨ ਬਿਤਾਇਆ ਹੈ। ਸੰਧਿਆ ਭਈ ਤਰਨ ਸਤਾਇਓ। ਸੰਧਿਆ ਕਾਲ ਆ ਗਈ ਹੈ ਤੇ ਜਿਹੜਾ ਸੂਰਜ ਹੈ ਉਹ ਛਿਪ ਗਿਆ ਹੈ। ਬੁੱਢੇ ਬੂਝਨ ਨੀਕ ਸਤਬੈ। ਉਸ ਸਮੇਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਜਦੋਂ ਸੰਧਿਆ ਸਮੇਂ ਜਦੋਂ ਸੂਰਜ ਛਿਪ ਗਿਆ ਹੈ, ਗ੍ਰੰਥ ਰਹਿ ਕਿਤ ਨਿਸਮੈ ਅਬੈ। ਕਿ ਸਤਿਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸਰੂਪ ਹੈ ਉਹ ਰਾਤ ਸਮੇਂ ਅਸੀਂ ਕਿੱਥੇ ਸਥਾਪਿਤ ਕਰਨਾ ਹੈ। ਜਹਾਂ ਆਪ ਕੀ ਆਇਸ ਹੋਏ। ਮਹਾਰਾਜ ਜੀ ਜਿੱਥੇ ਵੀ ਆਪ ਜੀ ਦੀ ਆਗਿਆ ਹੈ, ਕਰੈ ਸਿੱਖ ਮਿਰਜ਼ਾਦਾ ਸੋਏ। ਸਿੱਖ ਉਹੀ ਮਰਿਆਦਾ ਰੱਖਣਗੇ। ਮਹਾਰਾਜ ਜੀ ਆਪ ਜੀ ਹੁਕਮ ਕਰੋ ਕਿ ਮਹਾਰਾਜ ਜੀ ਦਾ ਸੁਖਾਸਨ, ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਿੱਥੇ ਕਰਨਾ ਹੈ। ਸ੍ਰੀ ਗੁਰ ਕਹਿਓ ਪ੍ਰਭੂ ਦਰਬਾਰਾ। ਉਸ ਸਮੇਂ ਮਹਾਰਾਜ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਪ੍ਰਭੂ ਦਾ ਦਰਬਾਰ, ਇਹ ਕਾਲ ਪੁਰਖ ਦਾ ਦਰਬਾਰ ਹੈ ਸ੍ਰੀ ਹਰਿਮੰਦਰ ਸਾਹਿਬ। ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਦਾ ਅਵਤਾਰ, ਭਾਵ ਇਹ ਪ੍ਰਤੱਖ ਵਾਹਿਗੁਰੂ ਦੇ ਸਰੂਪ ਨੇ। ਪੀੜ ਜਾਮ ਜਾਮਨ ਜਬ ਜਾਏ। ਜਦੋਂ ਡੇਢ ਪੈਰ ਰਾਤ ਚਲੀ ਜਾਵੇ, ਪਠਹਿ ਸੋਹਿਲਾ ਕੀਰਤਨ ਗਾਏ। ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕਰਦੇ ਕਿ ਜਦੋਂ ਡੇਢ ਪੈਰ ਰਾਤ ਚਲੀ ਜਾਵੇ, ਉਹ ਸਮੇਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਦੇ ਨਾਲ ਸੁਖਾਸਨ ਕਰਨਾ ਤੇ ਸੋਹਿਲਾ ਸਾਹਿਬ ਜੀ ਦਾ ਪਾਠ ਜੋ ਹੈ ਉਹ ਪੜ੍ਹਨਾ ਹੈ। ਬਹਰੋ ਲੈ ਜਾਵੋ ਅਸਵਾਰਾ। ਮਹਾਰਾਜ ਜੀ ਦੇ ਕਮਰ ਕੱਸੇ ਸਜਾ ਕੇ ਫਿਰ ਪ੍ਰੇਮ ਦੇ ਨਾਲ ਮਹਾਰਾਜ ਨੂੰ ਸੀਸ ਤੇ ਰੱਖ ਕੇ ਤੇ ਮਹਾਰਾਜ ਦਾ ਸਵਾਰਾ ਲੈ ਕੇ ਜਾਣਾ ਹੈ। ਜਿਸੀ ਕੋਠੜੀ ਰਹਿਣ ਹਮਾਰਾ। ਇਹ ਕੋਠੜੀ ਜਿੱਥੇ ਅਸੀਂ ਰਹਿੰਦੇ ਹਾਂ। ਸੋ ਇਹ ਜਿਹੜਾ ਕੋਠੜੀ ਹੈ, ਭਾਵ ਜੋ ਅੱਜ ਨਾਮ ਅਸੀਂ ਸ੍ਰੀ ਕੋਠਾ ਸਾਹਿਬ ਲੈਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ, ਤੇ ਮਹਾਂਪੁਰਸ਼ਾਂ ਨੇ ਕਥਾ 'ਚ ਦੱਸਿਆ ਹੈ ਕਿ ਪੁਰਾਣੇ ਵੀ ਨਾਮ ਸੀ ਕਿ ਕੋਈ ਗ੍ਰੰਥਾਂ ਦੇ ਵਿੱਚ ਬ੍ਰਹਮ ਕੁਟੀਆ ਜਾਂ ਅਕਾਲ ਕੁਠੀਆ ਜਾਂ ਬ੍ਰਹਮ ਬੁੰਗਾ, ਇਸ ਪ੍ਰਕਾਰ ਦੇ ਜਿਹੜੇ ਨਾਮ ਹੈ ਉਹ ਕੋਠਾ ਸਾਹਿਬ ਦੇ ਪੁਰਾਣੇ ਗੁਰਸਿੱਖ ਦਿੰਦੇ ਸੀ। ਪਰ ਜੋ ਅੱਜ ਕੱਲ੍ਹ ਪ੍ਰਚਲਿਤ ਨਾਮ ਹੈ ਸ੍ਰੀ ਕੋਠਾ ਸਾਹਿਬ, ਤੇ ਜਿਹੜਾ ਕੋਠਾ ਸਾਹਿਬ ਉੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਸਮੇਂ ਬਿਰਾਜਮਾਨ ਹੁੰਦੇ ਸੀ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਉਹੀ ਕੋਠਾ ਸਾਹਿਬ ਜਿੱਥੇ ਅਸੀਂ ਰਾਤ ਨੂੰ ਬਿਰਾਜਮਾਨ ਹੁੰਦੇ ਹਨ। ਤਾਹਾਂ ਨਿਵਾਸ ਕਰੋ ਜਤਮਾਨ। ਬਹੁਤ ਸਤਿਕਾਰ ਦੇ ਨਾਲ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਕਰਨਾ ਹੈ ਰਾਤ ਸਮੇਂ। ਜਮ ਡੇਢ ਜਾਮਨ ਰਹਿਆ ਨਾ। ਡੇਢ ਪੈਰ ਰਾਤ ਰਹਿ ਜਾਵੀ। ਸ਼੍ਰੀ ਹਰਿਮੰਦਰ ਤਬਹਿ ਇਸ਼ਨਾਨ ਹੋ। ਤੇ ਫਿਰ ਬੜੇ ਪ੍ਰੇਮ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਇਸ਼ਨਾਨ ਦੀ ਸੇਵਾ ਕਰਨੀ ਹੈ। ਫਰਸ਼ ਅਨੇਕ ਭਾਂਤ ਕੇ ਠਾਨ ਹੋ। ਤੇ ਫਿਰ ਸੁਕਾਈ ਦੀ ਸੇਵਾ ਕਰਕੇ ਫਿਰ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵਿਛਾਈਆਂ ਹੈਗੀਆਂ ਉਹ ਕਰਨੀਆਂ ਹਨ। ਦੀਪਕ ਸਦਾ ਕ੍ਰਿਤ ਕੋ ਬਾਗੋ। ਮਹਾਰਾਜ ਜੀ ਕਹਿੰਦੇ ਇਹ ਮਰਿਆਦਾ ਰੱਖਣੀ ਹੈ ਕਿ ਹਰ ਵਕਤ ਉੱਥੇ ਜਿਹੜਾ ਘਿਓ ਦਾ ਦੀਵਾ ਜੋ ਜੋਤ ਹੈ ਉਹ ਬਾਰਨਾ ਹੈ, ਭਾਵ ਉਹ ਰੱਖਣਾ ਹੈ ਹਰ ਵਕਤ। ਤੇ ਇਹ ਜਿਹੜੀ ਮਹਾਰਾਜ ਦੀ ਹੁਕਮ ਆ, ਜਦੋਂ ਮੁਗਲਾਂ ਨੇ ਇੱਥੇ ਤੱਕ ਕਿ ਦਰਬਾਰ ਸਾਹਿਬ ਦਾ ਵੀ ਕੰਟਰੋਲ ਲੈ ਲਿਆ ਸੀ, ਉਦੋਂ ਵੀ ਸਿੰਘਾਂ ਨੇ ਗੁਪਤ ਰੂਪ ਦੇ ਵਿੱਚ ਸਰੋਵਰ ਦੇ ਵਿੱਚ ਤੈਰ ਕੇ ਦਰਬਾਰ ਸਾਹਿਬ ਪਹੁੰਚ ਜਾਣਾ ਤੇ ਉਹ ਘਿਓ ਦਾ ਜਿਹੜਾ ਦੀਵਾ ਹੈ ਉਹ ਰਾਤ ਨੂੰ ਜਗਾਉਣਾ ਜ਼ਰੂਰ। ਤੇ ਅੱਜ ਤੱਕ ਉਹ ਜਿਹੜਾ ਜੋਤ ਹੈ ਦਰਬਾਰ ਸਾਹਿਬ ਦੇ ਵਿੱਚ ਜਗਦੀ, ਭਾਵੇਂ ਗੁਪਤ ਰੂਪ ਵਿੱਚ ਪਾਸੇ ਤੇ ਜਗਦੀ, ਪਰ ਹਜੇ ਵੀ ਉਹ ਜਗਦੀ ਹੈ। ਸੋ ਮਹਾਰਾਜ ਨੇ ਹੁਕਮ ਕੀਤਾ ਕਿ ਹਰ ਵਕਤ ਇੱਥੇ ਜਿਹੜਾ ਘਿਓ ਦਾ ਜੀਵਾ ਜਿਹੜਾ ਜੋਤ ਹੈ ਉਹ ਜਿਹੜਾ ਹੈ ਉਹ ਬਾਲਣਾ ਹੈ। ਜਾਮ ਨਿਸਾ ਜਬ ਰਹੀ ਨਿਹਾਰੋ। ਜਦੋਂ ਇੱਕ ਪੈਰ ਰਾਤ, ਭਾਵ 3 ਘੰਟੇ ਰਾਤ ਦੇ ਜਦੋਂ ਰਹਿ ਗਏ ਹਨ, ਰਾਗੀ ਆਸਾ ਵਾਰ ਸੁਗਾਵਹਿ। ਉਸ ਸਮੇਂ ਜਿਹੜੇ ਰਾਗੀ ਹਨ ਉਹ ਸ਼ੁਰੂ ਜੋ ਆਸਾ ਦੀ ਵਾਰ ਦੀ ਕੀਰਤਨ ਹਨ ਉਹ ਸ਼ੁਰੂ ਕਰ ਦੇਣ। ਅਨੇਕ ਰਾਗ ਕੇ ਸ਼ਬਦ ਸੁਣਾਵੈ। ਤੇ ਫਿਰ ਜਿਹੜੇ ਸਵੇਰ ਦੇ ਅਨੇਕ ਰਾਗ ਆ ਉਹਨਾਂ ਦੇ ਵਿੱਚ ਜਿਹੜੇ ਸ਼ਬਦ
ਸ਼ਬਦ ਹੈਗੇ ਆ ਉਹ ਸੁਣਾਉਣ ਭਾਵ ਜਦੋਂ ਛੱਕਾ ਸੰਪੂਰਨ ਹੋ ਜਾਣ ਫਿਰ ਜਿਹੜੇ ਅਨੇਕ ਰਾਗਾਂ ਦੇ ਸਵੇਰ ਦੇ ਰਾਗ ਆ ਉਹਨਾਂ ਦੇ ਅਨੁਸਾਰ ਸ਼ਬਦ ਗਾਇਨ ਕਰਨ। ਦਵੈ ਘਟਕਾ ਜਾਮਨ ਰਹਿ ਜਬੈ ਜਦੋਂ 2 ਘੜੀਆਂ ਰਾਤ ਰਹਿ ਜਾਣੀ ਆਨਹੁ ਸ੍ਰੀ ਗ੍ਰੰਥ ਸਾਹਿਬ ਤਬੈ ਫਿਰ ਬੜੇ ਪ੍ਰੇਮ ਦੇ ਨਾਲ ਕੋਠਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਉਣਾ ਹੈ। ਵਾਰ ਭੋਗ ਤੇ ਖੋਲ ਪਟੀਜੈ ਜਦੋਂ ਆਸਾ ਦੀ ਵਾਰ ਦਾ ਭੋਗ ਪੈ ਗਿਆ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਸਾਹਿਬ ਲੈਣਾ ਹੈ। ਇਸੀ ਪ੍ਰਕਾਰ ਕਾਰ ਨਿਤ ਕੀਜੈ ਇਸੀ ਪ੍ਰਕਾਰ ਰੋਜ਼ ਜਿਹੜਾ ਕਾਰਜ ਕਰਨਾ ਹੈ ਮਰਿਆਦਾ ਬੰਨਣੀ ਹੈ। ਇਹ ਕਹਿ ਸ੍ਰੀ ਗੁਰ ਬੈਠ ਰਹਾਏ ਇਸ ਪ੍ਰਕਾਰ ਮਰਿਆਦਾ ਸਮਝਾ ਕੇ ਫਿਰ ਸਤਿਗੁਰੂ ਸਾਹਿਬ ਜੀ ਮਹਾਰਾਜ ਬੈਠ ਗਏ ਹਨ। ਚੌਂਕੀ ਸੁਣੀ ਕਾਨੜਾ ਗਾਏ ਜੋ ਕਾਨੜੇ ਦੀ ਚੌਕੀ ਰਾਗ ਕਾਨੜਾ ਦਾ ਉਹ ਮਹਾਰਾਜ ਜੀ ਨੇ ਸੁਣਿਆ ਕੀਰਤਨ ਸੁਣਿਆ ਹੈ। ਬੌਰ ਸੋਹਿਲਾ ਪਾਠ ਕਰ ਪਾਸ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਨੇੜੇ ਬੈਠ ਕੇ। ਉਠ ਤਬ ਸਭ ਕੀ ਨਸ ਅਰਦਾਸ ਸੋਹਿਲਾ ਸਾਹਿਬ ਦਾ ਪਾਠ ਕਰਦੇ ਕਰਦੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰ ਕੱਸੇ ਸਜਾਏ ਤੇ ਉਸ ਤੋਂ ਉਪਰੰਤ ਸਾਰਿਆਂ ਨੇ ਉੱਠ ਕੇ ਫਿਰ ਅਰਦਾਸ ਕੀਤੀ। ਬੋਡੇ ਗ੍ਰੰਥ ਲੀਨ ਸਿਰ ਧਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਆਪਣੇ ਸੀਸ ਤੇ ਸੁਸ਼ੋਭਿਤ ਕੀਤਾ ਹੈ। ਚਵਰ ਕਰ ਹੈ ਗੁਰ ਵਾਰੰਗਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਹੱਥ ਦੇ ਵਿੱਚ ਚੌਰ ਸਾਹਿਬ ਲੈ ਕੇ ਵਾਰ-ਵਾਰ ਚੌਰ ਸਾਹਿਬ ਕਰਦੇ ਨੇ। ਸੋ ਬਾਬਾ ਬੁੱਢਾ ਸਾਹਿਬ ਜੀ ਅੱਗੇ ਜਾਂਦੇ ਨੇ ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਚੌਰ ਸਾਹਿਬ ਕਰਦੇ ਹਨ। ਸੰਖਨ ਕੀ ਧੁਨ ਕੀਨ ਬਿਸਾਲਾ ਜਿਹੜੇ ਪ੍ਰੇਮੀ ਗੁਰਸਿੱਖ ਨੇ ਉਹ ਸੰਖ ਲੈ ਕੇ ਬੜੀ ਧੁਨੀਆਂ ਜਿਹੜੀਆਂ ਹੈਗੇ ਨੇ ਉਹ ਕਰ ਰਹੇ ਨੇ ਸੰਖ ਦੀਆਂ। ਬਾਦਿਤ ਅਪਰ ਬਜੇ ਤਿਸ ਕਾਲਾ ਤੇ ਹੋਰ ਵੀ ਜਿਹੜੇ ਕਈ ਪ੍ਰਕਾਰ ਦੇ ਜਿਹੜੇ ਸਾਜ਼ ਹੈਗੇ ਨਗਾਰੇ ਹੈਗੇ ਆ ਛੈਣੇ ਹੈਗੇ ਉਹ ਗੁਰਸਿੱਖ ਪ੍ਰੇਮ ਦੇ ਨਾਲ ਸ਼ਬਦ ਗਾਉਂਦੇ ਗਾਉਂਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਸਰੂਪ ਜਿਹੜਾ ਹੈ ਉਹ ਦਰਬਾਰ ਸਾਹਿਬ ਜੀ ਤੋਂ ਕੋਠਾ ਸਾਹਿਬ ਤੱਕ ਲੈ ਕੇ ਜਾ ਰਹੇ ਹਨ। ਰਹਿ ਕੋਠੜੀ ਮੈਂ ਗੁਰ ਸਦਾ ਉਹ ਜਿਹੜੀ ਕੋਠੜੀ ਜਿੱਥੇ ਮਹਾਰਾਜ ਹਰ ਰੋਜ਼ ਸ਼ਾਮ ਵਕਤ ਜਾ ਕੇ ਬਿਰਾਜਮਾਨ ਹੁੰਦੇ ਸੀ ਸੋ ਹੁਣ ਉਹ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹੈ। ਉਸ ਸਮੇਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਨਹੀਂ ਸੀ ਹੋਈ ਸਿਰਫ ਕੋਠਾ ਸਾਹਿਬ ਸੀ। ਫਿਰ ਜਦੋਂ ਗੁਰਸਿੱਖਾਂ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਾਈ ਹੈ ਫਿਰ ਕੋਠਾ ਸਾਹਿਬ ਵੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਵਿੱਚ ਹੀ ਆ ਗਿਆ। ਸੋ ਉਸ ਸਮੇਂ ਕੋਠਾ ਸਾਹਿਬ ਹੀ ਸੀਗਾ ਮਹਾਰਾਜ ਜੀ ਦਾ ਤੇ ਉਹ ਕੋਠਾ ਸਾਹਿਬ ਜਿੱਥੇ ਮਹਾਰਾਜ ਰੋਜ਼ ਰਹਿੰਦੇ ਸਨ। ਗਮ ਨਹਿ ਸਦਨ ਆਪਨੇ ਕਦਾ ਮਹਾਰਾਜ ਜੀ ਹਰ ਵਕਤ ਜ਼ਿਆਦਾਤਰ ਕੋਠਾ ਸਾਹਿਬ ਵਿੱਚ ਹੀ ਰਹਿੰਦੇ ਸੀ। ਕਦੀ ਕਦੀ ਆਪਣੇ ਘਰ ਜਾਂਦੇ ਸੀ। ਘਰ ਕੀ ਸੀ ਮਹਾਰਾਜ ਜੀ ਦਾ ਗੁਰੂ ਕੇ ਮਹਿਲ ਜੋ ਗੁਰੂ ਕੇ ਮਹਿਲ ਸਥਾਨ ਉੱਥੇ ਮਹਾਰਾਜ ਰੋਜ਼ ਜਾ ਕੇ ਨਹੀਂ ਸੀ ਬਿਰਾਜਮਾਨ ਹੁੰਦੇ ਜ਼ਿਆਦਾ ਕੋਠਾ ਸਾਹਿਬ ਹੀ ਬਿਰਾਜਮਾਨ ਹੁੰਦੇ ਸੀ ਤੇ ਕਦੀ ਕਦੀ ਮਹਾਰਾਜ ਸਾਹਿਬ ਜੀ ਗੁਰੂ ਕੇ ਮਹਿਲ ਜਾਂਦੇ ਸਨ। ਇਹ ਸਥਾਨ ਲੈ ਕਰ ਜਬ ਗਏ ਕੋਠਾ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਪਹੁੰਚੇ ਹਨ। ਸੋਠ ਪ੍ਰਯੰਕ ਤਬ ਦਾਸਤ ਭਏ ਉੱਥੇ ਬੜਾ ਸੁੰਦਰ ਉੱਤਮ ਜਿਹੜਾ ਪਲੰਗ ਹੈਗਾ ਬੈੱਡ ਹੈ ਮਹਾਰਾਜ ਜੀ ਦਾ ਉਹ ਬੜਾ ਸੁੰਦਰ ਜਿਹੜਾ ਪਲੰਗ ਹੈ ਉੱਥੇ ਦਾਸਤ ਭਾਵ ਦੱਸਿਆ ਹੋਇਆ ਹੈ। ਸੇਜ ਬੰਦ ਗੁੰਫੇ ਬੜ ਜਰੀ ਤੇ ਉਹਦੇ ਉੱਤੇ ਜਿਹੜੇ ਸੇਜ ਬੰਦ ਹੈਗੇ ਆ ਜਿਵੇਂ ਹੁਣ ਵੀ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਮਹਾਰਾਜ ਸਾਹਿਬ ਜੀ ਦੇ ਪਲੰਗ ਹੈ ਤੇ ਜੋ ਮਹਾਰਾਜ ਸਾਹਿਬ ਜੀ ਦਾ ਮੰਜੀ ਸਾਹਿਬ ਹੈ ਉਹਦੇ ਉੱਤੇ ਜਿਹੜੇ ਪਲੰਗ ਦੇ ਵਿਛਾਉਣੇ ਜਿਹੜੇ ਵੱਖਰੇ ਪ੍ਰਕਾਰ ਦੇ ਵਿਛਾਈਆਂ ਹੈਗੀਆਂ ਆ ਉਹਨਾਂ ਨੂੰ ਪਾਵਿਆਂ ਦੇ ਸਿਰੇ ਦੇ ਨਾਲ ਰੇਸ਼ਮ ਦੇ ਰੱਸੀ ਦੇ ਨਾਲ ਬੰਨਿਆ ਜਾਂਦੇ ਉਹਨੂੰ ਸੇਜ ਬੰਦ ਕਹਿੰਦੇ ਆ। ਤੇ ਇਹ ਵੀ ਬੜੇ ਸੋਹਣੇ ਜਿਹੜੇ ਵਿਛਾਈਆਂ ਉਹਦੇ ਉੱਤੇ ਜ਼ਰੀ ਭਾਵ ਸੋਨੇ ਦੇ ਧਾਗਿਆਂ ਦੇ ਨਾਲ ਜਿਹਦੇ ਉੱਤੇ ਕਢਾਈ ਹੋਈ ਹੈ ਬੜੇ ਸੋਹਣੇ ਜਿਹੜੇ ਵਿਛਾਈਆਂ ਉਸ ਪਲੰਗ ਦੇ ਉੱਤੇ ਕੀਤੇ ਹੋਏ ਹਨ। ਸੁੰਦਰ ਫੂਲਨ ਮਾਲਾ ਧਰੀ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਖਾਸਨ ਕਰਨਾ ਆ ਜਿਹੜੇ ਬੜੇ ਸੁੰਦਰ ਫੁੱਲਾਂ ਦੀਆਂ ਹਾਰ ਹੈਗੇ ਉਹ ਵੀ ਸਜਾਵਟ ਕੀਤੀ ਹੋਈ ਹੈ। ਤਹਾਂ ਨਿਵਾਸ ਗ੍ਰੰਥ ਕੋ ਕੀਨੋ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰੋ ਪਲੰਗ ਸਾਹਿਬ ਦੇ ਉੱਤੇ। ਸ੍ਰੀ ਗੁਰ ਭੂਤਲ ਨਿਕਟ ਅਸੀਨੋ ਤੇ ਨੇੜੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਧਰਤੀ ਦੇ ਉੱਤੇ ਆਪਣਾ ਆਸਨ ਲਾਇਆ। ਇੰਨਾ ਸਤਿਕਾਰ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ। ਤੇ ਅੱਜ ਤੱਕ ਤੁਸੀਂ ਕੋਠਾ ਸਾਹਿਬ ਜਾ ਕੇ ਜੋ ਗੁਰਸਿੱਖ ਪ੍ਰੇਮ ਸ਼ਰਧਾ ਦੇ ਨਾਲ ਅੱਜ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਸਣ ਪਲੰਗ ਸਾਹਿਬ ਦੇ ਥੱਲੇ ਵਿਛਾਉਂਦੇ ਨੇ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਪਲੰਗ ਸਾਹਿਬ ਤੇ ਬਿਰਾਜਮਾਨ ਕੀਤਾ ਤੇ ਆਪ ਮਹਾਰਾਜ ਨੇੜੇ ਹੀ ਪ੍ਰਿਥਵੀ ਦੇ ਉੱਤੇ ਧਰਤੀ ਦੇ ਉੱਤੇ ਮਹਾਰਾਜ ਬਿਰਾਜਮਾਨ ਹੋ ਗਏ। ਕਬ ਕਬ ਸਦਨ ਆਪਨੇ ਜਾਹੇ, ਕਦੇ ਕਦੇ ਮਹਾਰਾਜ ਗੁਰੂ ਕੇ ਮਹਿਲ ਜਾਂਦੇ ਸਨ। ਨਾਹੀ ਤਾਂ ਰਹਿ ਗ੍ਰੰਥ ਕੇ ਪਾਹੇ, ਜ਼ਿਆਦਾਤਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਰਹਿੰਦੇ ਸੀ। ਹਰ ਵਕਤ ਹਰ ਰੋਜ਼ ਜਦੋਂ ਮਹਾਰਾਜ ਦਾ ਸੁਖਾਸਨ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੋ ਜਾਣਾ ਤਾਂ ਮਹਾਰਾਜ ਨੇ ਪ੍ਰਿਥਵੀ ਦੇ ਉੱਤੇ ਮਹਾਰਾਜ ਧਰਤੀ ਦੇ ਉੱਤੇ ਮਹਾਰਾਜ ਨੇ ਆਪਣੇ ਆਸਣ ਲਾ ਲੈਣਾ। ਕਦੀ ਕਦੀ ਆਪਣੇ ਘਰ ਜਾਂਦੇ ਸਨ। ਸ਼੍ਰੀ ਗ੍ਰੰਥ ਸਾਹਿਬ ਕੀ ਕਥਾ, ਇਸ ਪ੍ਰਕਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦੀ ਕਥਾ ਹੈ। ਭਈ ਜਥਾ ਉਚਰੀ ਮੈਂ ਤਥਾ, ਜਿਵੇਂ ਹੋਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਹੋਈ ਇਵੇਂ ਹੀ ਮੈਂ ਦੱਸ ਦਿੱਤਾ ਹੈ। ਸੁਨਤ ਪਠਿਤ ਚਿਤ ਬਾਂਛਿਤ ਦਾਤਾ, ਜਿਹੜਾ ਵੀ ਸੁਣਦਾ ਹੈ ਤੇ ਪੜ੍ਹਦਾ ਹੈ, ਜੋ ਵੀ ਆਪਣੇ ਚਿੱਤ ਦੇ ਵਿੱਚ ਦਾਤਾ ਨੂੰ ਮੰਗਦਾ ਹੈ। ਗੁਰ ਭਗਤ ਤੇ ਆਤਮ ਗਿਆਤਾ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਮੈਂ ਗੁਰੂ ਸਾਹਿਬ ਤੋਂ ਕਿਹੜੇ ਦਾਤਾ ਮੰਗਦਾ। ਗੁਰ ਪਗ ਰਤ, ਭਾਵ ਗੁਰੂ ਦੇ ਚਰਨਾਂ ਦੀ ਰਤ, ਰਤ ਕਹਿੰਦੇ ਪ੍ਰੇਮ। ਮੈਂ ਗੁਰੂ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਮੰਗਦਾ ਤੇ ਆਤਮ ਗਿਆਤਾ, ਮੈਂ ਬ੍ਰਹਮ ਗਿਆਨ ਦੀ ਦਾਤ ਮੰਗਦਾ ਹਾਂ। ਸੋ ਇਹ ਦਾਤਾ ਜੋ ਹਨ ਕਵੀ ਸੰਤੋਖ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦੀ ਜੋ ਕਥਾ ਹੈ ਉਹ ਕਵੀ ਸੰਤੋਖ ਸਿੰਘ ਜੀ ਨੇ ਸ਼ਰਧਾ ਪ੍ਰੇਮ ਦੇ ਨਾਲ ਇੱਥੇ ਅੰਕਿਤ ਕੀਤਾ ਹੈ। ਸੰਖੇਪ ਰੂਪ ਦੇ ਵਿੱਚ ਅਸੀਂ ਸਰਵਣ ਕੀਤਾ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਦਬ ਸਤਿਕਾਰ ਕੀਤਾ ਹੈ ਤੇ ਇੱਥੇ ਤੱਕ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਹਿਰਦਾ ਹੈ। ਇਹਨਾਂ ਪਵਿੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜੇ ਬਚਨ ਹਨ ਉਹ ਅਸੀਂ ਆਪਣੇ ਹਿਰਦੇ ਵਿੱਚ ਵਸਾਈਏ ਤੇ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕਰੀਏ। ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਦੇ ਬਚਨ ਹਨ ਕਿ ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨਹੁ ਸੋ ਸਿੱਖ ਨਹੀਂ ਹਮਾਰਾ। ਸੋ ਜੋ ਮਹਾਰਾਜ ਦਾ ਸਿੱਖ ਹੈ ਉਹ ਸਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭੈ ਤੇ ਅਦਬ ਰੱਖਦਾ ਹੈ। ਇਹ ਅਸੀਂ ਮਹਾਰਾਜ ਦੇ ਪਵਿੱਤਰ ਜਿਹੜੇ ਉਪਦੇਸ਼ ਆ ਹਿਰਦੇ ਵਿੱਚ ਵਸਾਈਏ। ਸੋ ਕਥਾ ਕਰਦੇ ਇੱਕ ਨਹੀਂ ਹਜ਼ਾਰ ਗਲਤੀਆਂ ਹੋ ਗਈਆਂ, ਬੇਅੰਤ ਗਲਤੀਆਂ ਹੋ ਗਈਆਂ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਜੀ, ਬੱਚਾ ਜਾਣ ਕੇ ਸੱਚੇ ਪਾਤਸ਼ਾਹ ਜੀਓ, ਸਾਧ ਸੰਗਤ ਜੀਓ ਗਲਤੀਆਂ ਨੂੰ ਬਖਸ਼ ਲੈਣੀਆਂ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤ ਕਰੀਏ। ਸ੍ਰੀ ਗ੍ਰੰਥ ਸਾਹਿਬ ਕੀ ਕਥਾ, ਭਈ ਜਥਾ ਉਚਰੀ ਮੈਂ ਤਥਾ, ਸੁਨਤ ਪਠਤ ਚਿਤ ਬਾਂਝਤ ਦਾਤਾ, ਗੁਰ ਪਗ ਰਤ ਤੇ ਆਤਮ ਗਿਆਤਾ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ, ਅੰਧ ਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੂਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਗੁਰ ਪਾਰਿ ਉਤਾਰਨਹਾਰ। ਜੋ ਸਰਦਾ ਕਰ ਸੇਵ ਦੇ, ਗੁਰ ਪਾਰਿ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕਾਰਜ ਜਾਵੇ ਨਿਹਾਲ ਜਾਵੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਵੇ। ਸਤਿ ਸ੍ਰੀ ਅਕਾਲ।